ਇਹ ਡਾਕਟਰ ਸਾਹਿਬ ਵੈਸੇ ਅਦਰਵਾਈਜ਼ ਜਿਹੜਾ ਯੂਨੀਵਰਸਿਟੀ ਦਾ ਅਨੁਭਵ ਸੀਗਾ ਤੇ ਹੁਣ ਜਿੱਦਾਂ ਇਹ ਕਾਲਜਸ ਨੂੰ ਤੁਸੀਂ ਦੇਖਦੇ ਹੋ ਤੇ ਨਵੇਕਲਾ ਕੰਮ ਕਰਦੇ ਹੋ, ਇਹ ਯੂਨੀਵਰਸਿਟੀਆਂ ਦੀਆਂ ਵਾਈਸ ਚਾਂਸਲਰੀਆਂ ਕਿੱਦਾਂ ਮਿਲਦੀਆਂ, ਇਹਦੇ ਬਾਰੇ ਕਦੇ ਗੱਲ ਨਹੀਂ ਹੋਈ। ਆਪਾਂ ਰਿਕਾਰਡ ਦੇ ਨਾਲ ਕਰਦੇ ਰਵਾਂਗੇ। ਇਹਦੇ ਚ ਜਗਾੜਬੰਦੀ ਕਿੰਨੀ ਕੁ ਹੁੰਦੀ ਵੈਸੇ? 90%। ਵਾਹ, ਇਹ 10% ਕਿੱਦਾਂ ਛੱਡ ਗਏ ਜੀ ਆਪਣੇ ਪੋਲੀਟੀਸ਼ੀਅਨ? देखो 10% इस करके है कि थोड़ी बात जी है कंसर्न जो चीफ मिनिस्टर हो गए कोई दूजा हो गया कंसर्न होंगे कि यूनिवर्सिटी बिल्कुल ही ना डुब जाए जी। बट 10 थोड़ा जहा मतलब फॉर एग्जाम्पल जो मेरी गल हुई तो बादल साहब ने इको गल कही कि यूनिवर्सिटी चला लोगे जी, बस इन्ना को कंसर्न सी। बाकी तो चलो जरा सी करना सी, मतलब जो खदशे ने दूजे ने कभी ये नहीं होया कि घर बैठे नूं सिर्फ ਉਹਦੀ ਮੈਰਿਟ ਦੇ ਬੇਸ ਦੇ ਉੱਤੇ ਜਿਹੜਾ ਉਹਨੂੰ ਵਾਈਸ ਚਾਂਸਲਰ ਬਣਾ ਦਿੱਤਾ ਗਿਆ। ਪੁਰਾਣੇ ਜ਼ਮਾਨੇ ਦੀਆਂ ਗੱਲਾਂ ਹੁੰਦੀਆਂ। ਵੈਸੇ ਸਰਕਾਰਾਂ ਪਹਿਲਾਂ ਹੀ ਫੈਸਲੇ ਕਰ ਲੈਂਦੀਆਂ ਵੀ ਆਪਾਂ ਆਪਣਾ ਕਿਹੜਾ ਬੰਦਾ ਕਿਹੜਾ ਸਾਨੂੰ ਸਪੋਰਟ ਕਰਦਾ ਰਿਹਾ। ਇਹ ਸਪੋਰਟ ਵਾਲੀ ਗੱਲ ਨਹੀਂ ਹੈ, ਸਵਾਲ ਤੇ ਜੁਗਾੜਬੰਦੀ ਵਾਲੀ ਗੱਲ ਹੈ ਜੀ, ਕਿ ਜ਼ਰੂਰੀ ਨਹੀਂ ਕਿ ਕੋਈ ਸਪੋਰਟਰ ਡਾਇਰੈਕਟ ਹੋਵੇ, ਕੋਈ ਆਈਡੀਓਲੋਜੀਕਲ ਸਪੋਰਟਰ ਹੋਵੇ, ਇਹ ਜ਼ਰੂਰੀ ਨਹੀਂ। ਮੇਨ ਇਹ ਹੈ ਕਿ ਉਹ ਕਿਹੜੇ ਢੰਗ ਨਾਲ ਉਹ ਆਉਂਦਾ। ਅੱਛਾ, ਵੈਸੇ ਸਿਆਸਤ ਵੈਸੇ ਡਾਕਟਰ ਸਾਹਿਬ ਆਪਣੀ ਵਾਹਵਾ ਦਿਲਚਸਪ ਹੈ। ਲਾਲਪੁਰਾ ਸਾਹਿਬ ਵੀ ਨਾਲ ਨੇ। ਲਾਲਪੁਰਾ ਸਾਹਿਬ ਤੁਸੀਂ ਵੀ ਵੱਡੇ ਅਹੁਦਿਆਂ ਤੇ ਰਹੇ ਹੋ, ਇਹ ਪੋਸਟਿੰਗ ਜਦੋਂ ਹੁੰਦੀ ਸੀਗੀ ਕਿਹੜੇ ਕਿਹੜੇ ਘਰ ਦਾ ਦਰਵਾਜ਼ਾ ਲੰਘਦੇ ਰਹੇ? ਮੈਂ ਤਾਂ ਡਾਕਟਰ ਸਾਹਿਬ ਨਾਲ ਤਾਂ ਸਹਿਮਤੀ ਪ੍ਰਗਟ ਹੀ ਕਰਦਾ ਹੈ, ਲੇਕਿਨ ਵੱਡੀ ਗੱਲ ਇਹ ਸੀ ਕਿ ਜਦੋਂ ਮੇਰੀ ਤਾਂ ਇਸ ਕਰਕੇ ਅੰਮ੍ਰਿਤਸਰ ਚ ਮੈਂ ਰਿਹਾ, ਪਹਿਲਾਂ ਪੋਸਟਿੰਗ ਐਜ਼ SPCID ਵੱਡੀ ਪੋਸਟਿੰਗ ਸੀਗੀ 9 ਸਾਲ, ਉੱਥੇ ਕੋਈ ਲੱਗਣਾ ਹੀ ਨਹੀਂ ਸੀ ਚਾਹੁੰਦਾ। ਕਿਉਂ? ਉਹ ਮੇਰੇ ਕੋਲੇ ਕੋਈ ਚਾਰਾ ਨਹੀਂ ਸੀ ਕਿ ਮੈਂ ਛੋਟੀ ਉਮਰ ਦੇ ਵਿੱਚ ਨੌਕਰੀ ਛੱਡ ਦਿੰਦਾ, ਤੇ ਜਿਨ੍ਹਾਂ ਨੂੰ ਹੋਰ ਚਾਰਜ ਮਿਲਿਆ ਸੀ ਉਹ ਆਪਣੀ ਨੌਕਰੀ ਅਸਤੀਫਾ ਦੇਣ ਨੂੰ ਤਿਆਰ ਹੋ ਗਏ ਤੇ ਇਟ ਵਾਸ ਵੈਰੀ ਡਿਫਿਕਲਟ ਟੂ ਬੀ SPCID ਅੰਮ੍ਰਿਤਸਰ ਦੈਟ ਟਾਈਮ। ਉਸ ਤੋਂ ਬਾਅਦ ਮੇਰੀ ਬਾਦਲ ਸਾਹਿਬ ਨਾਲ ਪਰਸਨਲ ਵਾਕਫੀਅਤ ਸੀਗੀ ਤੇ ਇਸ ਕਰਕੇ ਕਿ ਉਹ ਜਦੋਂ ਵੀ ਕੋਈ ਇੰਟੈਲੀਜੈਂਸ ਬਾਰੇ ਹੋਰ ਚੀਜ਼ਾਂ ਜਾਣਨਾ ਚਾਹੁੰਦੇ ਸੀ, ਉਹ ਸਮਝਦੇ ਸੀ ਯਾਰ ਇਹ ਜਿਹੜੀ ਗੱਲ ਕਰੇਗਾ ਸੱਚੀ ਕਰੇਗਾ ਤੇ ਜਿਹੜਾ ਨੂੰ ਅਸੀਂ ਟਿਕਟ ਦੇਾਂਗੇ ਹੋ ਸਕਦਾ ਉਹ ਜਿੱਤ ਵੀ ਜਾਵੇ। ਉਸ ਪਰਸਨਲ ਰਿਲੇਸ਼ਨ ਨਾਲ ਉਹਨਾਂ ਨੇ ਜਦੋਂ ਵੀ, ਉਹਨਾਂ ਤੋਂ ਪਹਿਲਾਂ ਵੀ ਖੈਰ ਇੱਕ ਮੈਂ ਕਾਂਗਰਸ ਗਵਰਨਮੈਂਟ ਵੇਲੇ SSP ਲੱਗਾ ਸੀਗਾ ਔਨ ਮੈਰਿਟ, ਉਹ ਵੀ ਇੱਕ ਕਾਰਨ ਸੀ। ਸਾਡੇ ਸੀਗੇ ਮਿਸਟਰ ਅਨਿਲ ਭਟਨਾਗਰ, ਬੜੇ ਅੱਛੇ DGP ਰਹੇ ਇੰਟੈਲੀਜੈਂਸ ਦੇ। ਉਹਨਾਂ ਨੂੰ ਕਿਸੇ ਨੇ ਕਿਹਾ ਕਿ ਬੈਸਟ ਆਦਮੀ ਕਿਹੜਾ ਹੈ, ਉਹਨਾਂ ਨੇ ਕਹਿਣ ਲੱਗਾ ਕੁਝ ਕੰਟਰੋਵਰਸੀ ਚੱਲ ਰਹੀ ਸੀ 2 ਅਫਸਰਾਂ ਦੀ, ਉਹ ਕਹਿਣ ਲੱਗਾ ਮੇਰੇ ਕਹਿਣ ਤੇ ਇਕਬਾਲ ਸਿੰਘ ਨੂੰ ਲਾ ਦਿਓ ਤੇ ਦਿੱਕਤ ਇੱਕੋ ਆਏਗੀ, ਇਹਨੇ ਕਿਸੇ ਦੇ ਆਖੇ ਨਹੀਂ ਲੱਗਣਾ। ਤੇ ਉਹ ਕਹਿਣ ਲੱਗੇ ਚਲੋ ਯਾਰ ਜੇ ਬੰਦਾ ਕੰਮ ਚੰਗਾ ਕਰਦਾ ਇਹਨੂੰ ਲਾ ਦਿਓ। ਸੋ ਹੀ ਹੈਲਪ ਮੀ। ਜੋ ਕੁਛ ਹੈ ਜੁਗਾੜਬੰਦੀਆਂ ਕਿਸੇ ਨੇ ਸਪੋਰਟ ਕੀਤਾ ਤੇ ਲਾਤਾ, ਤੇ ਨਹੀਂ ਤਾਂ ਫਿਰ ਜਦੋਂ ਦੂਜੀ ਪਾਰਟੀ ਆਉਂਦੀ ਹੈ ਫਿਰ ਉਹ ਕੋਸ਼ਿਸ਼ ਕਰਦੀ ਹੈ ਪੁਲਿਸ ਅਫਸਰਾਂ ਦਾ ਤੇ ਹਾਲ ਹੈ ਵੀ ਮੁਕੱਦਮੇ ਦਰਜ ਕਰਾਓ, ਇਨਕੁਆਰੀਆਂ ਕਰਾਓ, ਫਲਾਣਾ ਕਰਾਓ, ਖੱਜਲ ਖਰਾਬੀ ਕਰੋ। ਸੋ ਇਹ ਵੀ ਅਸੀਂ ਤਾਂ ਝੱਲ ਕੇ ਵੇਖੀ ਹੈ। ਬੇਸਿਕਲੀ ਡਾਕਟਰ ਸਾਹਿਬ ਦੀ ਗੱਲ ਹੈ ਕਿ ਮੈਰਿਟ ਤੇ ਬਹੁਤ ਘੱਟ ਅਪਾਇੰਟਮੈਂਟਾਂ ਹੁੰਦੀਆਂ, ਬਹੁਤ ਹੀ ਪਰਸਨਲ ਰਿਲੇਸ਼ਨ ਕਰਕੇ ਹੈ। ਇੱਕ ਗੱਲ ਜਿਹੜੀ ਵਾਈਸ ਚਾਂਸਲਰ ਦੇ ਤੌਰ ਤੇ ਮੈਂ ਤੁਹਾਨੂੰ ਦੱਸਣਾ ਕਿ ਪਹਿਲਾਂ ਇਹ ਹੁੰਦਾ ਸੀ ਕਿ ਇੱਕ ਵਾਰੀ ਭਾਵੇਂ ਜੁਗਾੜਬੰਦੀ ਚ, ਭਾਵੇਂ ਸਿਫਾਰਿਸ਼ ਨਾਲ, ਭਾਵੇਂ ਕਿਸੇ ਢੰਗ ਨਾਲ ਲੱਗ ਗਏ, ਉਸ ਤੋਂ ਬਾਅਦ ਗਵਰਨਮੈਂਟ ਔਰ ਚੀਫ ਮਿਨਿਸਟਰ ਤੁਹਾਡੇ ਕੰਮ ਤੇ ਇੰਟਰਫੇਅਰ ਨਹੀਂ ਸੀ ਕਰਦੇ। ਮੈਂ ਖਾਸ ਤੌਰ ਤੇ ਯੂਨੀਵਰਸਿਟੀਆਂ ਚ ਮੈਂ 2 ਵਾਰ ਜਿਹੜਾ ਹੈ ਉਹ ਚੀਫ ਮਿਨਿਸਟਰ ਨਾਲ ਕੰਮ ਕੀਤਾ, ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਔਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਵੇਲੇ ਵੀ। ਦੋਨੋਂ ਚੀਫ ਮਿਨਿਸਟਰਸ ਨੇ ਮੇਰੀ ਡੇ ਟੂ ਡੇ ਵਰਕਿੰਗ ਦੇ ਵਿੱਚ ਕੋਈ ਇੰਟਰਫੇਅਰ ਜਿਹੜਾ ਉਹ ਨਹੀਂ ਕੀਤਾ। ਸੋ ਜੇਕਰ ਤੇ ਜਿਹਨੂੰ ਲਾਣਾ ਹੈ, ਜੇ ਉਹਦੇ ਤੇ ਵਿਸ਼ਵਾਸ ਕਰਕੇ ਜੇ ਲੱਗਦਾ ਹੈ ਕਿ ਤੁਹਾਡੇ ਕੋਲ ਇਨਪੁਟ ਠੀਕ ਨੇ ਕਿ ਯੂਨੀਵਰਸਿਟੀ ਠੀਕ ਚੱਲ ਰਹੀ ਹੈ ਨਹੀਂ ਚੱਲ ਰਹੀ, ਤੇ ਫਿਰ ਉਸ ਤੋਂ ਬਾਅਦ ਜਿਸ ਵੇਲੇ ਚੀਫ ਮਿਨਿਸਟਰ ਇੰਟਰਫੇਅਰ ਨਹੀਂ ਕਰਦਾ, ਮਿਨਿਸਟਰ ਔਰ MLA ਦੀ ਜਿਹੜੀ ਹੈ ਉਹ ਔਕਾਤ ਹੀ ਨਹੀਂ ਹੁੰਦੀ ਕਿ ਫਿਰ ਤੁਹਾਡੇ ਕੰਮ ਤੇ ਇੰਟਰਫੇਅਰ ਕਰੇ। ਹਾਂ, ਤੁਸੀਂ ਉਹਨਾਂ ਨੂੰ ਪ੍ਰੋਵੋਕੇਟਿਵ ਨਾ ਕਰੋ ਕਿ ਉਹਨਾਂ ਦੇ ਜਿਹੜੇ ਨੇ ਰੀਜ਼ਨੇਬਲ ਜੇ ਕੰਮ ਜਾਂ ਆਏ ਗਏ ਦਾ ਜਿਹੜਾ ਚਲੋ ਚਾਹ ਪਿਆ ਦਿਓ, ਗੱਲ ਕਰ ਲਓ, ਜੇ ਘਰ ਆ ਗਏ ਨੇ ਤੇ ਸਤਿਕਾਰ ਨਾਲ ਮਿਲ ਲਓ, ਲੇਕਿਨ ਅਦਰਵਾਈਜ਼ ਉਹ ਕੌਨਫੀਡੈਂਸ ਲੈਵਲ ਤੇ ਹੀ MLA ਜਾਂ ਮਿਨਿਸਟਰ ਤੱਕ ਕਰ ਨਹੀਂ ਲਾਉਂਦਾ। ਸੋ ਇਸ ਕਰਕੇ ਮੇਰਾ ਐਕਸਪੀਰੀਅੰਸ ਤੇ ਪੋਲੀਟੀਕਲ ਨੌਨ ਇੰਟਰਫੇਰੈਂਸ ਦਾ ਜਿਹੜਾ ਐਕਸਪੀਰੀਅੰਸ ਜਿਹੜਾ ਰਿਹਾ, ਥੋੜਾ ਇੱਕ ਐਜੂਕੇਸ਼ਨ ਮਿਨਿਸਟਰ ਨੇ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਜੇ ਉਹਨੂੰ ਬਲੰਟਲੀ ਹੋਇਆ ਕਿ ਕੰਮ ਨਹੀਂ ਹੋਣਾ ਤੇ ਉਹ 1 ਵਾਰੀ 2 ਵਾਰੀ ਕਹਿ ਕੇ ਉਸ ਤੋਂ ਬਾਅਦ ਕਹਿੰਦਾ ਤੁਸੀਂ ਤਾਂ ਸਾਡੇ ਆਖੇ ਨਹੀਂ ਲੱਗਦੇ ਕਰਕੇ ਚੁੱਪ ਹੋ ਜਾਣਾ। ਸੋ ਜੇਕਰ ਤੇ ਲਗਾਤਾਰ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਏਗੀ ਐਕਸਟੈਂਸ਼ਨ ਲੈਣੀ ਹੈ ਤੇ ਗਲਤ ਕੰਮ ਕਰਕੇ ਆਪ ਹੀ ਇਨਵਾਈਟ ਕਰੀ ਜਾਣਾ ਕਿ
ਸਿਫਾਰਿਸ਼ ਕਰੋ। ਸੋ ਗੱਲ ਤੇ ਐਟੀਟਿਊਡ ਦੇ ਨਾਲ ਸਾਡੇ ਵਾਈਸ ਚਾਂਸਲਰ ਦੀ ਵੀ ਆਪਣੀ ਹੁੰਦੀ ਹੈ ਕਿ ਤੁਸੀਂ ਆਪ ਹੀ ਪੋਲੀਟੀਕਲ ਇੰਟਰਫੇਰੈਂਸ ਇਨਵਾਈਟ ਕਰਦੇ ਹੋ ਕਿ ਨਹੀਂ ਕਰਦੇ। ਔਰ ਉਸ ਲਾਰੇ 'ਚ ਕਿ ਮੈਂ ਮਤਲਬ ਇਸ ਲਾਰੇ 'ਚ ਕਿ ਤੁਹਾਡਾ ਰਿਲੇਸ਼ਨ ਬਣੇਗਾ। ਮੈਂ ਇਹ ਗੱਲ ਕਹਿ ਸਕਦਾ ਕਿ ਮੇਰਾ ਵਾਈਸ ਚਾਂਸਲਰ ਤੋਂ ਬਾਅਦ ਮੈਂ ਕਦੀ ਕਿਸੇ ਨੂੰ ਫਿਰ ਮਿਲਿਆ ਹੀ ਨਹੀਂ, ਕਿਉਂਕਿ ਮੈਂ ਕਿਸੇ ਨਾਲ ਪੱਕੇ ਰਿਲੇਸ਼ਨ ਜਿਹੜੇ ਨੇ ਪੋਲੀਟੀਕਲ ਜਾਂ ਦੂਜੇ ਜਿਹੜੇ, ਕਿਉਂਕਿ ਨਜਾਇਜ਼ ਕੰਮ ਕੀਤੇ ਨਹੀਂ ਤੇ ਪੋਲੀਟੀਕਲ ਰਿਲੇਸ਼ਨਸ਼ਿਪ ਕਿਤੇ ਡਿਵੈਲਪ ਨਹੀਂ ਹੋਈ। ਗੁੱਡਵਿਲ ਜ਼ਰੂਰ ਜਿਹੜੀ ਹੈ ਉਹ ਅਸੀਂ ਕਹਿ ਸਕਦੇ ਹਾਂ ਹੈ। ਨਹੀਂ ਚਲੋ ਡਾਕਟਰ ਸਾਹਿਬ, ਮੈਂ ਅਸਲ 'ਚ ਮੇਰਾ ਹੀ ਜਾਣਨ ਦਾ ਮਤਲਬ ਇਹ ਸੀਗਾ, ਮੈਂ ਸੋਚਦਾ ਸੀ ਕਿ ਜਿਹੜੇ ਪੋਲੀਟੀਸ਼ੀਅਨਸ ਦੇ ਸੁਭਾਅ ਹੈ ਇਹਨੂੰ ਜਾਣੇ ਬਿਨਾ ਤੁਸੀਂ ਉਹਨਾਂ ਦਾ ਸੱਤਾ ਗ੍ਰੈਬ ਕਰਨ ਦਾ ਤੌਰ ਤਰੀਕਾ ਨਹੀਂ ਸਮਝ ਸਕਦੇ। ਬਿਜਲੀ ਬੋਰਡ ਦਾ ਜਿਹੜਾ ਚੇਅਰਮੈਨ ਵੀ ਆਪਣਾ ਲਾਉਣਾ, ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੀ ਆਪਣਾ ਲਾਉਣਾ। ਵੈਸੇ ਤੁਹਾਨੂੰ ਦੱਸੀਏ ਕਿ ਪੋਲੀਟੀਸ਼ੀਅਨ ਬੜੇ ਭੋਲੇ ਬੰਦੇ ਨੇ। ਅੱਛਾ, ਭੁਲੇਖਾ ਜਿਹਾ ਕਿੱਦਾਂ? ਮਤਲਬ ਮੈਂ ਤੁਹਾਨੂੰ ਆਪਣੇ ਪਰਸਨਲ ਐਕਸਪੀਰੀਅੰਸ ਦੇ ਤੌਰ ਤੇ ਕਹਿ ਦਿੰਦਾ ਕਿ ਜੇ ਨਾਮ ਹੀ ਲੈ ਲਈਏ ਤੇ ਸਰ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਸਿਫਾਰਿਸ਼ ਕੀਤੀ ਕੀ ਕਲਾਸ 4 ਦੀ, ਇੱਕ ਮੁੰਡਾ ਭੇਜਤਾ, ਦੂਜਾ ਉਹ ਆਪਣੇ ਨੂੰ ਬੜਾ ਸਮਝ ਲੱਗ ਪਿਆ ਕਿ ਮੈਨੂੰ ਤਾਂ ਮਿਨਿਸਟਰ ਨੇ ਭੇਜਿਆ। ਉਹ ਬੜਾ ਕੌਨਫੀਡੈਂਟਲੀ ਔਰ ਐਰੋਗੈਂਟਲੀ ਮੈਨੂੰ ਆ ਕੇ ਮਿਲ ਰਿਹਾ ਕਿ ਮਤਲਬ ਜਿਹੜਾ ਮੇਰਾ ਕੰਮ ਕਿਵੇਂ ਨਹੀਂ ਹੋਏਗਾ। ਮੈਂ ਮਤਲਬ ਉਹਨੂੰ ਕਿਹਾ ਤੂੰ ਜਾ ਕੇ ਹੋਇਆ। ਮੈਂ ਬਾਜਵਾ ਸਾਹਿਬ ਨੂੰ ਫੋਨ ਕੀਤਾ, ਮੈਂ ਕਿਹਾ ਕੰਮ ਤੇ ਇਹਦਾ ਹੋ ਸਕਦਾ ਸੀ ਪਰ ਇਹਦਾ ਬਿਹੇਵੀਅਰ ਹੈ ਕਿ ਇਹਦਾ ਕੰਮ ਕੀਤਾ ਮੈਨੂੰ ਨੁਕਸਾਨ ਹੋਏਗਾ। ਉਹ ਕਹਿੰਦਾ ਤੁਸੀਂ ਕੰਮ ਕਰ ਸਕਦੇ ਹੋ। ਮੈਂ ਕਿਹਾ ਚਾਹੀਏ ਤੁਸੀਂ ਕੰਮ ਕਰ ਸਕਦੇ ਹੋ। ਕਹਿੰਦਾ ਫਿਰ ਇਹਨੂੰ ਰਹਿਣ ਦਿਓ, ਮੇਰਾ ਇੱਕ ਹੋਰ ਰਿਸ਼ਤੇਦਾਰ ਹੈ ਉਹਦਾ ਕੰਮ ਕਰ। ਮਤਲਬ ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਉਸ ਵੇਲੇ ਤੱਕ ਬਾਜਵਾ ਸਾਹਿਬ ਨੂੰ ਕਿ ਵਾਈਸ ਚਾਂਸਲਰ ਕਲਾਸ 4 ਦੀ ਐਡਹੌਕ ਅਪਾਇੰਟਮੈਂਟ ਆਪਣੇ ਲੈਵਲ ਤੇ ਵੀ ਕਰ ਸਕਦਾ। ਮਤਲਬ ਸੋ ਇਸ ਤਰ੍ਹਾਂ ਦੀ ਜਿਹੜੀ ਅਹਿਸਾਸ ਜਿਹੜੇ ਨੇ, ਇਵੇਂ ਹੀ ਮਤਲਬ ਫਿਰ ਨਾਂ ਲੈ ਲਈਏ ਸਤਿਤ ਰਜਿੰਦਰ ਸਿੰਘ ਬਾਜਵਾ, ਇਹ ਵੀ ਇੱਕ ਆਪਣੇ ਬੰਦੇ ਨੂੰ ਕਰਾਉਣਾ ਚਾਹੁੰਦੇ ਸਨ ਤੇ ਉਹਨਾਂ ਕੋਲ ਸਾਲ ਦੇ ਵਿੱਚ ਡਿਸਾਈਡ ਹੀ ਨਹੀਂ ਹੋਇਆ ਕਿ ਕਿਵੇਂ ਉਸ ਜਿਹੜਾ ਉਹ ਕਰ। ਸੋ ਇਹ ਗੱਲ ਕਹਿਣ ਤੋਂ ਹੈ ਕਿ ਜੇ ਆਪ ਹੀ ਅਸੀਂ ਪੜ੍ਹਾ ਦਈਏ ਤੇ ਆਪ ਹੀ ਅਸੀਂ ਉਹਨਾਂ ਦੇ ਮਗਰ ਘੁੰਮ ਲਈਏ, ਉਸ ਤੋਂ ਬਾਅਦ ਆਪ ਹੀ ਉਹਨਾਂ ਨੂੰ ਐਰੋਗੈਂਟਲੀ ਨਾ ਕਰ ਦਈਏ, ਉਹ ਗੱਲ ਕੋਈ ਨਹੀਂ ਹੁੰਦੀ। ਮਤਲਬ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਵਿੱਚ ਨਾ ਲੈ ਕੇ ਵੀ ਜਿਹੜਾ ਉਹ ਜੇ ਕਹੀਏ ਤੇ ਦੱਤੀ ਅੱਜ ਕੱਲ੍ਹ MLA ਹੈ, ਉਸ ਵੇਲੇ ਮੇਅਰ ਸੀ। ਸਵੇਰੇ ਘਰ ਇਵੇਂ ਹੁੰਦਾ ਸੀ ਜਿਵੇਂ ਮਤਲਬ ਜਿਹੜਾ ਛੋਟਾ ਭਰਾ ਹੁੰਦਾ, ਦੂਜਾ ਹੁੰਦਾ, ਚਾਹ ਪੀ ਕੇ ਚਲੇ ਗਏ, ਕਦੀ ਛੋਟੀ ਮੋਟੀ ਸਿਫਾਰਿਸ਼ ਕਰਤੀ ਤੇ ਇਹ ਸਿਫਾਰਿਸ਼ਾਂ ਵੀ ਉਹਨਾਂ ਦੀਆਂ ਕਲਾਸ 4 'ਚ ਅਡੌਕ ਰਖਾਉਣ ਕਿ ਜਾਂ 2 ਮਹੀਨੇ ਲਈ ਕੋਈ ਰੱਖ ਲਓ, ਕੋਈ 3 ਮਹੀਨੇ ਲਈ ਰੱਖ ਲਓ। ਉਹ ਜਿਹੜੇ ਨੇ ਰੱਖਣੇ ਹੁੰਦੇ ਸਨ ਉਹਦੇ ਜ਼ਰੂਰ ਉਹਨਾਂ ਨੂੰ ਅਪਲਾਈ ਜਿਹੜਾ ਸੀ। ਲੇਕਿਨ ਕਿਸੇ ਵੀ ਡਾਇਰੈਕਟ ਪੋਲੀਟੀਸ਼ੀਅਨ ਨੇ ਯੂਨੀਵਰਸਿਟੀ ਦੇ ਮਾਮਲੇ ਦੇ ਵਿੱਚ ਕਦੇ ਵੀ ਕਿਸੇ ਕਿਸਮ ਦੀ ਜਿਹੜੀ ਹੈ ਉਹ ਇੰਟਰਫੇਰੈਂਸ ਨਹੀਂ ਕੀਤੀ, ਚੀਫ ਮਿਨਿਸਟਰ ਤੋਂ ਲੈ ਕੇ MLA ਕਾਰਪੋਰੇਸ਼ਨ ਤੱਕ। ਇਹ ਮੇਰਾ ਪਰਸਨਲ ਐਕਸਪੀਰੀਅੰਸ ਹੈ। ਮਾੜਾ ਐਕਸਪੀਰੀਅੰਸ ਜਿਹੜਾ ਬਲਕਿ ਐਕੈਡਮਿਸ਼ੀਅਨ ਤੋਂ ਹੋਏਗਾ ਜੀ। ਅੱਛਾ, ਵੈਸੇ ਲਾਲਪੁਰਾ ਸਾਹਿਬ ਜਦੋਂ ਮੈਂ ਇਹ ਸਵਾਲ ਨਾਲ ਆਪਾਂ ਡਿਸਕਸ ਕਰ ਰਹੇ ਹਾਂ ਨਾ, ਤੇ ਮੇਰੇ ਸੁਭਾਅ ਦੇ ਵਿੱਚ ਮੈਂ ਜੋ ਦੇਖਦਾ ਆਲੇ ਦੁਆਲੇ 'ਚ ਤੇ ਉਹਦੇ ਉੱਤੇ ਗੱਲ ਕਰਨੀ ਮੁਨਾਸਿਬ ਸਮਝਦਾ ਕਿ ਅੱਜ ਕੱਲ੍ਹ ਫਿਰ ਇੱਕ ਪੋਲੀਟੀਸ਼ੀਅਨਸ ਨੇ ਸਰਗਰਮੀ ਫੜੀ ਹੋਈ ਹੈ। 2022 ਅਜੇ ਵਾਹਵਾ ਦੂਰ ਆ ਤੇ ਸਾਡੇ ਬੰਦੇ ਜਿਹੜੇ ਤੁਰ ਪਏ ਆ। ਇੱਧਰਲੇ ਬੰਨੇ ਬਾਦਲ ਕਿਆਂ ਨੇ ਕਾਫੀ ਸਾਰੀਆਂ ਅਨਾਉਂਸਮੈਂਟਸ ਕਰਤੀਆਂ, ਉਹਦੇ ਅਨਾਉਂਸ ਕਰਤੇ। ਅਜੇ ਕਰੋਨਾ ਦਾ ਖਤਰਾ ਬਹੁਤਾ ਟਲਿਆ ਨਹੀਂ ਸੀ। ਢੀਂਡਸਿਆਂ ਨੇ ਉਧਰਲੇ ਬੰਨੇ 4 ਦਿਨ ਦੇ ਪ੍ਰੋਗਰਾਮ ਉਹ ਲੀਕ ਤੇ ਸ਼ੁੱਕਰਵਾਰ ਤੱਕ ਦੇ। ਉਹਨਾਂ ਨਾਲ ਮੇਰੀ ਗੱਲ ਹੋਈ, ਮੈਂ ਪੁੱਛਿਆ, ਜਾਣਕਾਰੀ ਲਈ ਹੈ। ਕਈ ਹਿੱਸਿਆਂ 'ਚ ਜਾ ਰਹੇ ਆ, ਸੁਖਦੇਵ ਸਿੰਘ ਢੀਂਡਸਾ ਤੇ ਉਹਨਾਂ ਦਾ ਪੁੱਤਰ ਵੀ ਜਾ ਰਿਹਾ। ਕਾਂਗਰਸ ਤਾਂ ਆਪਣੇ ਤੌਰ ਤੇ ਲੱਗੀ ਹੋਈ ਆ ਸੱਤਾ 'ਚ, ਉਹਨੂੰ ਤਾਂ ਬਹੁਤੀ ਸਰਗਰਮੀ ਦੀ ਲੋੜ ਨਹੀਂ, ਉਹ ਤਾਂ ਆਖਰੀ 2-4 ਮਹੀਨੇ 6 ਮਹੀਨੇ ਦੇਖਣਗੇ। ਸੋ ਮੈਂ ਇਹ ਜਾਣਨਾ ਚਾਹ ਰਿਹਾ ਸੀ ਵੀ ਜੇ ਏਜੰਡਾ ਸਿਰਫ ਸੱਤਾ ਗ੍ਰੈਬ ਕਰਨੀ, ਸੱਤਾ ਹਥਿਆਉਣੀ ਹੈ, ਤੇ ਸੱਤਾ ਹਥਿਆ ਕੇ ਪਹਿਲਾਂ ਕੀ ਕਰ ਸੁੱਟਿਆ, ਕਿਹੜੀਆਂ ਪੂਰੀਆਂ ਪਾਲੀਆਂ ਜਿਹੜੀਆਂ ਹੁਣ ਪਾ ਦੇਣੀਆਂ। ਸੋ ਇਹ ਮੇਰਾ ਏਜੰਡਾ ਖਾਸ ਤੌਰ ਤੇ ਇਹ ਸੀਗਾ ਕਿ ਕੋਈ ਮੁੱਦਾ ਨਹੀਂ, ਕੋਈ ਗੱਲ ਨਹੀਂ ਕਰਨ ਵਾਲੀ, ਕੋਈ ਵਿਜ਼ਨ ਨਹੀਂ ਹੈ, ਕੁਝ ਦੇਣ ਲਈ ਕੱਖ ਨਹੀਂ ਗਾ। ਆਖਰ ਕਿਹੜੇ ਰਾਹ ਤੁਰਨਗੇ? ਹੁਣ ਕੀ ਦਿਖਾਉਣਗੇ ਸਾਨੂੰ? ਰੰਧਾਵਾ ਸਾਹਿਬ, 2 ਹੀ ਚੀਜ਼ਾਂ ਹੁੰਦੀਆਂ। ਇੱਕ ਤਾਂ ਆਬਜੈਕਟਿਵ ਕੀ ਹੈਗਾ ਜੀ, ਕੀ ਇਹ ਤੁਹਾਡਾ ਪਰਸਨਲ ਏਜੰਡਾ ਹੈ ਜਿਵੇਂ ਆਪ ਜੀ ਨੇ ਕਿਹਾ, ਜਾਂ ਕੋਈ ਦੇਸ਼ ਦਾ ਏਜੰਡਾ ਜਾਂ ਕੋਈ ਸਟੇਟ ਦਾ ਏਜੰਡਾ ਹੈ। ਇਸ ਵੇਲੇ ਪਿਛਲੇ ਬਦਕਿਸਮਤੀ ਨਾਲ ਪਿਛਲੇ 50-60 ਸਾਲ ਤੋਂ ਜਿਹੜਾ ਨਾ ਤਾਂ ਦੇਸ਼ ਏਜੰਡਾ ਨਾ ਪੰਜਾਬ ਏਜੰਡਾ ਹੈਗਾ ਪਰਸਨਲ। ਤੇ ਪਰਸਨਲ ਏਜੰਡੇ ਵਾਸਤੇ ਅਸੀਂ ਕਿਸ ਨੂੰ ਲੋਕਾਂ ਨੂੰ ਗੁੰਮਰਾਹ ਕਰ ਸਕਦੇ ਹਾਂ ਜਾਂ ਯੂਜ਼ ਕਰ ਸਕਦੇ ਹਾਂ। ਇਹ 2 ਚੀਜ਼ਾਂ ਜਿਹੜੀਆਂ ਜੇ ਤੁਸੀਂ ਇਹਨੂੰ ਸਟੱਡੀ ਕਰੋ ਨਾ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਤੇ ਇਹੋ ਹੀ ਨਜ਼ਰ ਆਉਂਦੀ ਹੈ। ਤੋ ਇਸ ਵੇਲੇ ਕੋਈ ਦੇਸ਼ ਸਿਰਫ ਏਜੰਡਾ ਇਹ ਹੈ ਵੀ ਮਾਈਨਿੰਗ ਤੇ ਕਿਹਨੇ ਕਬਜ਼ਾ ਕਰਨਾ ਜੀ। ਇਹ ਹੈ ਕਿ ਸ਼ਰਾਬ ਮਾਫੀਆ ਦਾ ਜਿਹੜਾ ਕੰਮ ਹੈ ਇਹ ਤਕਰੀਬਨ
83 ਤੋਂ ਬਾਅਦ ਪਹਿਲਾਂ ਅਫਸਰਾਂ ਨੇ ਕਬਜ਼ਾ ਕਰ ਛੱਡਿਆ 9 ਸਾਲ, ਉਸ ਤੋਂ ਬਾਅਦ ਹੁਣ ਜਿਹੜੇ ਅਫਸਰਾਂ ਦੇ ਤੇ ਪੋਲੀਟੀਸ਼ੀਅਨਾਂ ਦਾ ਮਿਲ ਕੇ ਗਰੁੱਪ ਬਣਿਆ ਹੋਇਆ। ਸੋ ਇਹ ਏਜੰਡਾ ਤਾਂ ਹੈਗਾ ਪਰਸਨਲ, ਹਾਊ ਟੂ ਗ੍ਰੈਬ ਦੀ ਪੋਲੀਟੀਕਲ ਪਾਵਰ ਐਂਡ ਯੂਜ਼ ਇਟ ਫਾਰ ਪਰਸਨਲ ਬੈਨੀਫਿਟ, ਜੋ ਮੈਂ ਮਹਿਸੂਸ ਕਰਨਾ। ਉਹਦੇ ਲਈ ਕਿਹੜਾ ਰੂਪ ਬਣ ਕੇ ਆ ਜਾਏ, ਕਿਸ ਤਰ੍ਹਾਂ ਦੇ ਆ ਜਾਏ, ਇਹ ਗੱਲ ਜਿਹੜੀ ਹੈ ਨਾ, ਜਦੋਂ ਅਸੀਂ ਪਹਿਲਾਂ ਇਸ ਤੋਂ ਗੱਲ ਕਰ ਰਹੇ ਸੀਗੇ ਕਿ ਕਿਵੇਂ ਪੋਸਟਿੰਗਾਂ ਜਿਹੜੀਆਂ ਸੀਨੀਅਰ ਅਫਸਰਾਂ ਦੀਆਂ ਮੈਰਿਟ ਤੇ ਹੁੰਦੀਆਂ ਜਾਂ ਪੋਲੀਟੀਸ਼ੀਅਨ ਦਾ ਦਬਾਅ ਹੁੰਦਾ, ਲੇਕਿਨ ਮੈਂ ਤੁਹਾਡੇ ਧਿਆਨ 'ਚ ਲਿਆ ਦਿਆਂ, ਅੱਜ ਤੋਂ 25-30 ਸਾਲ ਪਹਿਲਾਂ, 10-12 ਸਾਲ ਪਹਿਲਾਂ ਤੱਕ, ਪੰਜਾਬ ਦੀ ਗੱਲ ਤਾਂ ਮੈਂ 2010 ਤੱਕ ਕਰਾਂਗਾ, 2009 ਤੱਕ, ਉਦੋਂ ਬਹੁਤ ਸਾਰੇ ਅਫਸਰ ਇੰਨੇ ਸਟਰੋਂਗ ਸੀਗੇ, ਜਿਹੜੇ ਪੁਰਾਣੇ ਓਨੈਸਟ ਅਫਸਰ ਸੀਗੇ, ਜਿਹੜੇ ਆਪਣੀ ਕੁਰਸੀ ਛੱਡਣਾ ਚੰਗਾ ਸਮਝਦੇ ਸੀ, ਲੇਕਿਨ ਮਾੜੇ ਅਫਸਰ ਨੂੰ ਨਹੀਂ ਸੀ ਲੱਗਣ ਦਿੰਦੇ। ਮੈਂ 2-3 ਕੋਟ ਕਰਾਂਗਾ। ਦਾਨੇਵਾਲੀਆ ਸਾਹਿਬ ਦਾ ਨਾਂ ਇਸ ਤਰ੍ਹਾਂ ਦੇ ਅਫਸਰਾਂ ਦੇ ਵਿੱਚੋਂ ਸੀ, ਕਿਰਪਾਲ ਸਿੰਘ ਢਿੱਲੋਂ ਹੋਰੀ ਇਸ ਤਰ੍ਹਾਂ ਦੇ ਸੀਗੇ, OP ਸ਼ਰਮਾ ਸਾਹਿਬ ਇਸ ਤਰ੍ਹਾਂ ਦੇ ਅਫਸਰ ਸੀਗੇ, ਸਰਦਾਰ NPS ਔਲਖ ਸਾਹਿਬ ਇਸ ਤਰ੍ਹਾਂ ਦੇ ਆਦਮੀ ਸੀ ਕਿ ਜਿਹੜੀ ਬੈਸਟ ਟੀਮ ਉਹ ਸਿਲੈਕਟ ਕਰਦੇ ਸੀ। 19-21 ਦਾ ਫਰਕ ਜ਼ਰੂਰ ਹੋ ਜਾਂਦਾ ਸੀਗਾ, ਲੇਕਿਨ ਇਹ ਨਹੀਂ ਸੀ ਕਿ ਕਿਸੇ ਗਲਤ ਬੰਦੇ ਨੂੰ ਸਪੋਰਟ ਕਰ ਦੇਣ, ਜਾਂ ਕਿਸੇ ਹੱਦ ਤੱਕ PC ਡੋਗਰਾ ਵੀ ਇਸ ਸੋਚ ਵਾਲੇ ਆਦਮੀ ਸੀਗੇ। ਲੇਕਿਨ ਹੁਣ ਕੀ ਕਿਹਾ ਗਿਆ ਕਿ ਹੁਣ DGP ਹੀ ਇੰਨਾ ਕਮਜ਼ੋਰ ਹੋ ਗਿਆ ਕਿ ਉਹ ਪੈਰੀਂ ਹੱਥ ਲਾ ਕੇ ਤਾਂ ਪੋਸਟਿੰਗਾਂ ਕਰਾਉਂਦਾ, ਜਾਂ ਚੀਫ ਸੈਕਟਰੀ ਇੰਨਾ ਕਮਜ਼ੋਰ ਹੈ ਤਾਂ ਉਹਨਾਂ ਨੂੰ ਉਹ ਸੰਭਾਲ ਹੀ ਨਹੀਂ ਸਕਦੇ, ਤੇ ਆਪਣੇ ਜਿਹੜੇ ਅਫਸਰ ਹੈ ਉਹਨਾਂ ਨੂੰ ਲੀਡਰਸ਼ਿਪ ਨਹੀਂ ਦੇ ਸਕਦੇ, ਆਪਣੇ ਚੰਗੇ ਅਫਸਰਾਂ ਨੂੰ ਪ੍ਰਮੋਟ ਨਹੀਂ ਕਰ ਸਕਦੇ। ਸੋ ਪਹਿਲੇ ਅਫਸਰ ਜਿਹੜੇ ਆ ਬਹੁਤ ਅੱਛੇ ਅਫਸਰ ਸੀਗੇ। ਲਾਲਪੁਰਾ ਜੀ, ਤੁਹਾਡੀ ਇਸ ਗੱਲ ਨਾਲ ਮੈਂ ਵੈਸੇ ਸਹਿਮਤ ਨਹੀਂ। ਇਸ ਵੇਲੇ ਰਾਜਨੀਤਿਕ ਲੋਕ ਜਿਹੜੇ ਨੇ ਉਹ ਕਮਜ਼ੋਰ ਨੇ, ਤੇ ਅਫਸਰ ਜਿਹੜੇ ਲੋਕ ਨੇ ਉਹ ਜ਼ਿਆਦਾ ਜਿਹੜੇ ਨੇ ਉਹ ਪ੍ਰਭਾਵਸ਼ਾਲੀ ਨੇ। ਉਦਾਹਰਨ ਦੇ ਤੌਰ ਤੇ ਕਿ DGP ਜਿਹੜਾ ਹੈ ਉਸ ਨੂੰ ਪ੍ਰੋਟੈਕਟ ਕਰਨ ਲਈ ਸਟੇਟ ਗਵਰਨਮੈਂਟ ਸਭ ਕੁਝ ਕਰਨ ਨੂੰ ਤਿਆਰ ਹੈ। ਨੰਬਰ 1, ਚੀਫ ਸੈਕਟਰੀ ਦੇ ਲਈ ਮਿਨਿਸਟਰ ਜਿਹੜੇ ਨੇ, ਕੈਬਨਿਟ ਜਿਹੜੀ ਹੈ ਉਸ ਨੂੰ ਚੁੱਕਣਾ ਪਿਆ ਇੱਕ ਡੰਮੀ ਜਿਹੀ ਮਾਫੀ ਜਿਹੀ ਮੰਗ ਕੇ ਉਸ ਤੋਂ ਬਾਅਦ। ਲੇਕਿਨ ਇਵੇਂ ਹੀ ਜੇ ਤੁਸੀਂ ਦੇਖੋਗੇ ਕਿ ਬਾਕੀ ਵੀ ਜਿਹੜੇ ਨੇ, ਈਵਨ ਜਿਹੜਾ ਪ੍ਰਿੰਸੀਪਲ ਸੈਕਟਰੀ ਹੈ, ਕਿ ਚੀਫ ਮਿਨਿਸਟਰ ਮਨਾਉਣ ਵਾਸਤੇ ਉਹਨੂੰ ਕਰ ਜਾਂਦਾ ਹੈ ਤੇ ਉਸ ਤੋਂ ਬਾਅਦ 2 ਵਾਰੀ ਜਿਹੜਾ ਤਰਲੇ ਕਰਦਾ ਹੈ ਤੇ ਫਿਰ ਉਸ ਤੋਂ ਬਾਅਦ ਉਹ ਹਾਂ ਕਰਦਾ, ਦੂਜੇ ਦੀ ਫਿਰ ਨਾਰਾਜ਼ ਹੋ ਜਾਂਦਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਸ ਵੇਲੇ ਬਲਕਿ ਉਲਟੀ ਗੱਲ ਹੈ। ਤੁਸੀਂ ਇਹ ਤੇ ਕਹਿ ਸਕਦੇ ਹੋ ਕਿ ਉਹਨਾਂ ਦੀਆਂ ਬਿਊਰੋਕ੍ਰੇਸੀ ਦੀਆਂ ਦੂਜੀਆਂ ਮਜਬੂਰੀਆਂ ਨੇ, ਲੇਕਿਨ ਜਿੰਨਾ ਮਤਲਬ ਜਿਹੜਾ ਹੈ ਉਹ ਪੋਲੀਟੀਸ਼ੀਅਨ ਥੱਲੇ ਲੱਗ ਕੇ, ਜਿੰਨੀ ਬਿਊਰੋਕ੍ਰੇਸੀ ਇਸ ਵੇਲੇ ਪੰਜਾਬ ਦੀ ਸਟਰੋਂਗ ਹੈ। ਜੇ ਮੈਂ ਇਹ ਗੱਲ ਕਹਾਂ ਕਿ ਅਪਾਇੰਟਮੈਂਟਸ ਵੀ ਮਿਨਿਸਟਰਾਂ ਤੋਂ ਬਗੈਰ, ਨੋਮੀਨੇਸ਼ਨਸ ਵੀ ਮਿਨਿਸਟਰਾਂ ਤੋਂ ਬਗੈਰ ਆਫਿਸਰ ਜਿਹੜੇ ਕਰਦੇ ਨੇ, ਔਰ ਚੀਫ ਮਿਨਿਸਟਰ ਡਾਇਰੈਕਟ ਆਫਿਸਰ ਕਿਹੜੇ ਇਨਫਲੂਐਂਸ ਵਾਲੇ, ਕਿਉਂਕਿ ਉਹਦੀ ਅੱਗੋਂ ਐਡਵਾਈਜ਼ਰ ਦੀ ਟੀਮ ਵੀ ਸਾਰੀ ਅਫਸਰ ਹੈ। ਤੇ ਇਸ ਕਰਕੇ ਇਸ ਵੇਲੇ ਤੇ ਪੋਜੀਸ਼ਨ ਜਿਹੜੀ ਹੈ ਸਿਰਫ ਪੰਜਾਬ ਦੇ ਵਿੱਚ ਅਫਸਰਾਂ ਦਾ ਹੈ। ਮੈਰਿਟ ਜਾਂ ਡੀਮੈਰਿਟ ਦੀ ਜਿਹੜੀ ਹੈ ਉਹ ਗੱਲ ਵੱਖਰੀ ਹੈ, ਲੇਕਿਨ ਅਸੀਂ ਜਿਹੜਾ ਉਹ ਇਹ ਨਹੀਂ ਮੰਨ ਸਕਦੇ ਕਿ ਅਫਸਰ ਨਹੀਂ ਹੈ। ਅਫਸਰ ਤੇ ਪੋਲੀਟੀਸ਼ੀਅਨ ਨੂੰ ਅੱਗੇ ਲਾ ਲਿਆ ਹੈ। ਤੁਸੀਂ ਦੱਸੋ ਕਿ ਮਨਪ੍ਰੀਤ ਬਾਦਲ ਔਰ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਇਹ ਸਾਰੇ ਆਪਣੇ ਆਪ ਨੂੰ ਪਾਵਰਫੁਲ ਮਿਨਿਸਟਰ ਸਮਝ ਕੇ ਵੀ ਜਿਵੇਂ ਇਹਨਾਂ ਨੇ ਸਰੈਂਡਰ ਕੀਤਾ, ਮਤਲਬ ਜਿਹੜਾ ਉਹ ਚੀਫ ਸੈਕਟਰੀ ਕੋਲ, ਕਿ ਚੀਫ ਸੈਕਟਰੀ ਦੇ ਜੀ 2 ਮਹੀਨੇ ਦੀ ਅਪਾਇੰਟਮੈਂਟ ਹੈ, 2 ਮਹੀਨੇ ਦੀ ਉਹਦੀ ਇੱਜ਼ਤ ਜ਼ਿਆਦਾ ਹੈ, ਔਰ ਉਹਦੇ ਮੁਕਾਬਲੇ ਤੇ ਜਿਹੜੀ ਹੈ ਉਹ ਮਿਨਿਸਟਰਾਂ ਦੀ ਕੋਈ ਇੱਜ਼ਤ ਨਹੀਂ, ਔਰ ਉਹ ਪਬਲਿਕਲੀ ਜਿਹੜੇ ਨੇ ਇਨਸਲਟ ਹੁੰਦੇ ਨਹੀਂ। ਪਰ ਡਾਕਟਰ ਸਾਹਿਬ ਇੱਕ ਪਹਿਲੂ ਇਹ ਵੀ ਹੈ ਨਾ, ਇਹ ਵੀ ਪਹਿਲੂ ਆ ਕਿ ਕਾਰਨ ਇਹ ਹੈ ਕਿ ਪਹਿਲਾਂ ਬਾਦਲ ਵਿਅਕਤੀਗਤ ਤੌਰ ਤੇ ਇੰਨੇ ਮਜ਼ਬੂਤ ਸੀ, ਹੁਣ ਕੈਪਟਨ ਵਿਅਕਤੀਗਤ ਤੌਰ ਤੇ ਇੰਨੇ ਮਜ਼ਬੂਤ, ਔਰ ਉਹਨਾਂ ਨੂੰ ਸਭ ਤੋਂ ਸੌਖਾ ਤਰੀਕਾ ਅਫਸਰਸ਼ਾਹੀ ਦੀ ਟੀਮ ਨਾਲ ਕੰਮ ਕਰਦੇ ਆ। ਪੋਲੀਟੀਸ਼ੀਅਨਸ ਦੀਆਂ ਇਸ਼ਾਵਾਂ ਜ਼ਿਆਦਾ ਨੇ, ਔਰ ਜਿਹੜੀ ਅਫਸਰਸ਼ਾਹੀ ਹੈ ਉਹ ਮੌਕੇ ਤੇ ਜਸਮੈਨ ਆ। ਸੋ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਵਾਰਾ ਖਾਂਦਾ ਹੈ। ਨਹੀਂ, ਯੈਸਮੈਨ ਕਾ ਦੀ ਡਾਕਟਰ ਸਾਹਿਬ ਨੂੰ ਦੇਖੋ, ਇੱਕ ਮਿੰਟ ਸਾ ਇਕਬਾਲ ਸਿੰਘ ਜੀ, ਇੱਕ ਮਿੰਟ ਮੈਂ ਨਹੀਂ, ਆਪਾਂ ਸਦਾ ਇਕਬਾਲ ਸਿੰਘ ਲੈ ਲਈਏ, ਇੱਕ ਮਿੰਟ। ਨਹੀਂ, ਮੈਂ ਇੱਕ ਮਿੰਟ ਗੱਲ ਕਰਨ ਚ, ਅਫਸਰ ਜਿਹੜੇ ਨੇ ਉਹੀ ਰੂਲ ਕਰਦੇ ਨੇ, ਨਾ ਕਿ ਅਫਸਰ ਮਜਬੂਰ ਨੇ। ਜੇ ਮਜਬੂਰ ਹੈ ਤੇ MLA ਮਜਬੂਰ ਹੈ, ਮਿਨਿਸਟਰ ਮਜਬੂਰ ਹੈ, ਜਾ ਕੇ ਆਪੋਜੀਸ਼ਨ ਵਾਲੇ ਮਜਬੂਰ ਨੇ ਕਿ ਉਹਨਾਂ ਦੀ ਗੱਲ ਮੰਨੀ ਜਾਣੀ ਕਿ ਨਹੀਂ ਮੰਨੀ ਜਾਣੀ। ਜੇਕਰ ਇੱਕ MLA ਦੇ ਕਹਿਣ ਦੇ ਉੱਤੇ ਇੱਕ SHO ਬਦਲਿਆ ਜਾਏ ਤਾਂ ਸਮਝਦਾ ਮੈਂ ਬੜਾ ਵੱਡਾ ਮਾਰ ਕਰ ਜਾਏ, ਇੰਨੀ ਕੁ ਔਕਾਤ ਪੋਲੀਟੀਸ਼ੀਅਨ ਦੀ ਹੈ। ਹਾਂਜੀ ਡਾਕਟਰ ਸਾਹਿਬ, ਮੈਂ ਦੇਖੋ, ਮੈਂ ਆਪਣੇ ਐਕਸਪੀਰੀਅੰਸ ਤੋਂ ਦੱਸਦਾ, ਔਰ ਇਹਨਾਂ ਅਫਸਰਾਂ ਨਾਲ ਮੈਂ ਕੰਮ ਕੀਤਾ ਜਿਹੜੇ ਇਸ ਵੇਲੇ ਪਾਵਰ 'ਚ ਹੈਗੇ ਆ, ਸਾਰਿਆਂ ਨੂੰ ਮੈਂ ਅੱਛੀ ਤਰ੍ਹਾਂ ਜਾਣਦਾ, ਬਹੁਤ ਕਲੋਜ਼ਲੀ। ਅਫਸਰ ਜਿਹੜੇ ਆ ਨਾ, ਇੱਕ ਮੈਂ ਲਫ਼ਜ਼ ਗੈਂਗ ਤਾਂ ਨਹੀਂ ਵਰਤਾਂਗਾ ਕਿਉਂਕਿ ਇਹ ਬੜਾ ਮਾੜਾ ਸ਼ਬਦ ਹੈ, ਲੇਕਿਨ ਮੈਂ ਗਰੁੱਪ ਜ਼ਰੂਰ ਵਰਤਾਂਗਾ। ਇਹ ਅਫਸਰ ਗਰੁੱਪ ਦੇ ਵਿੱਚ ਵੱਡੇ ਹੋਏ ਆ, ਔਰ ਇੱਕ ਦੂਜੇ ਨੂੰ ਇਹ ਕਰਦੇ ਆ ਸਪੋਰਟ। ਜਿਹੜਾ ਪੋਲੀਟੀਸ਼ੀਅਨ ਹੈਗਾ, ਜਿਵੇਂ ਹੁਣ ਇਹਨਾਂ ਨੇ ਚੀਫ ਮਿਨਿਸਟਰ ਦੇ ਕੋਲ ਜਿਹੜੇ 5 ਐਡਵਾਈਜ਼ਰ ਹੈ,
ਉਹ ਉਹੀ ਬੰਦੇ ਆ ਜਿਹੜੀ ਪਿਛਲੀ ਸਰਕਾਰ ਵੇਲੇ ਸੀ। ਲੇਕਿਨ ਜਿਹੜਾ ਮੁੱਖ ਮੰਤਰੀ ਹੈ ਜਾਂ ਉਹਨਾਂ ਦੇ, ਮੈਨੂੰ ਹੁਣ ਦਾ ਵੀ ਯਾਦ ਹੈ, ਅੱਜ ਦੀ ਮੈਂ ਗੱਲ ਕਰਦਾ, ਮੈਂ ਇੱਕ ਵਾਰੀ ਆਰਟੀਕਲ ਲਿਖਿਆ ਸੀ, ਪੇ ਬਿਟਰੇ ਐਂਡ ਇੰਜੋਏ, ਪੈਸਾ ਤੇ ਧੋਖਾ ਦਿਓ ਤੇ ਮੌਜਾਂ ਕਰੋ। ਇਹ ਜਿਹੜੀ ਇਹਦਾ ਪਾਲਿਸੀ ਜਿਹੜੀ ਹੈ ਅਫਸਰਾਂ ਦੀ ਇਹੋ ਹੀ ਹੈ ਕਿ ਜਿਹੜੀ ਸਰਕਾਰ ਹਲੇ ਆਉਣੀ ਹੈ। ਇੱਕ SSP ਨੂੰ ਮੈਂ ਮਿਲਿਆ ਥੋੜੇ ਦਿਨ ਪਹਿਲਾਂ ਦੀ ਗੱਲ ਹੈ, ਮੈਂ ਇਸ ਵੇਲੇ ਬੜਾ ਚੰਗੇ ਜ਼ਿਲ੍ਹੇ 'ਚ ਲੱਗਾ, ਮੈਂ ਕਿਹਾ ਕਿਵੇਂ ਚੱਲ ਰਿਹਾ, ਕਹਿਣ ਲੱਗਾ ਜੀ ਮੇਰੀ ਸੁਖਬੀਰ ਜੀ ਨਾਲ ਤੀਜੇ ਇੱਕ ਦਿਨ ਗੱਲ ਹੋ ਜਾਂਦੀ ਹੈ। ਔਰ ਉਹ ਲੋਕ ਬੈਠੇ ਆ 26 ਸਾਲ ਤੋਂ ਕਰਟਸੀ ਪੋਲੀਟੀਸ਼ੀਅਨਾਂ ਨੂੰ ਬੇਵਕੂਫ ਬਣਾ ਕੇ ਜਾਂ ਜੋ ਮਰਜ਼ੀ ਕਰ ਲਓ, ਲੇਕਿਨ ਇੱਕ ਗਰੁੱਪ ਬਣਿਆ ਹੋਇਆ ਅਫਸਰ ਦਾ ਤੁਸੀਂ ਦੇਖ ਲਓ, ਕੋਈ ਬੰਦਾ ਰੱਜਦਾ ਨਹੀਂ ਤਾਂ ਆਰਮੀ ਦੀ ਕਮਾਂਡ 3 ਸਾਲ ਕਰਕੇ ਬੰਦਾ ਵਿਹਲਾ ਹੋ ਜਾਂਦਾ ਕਿ 3 ਸਾਲ ਮੇਰੇ ਪੂਰੇ ਹੋ ਗਏ। ਅਫਸਰਾਂ ਦਾ ਇਹ ਹੈ ਕਿ ਆਫਟਰ ਰਿਟਾਇਰਮੈਂਟ ਇਹਨਾਂ ਨੂੰ ਫੇਰ ਹੀ ਅਪਾਇੰਟਮੈਂਟ ਚਾਹੀਦੀ ਹੈ। ਥੱਲੇ ਤੱਕ ਇਹ ਹੈ ਕਿ ਥੱਲੇ ਇਹਨਾਂ ਨੇ ਪੈਰ ਬਿਲਕੁਲ ਚੁੱਕੇ ਹੋਏ ਆ। SHO ਜਿਹੜਾ ਹੈ ਉਹ MLA ਦੀ ਮਰਜ਼ੀ ਦਾ ਲੱਗਦਾ, ਜਿਹੜੇ ਪੈਸੇ ਇਕੱਠੇ ਹੁੰਦੇ ਆ ਉਹ ਵੀ ਇਕੁਅਲੀ ਡਿਸਟ੍ਰੀਬਿਊਟ ਹੁੰਦੇ ਆ। ਤੁਸੀਂ ਹੈਰਾਨ ਹੋਗੇ ਕਿ ਅਸੀਂ ਤਾਂ ਹੁਣ, ਮੈਂ ਤਾਂ ਪਿੰਡ 'ਚ ਰਹਿਣਾ, ਲੋਕ ਮੇਰੇ ਕੋਲ ਆਉਂਦੇ ਆ ਤੇ ਅਸੀਂ ਕਦੇ ਵੀ SSP ਨੂੰ ਅਪਰੋਚ ਨਹੀਂ ਕੀਤਾ। ਵੀ ਹੈਵ ਨੈਵਰ ਅਪਰੋਚ ਦੀ SSP ਔਰ ਦੀ DIG ਔਰ DG ਦੀ ਤਾਂ ਗੱਲ ਹੀ ਛੱਡੋ। ਸਾਨੂੰ ਪਤਾ ਕਿ ਜੇ ਲੋਕਲ MLA ਨੇ ਗੱਲ ਕੋਈ ਕਹਿਣੀ ਹੈ ਤੇ ਜੇ ਅਸੀਂ ਕਿਸੇ ਦੀ ਮਦਦ ਕਰਨੀ ਚਾਹੁੰਦੇ ਹਾਂ ਤੇ ਵੀ ਓਨਲੀ ਅਪਰੋਚ ਦੀ ਲੋਕਲ MLA, ਭਾਵੇਂ ਉਹ ਕੋਈ ਵਿਰੋਧੀ ਪਾਰਟੀ ਦਾ ਹੋਵੇ। ਉਹਨੂੰ ਕਹੀਦਾ ਯਾਰ ਦੇਖ ਤੂੰ ਸੱਜਣ ਹੈ ਤੇ ਇਹਨੂੰ ਕਹਿ ਦਿਓ। ਮੈਂ ਪਰਸਨਲ ਮਿਸਾਲ ਤੁਹਾਨੂੰ ਦਿੰਦਾ ਕਿ ਇੱਕ ਬੜਾ ਅਮੀਰ ਆਦਮੀ ਔਰ ਇੱਕ ਅੱਛਾ ਆਦਮੀ, ਉਹਨੂੰ ਪੁਲਿਸ ਨੇ ਫੜ ਲਿਆ ਸਵੇਰੇ 5 ਵਜੇ ਸੈਰ ਕਰਦਿਆਂ, ਉਹਦੇ ਨਾਲ ਇੱਕ ਹੋਰ ਆਗੂ ਫੜ ਲਿਆ ਤੇ ਮੈਨੂੰ ਉਹਨਾਂ ਨੇ, ਸਾਡਾ ਰਿਸ਼ਤੇਦਾਰ ਸੀ, ਉਹਨੇ ਮੈਨੂੰ ਅਪਰੋਚ ਕੀਤਾ ਕਿ ਮੈਨੂੰ ਭਾਜੀ ਫੜ ਲਿਆ, ਸਾਲ ਦੀ ਗੱਲ ਹੈ। ਮੈਂ SSP ਨੂੰ ਟੈਲੀਫੋਨ ਕੀਤੀ, ਉਹਨਾਂ ਤੇ ਜੀ ਖਿਲਾਫ ਬੜੀ ਵੱਡੀ ਰਿਪੋਰਟ ਹੈ ਤੇ DGP ਸਾਹਿਬ ਆਏ ਹੋਏ ਆ, ਮੈਂ ਤੁਹਾਨੂੰ ਅੱਧੇ ਘੰਟੇ ਟੈਲੀਫੋਨ ਕਰਦਾ, ਉਹਦਾ ਮੈਨੂੰ ਟੈਲੀਫੋਨ ਨਹੀਂ ਆਇਆ। ਮੈਂ IG ਸਾਹਿਬ ਜਿਹੜੇ ਉਸ ਵੇਲੇ ਦੇ ਸੀ, ਹੁਣ ਤਾਂ ਐਡੀਸ਼ਨ DGP ਸਾਹਿਬ ਹੈ, ਉਹ ਮੇਰੇ ਨਾਲ ਉਹਨਾਂ ਨੇ ਕੰਮ ਕੀਤਾ ਸੀ। ਮੈਂ IG ਸਾਹਿਬ ਨੂੰ ਟੈਲੀਫੋਨ ਕੀਤਾ, ਮੈਂ ਕਿਹਾ IG ਸਾਹਿਬ ਤੁਸੀਂ ਇਹ ਜਿਹੜਾ ਬੰਦਾ ਬੇਗੁਨਾਹ ਆ, ਸਾਡਾ ਰਿਸ਼ਤੇਦਾਰ ਹੈ, ਤੇ ਇਹਨੂੰ ਛੁਡਾਓ। ਉਹ ਕਹਿਣ ਲੱਗੇ ਯਾਰ ਇਹਦੇ ਖਿਲਾਫ ਨਾ ਕੋਈ DGP ਨੇ ਕੰਪਲੇਂਟ ਕੀਤੀ ਹੈ ਸਰ। ਮੈਨੂੰ ਤਾਂ ਸਰ ਕਹਿੰਦੇ ਵਿਚਾਰੇ ਅੱਜ ਵੀ, ਤੇ ਕਹਿਣ ਲੱਗੇ ਸਰ ਇਹਦੇ ਖਿਲਾਫ ਨਾ DGP ਸਾਹਿਬ ਕੋਲ ਅਪਰੋਚ ਕੀਤੀ ਹੈ, ਅਸੀਂ ਇਹਨਾਂ ਨੂੰ ਸ਼ਾਮ ਤੱਕ ਛੱਡ ਦਿਆਂਗੇ। ਉਹ ਚਲੋ ਮੈਂ ਕਿਹਾ ਹੋ ਜਾਏਗਾ। ਅਸੀਂ ਹੋਰ ਢੰਗ ਨਾਲ ਵੀ ਗੱਲ ਕੀਤੀ। 2 ਵਜੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, ਆਪਣਾ ਜਿਹੜੇ ਫੜੇ ਹੋਏ ਆ, ਕਹਿਣ ਲੱਗੇ ਗੱਲ ਅਸਲ ਇਹ ਹੈ ਕਿ ਮੈਨੂੰ ਫਲਾਣੇ ਪੋਲੀਟੀਸ਼ੀਅਨ ਨੇ ਫੜਾਇਆ ਹੋਇਆ ਤੇ ਤੁਸੀਂ ਕਾਈਂਡਲੀ ਉਹਨਾਂ ਨੂੰ, ਪੋਲੀਟੀਸ਼ੀਅਨ ਤੁਹਾਡਾ ਦੋਸਤ ਹੈ, ਉਹਨੂੰ ਟੈਲੀਫੋਨ ਕਰ ਦਿਓ। ਉਹ ਪੋਲੀਟੀਸ਼ੀਅਨ ਨੂੰ ਮੈਂ ਕਹਿੰਦਾ ਜੀ ਉਸ ਵੇਲੇ ਛੱਡ ਦਾਂਗੇ। ਮੈਂ ਪੋਲੀਟੀਸ਼ੀਅਨ ਨੂੰ ਟੈਲੀਫੋਨ ਕੀਤਾ, ਮੈਂ ਕਿਹਾ ਭਾਈ ਸਾਹਿਬ ਉਹ ਬੰਦਾ ਸਾਡਾ ਰਿਸ਼ਤੇਦਾਰ ਹੈ। ਕਹਿੰਦੇ ਜੀ ਬੰਦਾ ਤਾਂ ਮਾੜਾ ਹੀ ਹੈ, ਪਰ ਚਲੋ ਮੈਂ ਹੁਣੇ ਕਹਿ ਕੇ ਛਡਾ ਦਿੰਦਾ। ਤੇ 15 ਮਿੰਟ ਦੇ ਵਿੱਚ ਬੰਦਾ ਛੱਡਿਆ ਗਿਆ। ਮੈਂ ਸਮਝਦਾ ਵੀ ਉਸ SSP ਨੂੰ, ਨੈਕਸਟ ਡੇ ਮੈਨੂੰ ਉਹਨਾਂ ਦਾ IG ਸਾਹਿਬ ਦਾ ਟੈਲੀਫੋਨ ਆਇਆ, ਕਹਿਣ ਲੱਗੇ ਜੀ ਤੁਹਾਡਾ ਉਹ ਬੰਦਾ ਫਿਰ ਛੱਡਿਆ ਗਿਆ ਜੀ, ਤੁਸੀਂ ਮੈਨੂੰ ਦੱਸਿਆ ਨਹੀਂ। ਮੈਂ ਕਿਹਾ ਯਾਰ ਕੀ ਸਵਾਦ ਛੱਡਣਾ, ਸਾਨੂੰ ਤਾਂ ਸ਼ਰਮ ਆਉਂਦੀ ਹੈ ਕਿ ਅਸੀਂ ਇਸ ਮਹਿਕਮੇ ਵਿੱਚ ਕੰਮ ਕੀਤਾ ਤੇ ਤੁਸੀਂ ਇਸ ਤਰ੍ਹਾਂ ਪੋਲੀਟੀਸ਼ੀਅਨਾਂ ਦੇ ਹੱਥਾਂ ਦੇ ਵਿੱਚ ਖੇਡਦੇ ਹੋ ਔਰ ਇਹ ਕੰਮ ਕਰ ਰਹੇ ਹੋ। ਇਹ ਤਾਂ ਬੜੀ ਮਾੜੀ ਗੱਲ ਹੈਗੀ ਆ। ਤੁਸੀਂ ਆਫਟਰ ਆਲ ਅਫਸਰ ਹੈਗੇ ਹੋ, ਤੁਸੀਂ ਆਪਣੇ SSP ਨੂੰ ਕੰਟਰੋਲ ਨਹੀਂ ਕਰ ਸਕਦੇ। ਆਪਣੇ ਦੂਜੇ ਗੱਲ ਬੇਸਿਕਲੀ ਵੀ ਕੈਨ ਕੋਟ ਹੰਡਰਡਸ ਆਫ ਪਰਸਨਲ ਐਗਜ਼ਾਮਪਲਸ ਜਿੱਥੇ ਪੋਲੀਟੀਸ਼ੀਅਨ ਦੇ ਕਹਿਣ ਤੇ ਕੰਮ ਹੁੰਦੇ ਆ। ਅਫਸਰ ਤਾਂ ਐਗਜ਼ਿਸਟ ਹੀ ਨਹੀਂ ਕਰਦੇ। ਅਫਸਰ ਤਾਂ ਇੱਕ ਟੂਲ ਹੈ, ਉਹ ਆਪਣੇ ਆਪ ਨੂੰ ਆਫਰ ਕਰਦੇ ਕਿ ਜਿਹਦੀ ਪੱਗ ਲਵਾਣੀ ਮੇਰੇ ਕੋਲ ਲਵਾ ਲਓ, ਜਿਹਨੂੰ ਕਰਨਾ ਪੈਸੇ ਹਾਂ ਅਸੀਂ ਬਰਾਬਰ ਸ਼ੇਅਰ ਕਰਾਂਗੇ। ਮਾਈਨਿੰਗ ਦੇ ਵਿੱਚ ਸਾਡਾ ਬਰਾਬਰ ਹਿੱਸਾ। ਤੁਹਾਡੇ ਵੇਲੇ ਵੀ ਤਾਂ ਇਹ ਸਾਰਾ ਕੁਝ ਹੁੰਦਾ, ਲੋਕ ਇਹ ਸਵਾਲ ਪੁੱਛ ਹੀ ਲੈਂਦੇ ਆ ਕਿ ਤੁਹਾਡੇ ਵੇਲੇ ਵੀ ਤਾਂ ਸਭ ਹੁੰਦਾ ਹੀ ਰਿਹਾ ਹੋਊਗਾ। ਤੁਹਾਨੂੰ ਨਹੀਂ, ਸਾਡੇ ਵੇਲੇ ਇਸ ਤਰ੍ਹਾਂ ਹੁੰਦਾ ਸੀ ਕਿ ਮੈਂ 83.5 ਕਿਲੋ ਹੈਰੋਇਨ ਫੜੀ ਤਰਨਤਾਰਨ, ਇੱਕ ਪੋਲੀਟੀਸ਼ੀਅਨ ਦੀ ਸੀਗੀ। ਕੋਸ਼ਿਸ਼ ਸਾਨੂੰ ਪੁਲਿਸ ਦਾ ਕੰਮ ਆਉਂਦਾ ਸੀ, ਮੈਂ ਮੁਕੱਦਮਾ ਦਰਜ ਕਰਤਾ। ਉਹ CM ਸਾਹਿਬ ਦੇ ਦਫ਼ਤਰੋਂ ਵੀ ਕਿਹਾ ਜੀ ਪਰਚਾ ਨਾ ਜੀ ਘੱਟ ਕਰ ਦਿਓ, ਹੋ ਗਿਆ। ਉਹਨਾਂ ਨੇ ਅਗਲੇ ਦਿਨ ਜਾ ਕੇ CM ਨੂੰ ਕਹਿਣ ਲੱਗੇ ਵੀ ਅਸੀਂ ਇਹਨੂੰ ਇੱਥੇ ਰੱਖਣਾ ਨਹੀਂ, ਤੇ ਨੈਕਸਟ ਡੇ ਮੈਨੂੰ ਇਨਾਮ ਦੀ ਬਜਾਏ ਮੇਰੀ ਟ੍ਰਾਂਸਫਰ ਹੋ ਗਈ। ਸੇਮ ਵਾਸ ਦੀ ਕੇਸ ਇਨ ਕਪੂਰਥਲੇ ਵੀ 55 ਕਿਲੋ ਹੈਰੋਇਨ ਫੜੀ। ਲੇਕਿਨ ਅਸੀਂ ਪੋਲੀਟੀਸ਼ੀਅਨਾਂ ਨੂੰ ਕਹਿ ਦਿੰਦੇ ਸੀਗੇ ਕਿ ਦੇਖੋ ਜੀ ਆਹ ਕੰਮ ਇੰਨਾ ਕਿ ਇੱਜ਼ਤ, ਜਿਵੇਂ ਡਾਕਟਰ ਸਾਹਿਬ ਨੇ ਬੜੀ ਅੱਛੀ ਐਗਜ਼ਾਮਪਲ ਕੋਟ ਕੀਤੀ, ਆਈ ਹੈਵ ਬੀਨ ਫੋਲੋਇੰਗ ਦੀ ਸੇਮ, ਕਿ ਰਿਸਪੈਕਟ ਪੂਰੀ ਦਿਓ, ਆਇਆ ਨੂੰ ਚਾਹ ਵੀ ਪਿਲਾਓ। ਜੇ ਮਿਨਿਸਟਰ ਹੈਗੇ ਮੇਰੇ ਕੋਲ, ਕਪੂਰਥਲੇ 4 ਹੀ ਮੰਤਰੀ ਸੀਗੇ, ਤਰਨਤਾਰਨ ਦੇ ਵਿੱਚ ਵੀ ਆਦੇਸ਼ ਪ੍ਰਤਾਪ ਸਿੰਘ ਜੀ ਵੀ, ਬ੍ਰਹਮਪੁਰਾ ਸਾਹਿਬ ਵੀ, ਇਹ ਸਾਰੇ ਸੀਨੀਅਰ ਪੋਲੀਟੀਸ਼ੀਅਨ। ਅੰਮ੍ਰਿਤਸਰ ਦੇ ਵਿੱਚ ਉਹਨਾਂ ਨੂੰ ਸਤਿਕਾਰ ਦੇਣਾ, ਲੋੜ ਪੈਣ ਤੇ ਮੰਤਰੀ ਜੀ ਦੇ ਕੋਲ ਆਪ ਵੀ ਚੱਲ ਕੇ ਜਾਣਾ ਔਰ ਉਹਨਾਂ ਦੇ, ਲੇਕਿਨ ਕੰਮ ਕਰਨ ਵੇਲੇ ਉਹਨਾਂ ਨੂੰ ਦੱਸਦੀ ਸੀ ਜੀ ਕੰਮ ਗਲਤ ਆ, ਆਪਾਂ ਇਹ ਨਹੀਂ ਕਰਨਾ। ਔਰ ਮੈਂ ਇਸ ਗੱਲ ਦਾ ਆਪ ਵੀ ਹੈਗਾ
ਕਿ 50 to 60% ਉਹ ਮੰਨ ਜਾਂਦੇ ਸੀ ਕਿ ਗਲਤ ਕੰਮ ਨਾ ਕਰਿਓ। ਪਰ ਜਦੋਂ ਅਸੀਂ ਆਪ ਹੀ ਇਹ ਫੈਸਲਾ ਕਰ ਲੈਂਦੇ ਆ ਕਿ ਅਸੀਂ ਪੋਲੀਟੀਸ਼ੀਅਨ ਨੂੰ ਪੁੱਛਣਾ, ਦੱਸੋ ਜੀ ਕੰਮ, ਉਹਦੇ ਭਤੀਜੇ ਦਾ ਕੀ ਕੰਮ ਕਰਨਾ, ਜ਼ਮੀਨਾਂ ਤੇ ਅਸੀਂ ਕਬਜ਼ੇ ਕਰਾ ਦਈਏ, ਹੋਰ ਕਰਾ ਦਈਏ। ਸੋ ਉਹ ਬ੍ਰਾਂਡ ਜਿਹੜੀ ਸੀ ਨਾ, ਜਿਹੜੀ ਬਰੀਡ ਹੈਗੀ ਅਫਸਰਾਂ ਦੀ, ਉਹ ਖਤਮ ਹੋ ਗਈ। ਹੁਣ ਤਾਂ ਅਫਸਰਾਂ ਦੀ ਬਰੀਡ ਉਹ ਹੈ, ਜੇ ਚੀਫ ਸੈਕਟਰੀ ਤੇ ਇਲਜ਼ਾਮ ਹੈ ਤੇ ਇਲਜ਼ਾਮ ਇਹ ਹੈਗਾ ਕਿ ਉਹਦੇ ਆਪਣਾ ਬੇਟਾ ਐਕਸਾਈਜ਼ ਦੇ ਵਿੱਚ ਇਨਵੋਲਵਡ ਹੈ, ਔਰ ਜਿਹੜੇ ਡੀਜੀਪੀ ਸਾਹਿਬ ਹੈ ਉਹਨੂੰ ਅਨਸੀਟ ਕੀਤਾ ਹੋਇਆ, ਔਰ ਉਹ ਜਿਹੜੇ ਹੈ 10ਵੇਂ ਨੰਬਰ ਦੇ ਸੀਗੇ, ਉਹ ਤਾਂ ਜੋ ਉਂਗਲ ਦੇਣੀ ਹੈ ਉਹਨਾਂ ਨੇ ਕਰਨਾ ਹੀ ਕਰਨਾ। ਹੀ ਵਾਸ ਨਾਟ ਦੀ ਸੀਨੀਅਰ ਮੋਸਟ ਪਰਸਨ ਸਿਲੈਕਟਡ। ਹਾਂਜੀ, ਸੋ ਇਹ ਚੀਜ਼ਾਂ ਨੇ, ਇਹ ਕੱਚੇ ਪੈਰਾਂ ਤੇ ਅਫਸਰ ਹੈ। ਉੱਪਰ ਵਾਲੇ ਆਪਣੀਆਂ ਕੁਰਸੀਆਂ ਲੈ ਕੇ ਬੈਠੇ ਹੈ, ਥੱਲੇ ਵਾਲੇ ਜਿਹੜੇ ਆ ਟੋਟਲੀ ਐਟ ਦੀ ਮਰਸੀ ਆਫ ਦੀ ਪੋਲੀਟੀਸ਼ੀਅਨ। ਦੇਖੋ ਤੇ ਉਹ ਜੇ ਪੋਲੀਟੀਸ਼ੀਅਨ ਚਾਹੁੰਦਾ ਇਹ ਕੰਮ ਹੋਏ ਤੇ ਨਹੀਂ ਹੋਵੇ ਤੇ ਨਾ। ਇਕਬਾਲ ਸਿੰਘ ਜੀ, ਕੱਚੇ ਪੈਰਾਂ 'ਚ ਕੋਈ ਨਹੀਂ। ਸਵਾਲ ਇਹ ਹੈ ਕਿ ਜਿਹੜੀ ਆਫੀਸਰ ਜਿਹੜਾ, ਭਾਵੇਂ ਉਹ ਛੋਟੇ ਪੱਧਰ ਤੇ ਹੈ ਤੇ ਭਾਵੇਂ ਉਹ ਵੱਡੇ ਪੱਧਰ ਤੇ ਹੈ, ਜੇਕਰ ਉਹ ਆਪਣਾ ਹਲਵਾ ਮੰਡਾ ਪੂਰਾ ਕਰ ਰਿਹਾ ਤੇ ਉਹ ਕਿਸੇ ਨਾ ਕਿਸੇ ਅੱਗੇ ਝੁਕ ਰਿਹਾ, ਔਰ ਉਹ ਝੁਕਣ ਦਾ ਕਾਰਨ ਵੀ ਹੈ ਕਿ ਛੋਟੇ ਛੋਟੇ ਕੰਮਾਂ ਲਈ ਉਹ ਝੁਕਦਾ ਹੈ, ਵੱਡੇ ਕੰਮਾਂ ਦੇ ਲਈ ਉਹ ਕਿਸੇ ਵੀ ਮਿਨਿਸਟਰ ਨੂੰ, ਕਿਸੇ ਵੀ ਐਮਐਲਏ ਨੂੰ ਓਬਲਾਈਜ਼ ਜਿਹੜਾ ਉਹ ਨਹੀਂ ਕਰਦਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਸ ਵੇਲੇ ਜੇ ਅਸੀਂ ਗੱਲ ਕਹੀਏ ਪੰਜਾਬ ਦੇ ਵਿੱਚ ਰਾਜ ਕਿਹਦਾ, ਬਿਊਰੋਕ੍ਰੇਸੀ ਦਾ, ਪੋਲੀਟੀਸ਼ੀਅਨਸ ਹੈ ਕਿ ਇੰਟੈਲੈਕਚੁਅਲ ਦਾ। ਔਰ ਜੇਕਰ ਇਹਦੇ 'ਚ ਕਲੀਅਰ ਕਹੀਏ ਕਿ ਇੰਟੈਲੈਕਚੁਅਲ ਜਾਂ ਜਿਹੜੇ ਰੀਅਲ ਗਾਈਡ ਹੋ ਸਕਦੇ ਨੇ, ਜਿਵੇਂ ਚੀਫ ਮਿਨਿਸਟਰ ਆਫਿਸ ਦੇ ਵਿੱਚ ਵੀ ਐਡਵਾਈਜ਼ਰ ਨੇ, ਵੱਖ-ਵੱਖ ਮਿਨਿਸਟਰੀਆਂ ਵਿੱਚ ਵੀ ਐਡਵਾਈਜ਼ਰ ਨੇ, ਉਹ ਸਾਰੇ ਐਡਵਾਈਜ਼ਰ ਜਿਹੜੇ ਨੇ ਉਹ ਡੰਮੀ ਐਡਵਾਈਜ਼ਰ ਨੇ, ਔਰ ਉਹ ਪੈਸੇ ਇਕੱਠੇ ਕਰਕੇ ਦੇਣ ਵਾਸਤੇ, ਨਜਾਇਜ਼ ਕੰਮ ਕਰਨ ਵਾਸਤੇ ਉਹ ਇੱਕ ਨਵਾਂ ਜਿਹੜਾ ਹੈ ਇੱਕ ਸੈਂਟਰ ਆਫ ਪਾਵਰ ਜਿਹੜਾ ਹੈ ਉਹ ਡਿਵੈਲਪ ਹੋ ਗਿਆ, ਜਿਹੜਾ ਕਿ ਬਿਊਰੋਕ੍ਰੇਸੀ ਦੇ ਨਾਲ ਸਿੰਕਰੋਨਾਈਜ਼ਡ ਵੀ ਹੈ, ਔਰ ਬਿਊਰੋਕ੍ਰੇਸੀ ਨੂੰ ਸਟਰੈਂਥ ਵੀ ਕਰਦਾ, ਔਰ ਬਿਊਰੋਕ੍ਰੇਸੀ ਦਾ ਪਾਰਟ ਵੀ ਜਿਹੜਾ ਹੈ ਉਹ ਬਣ ਜਾਂਦਾ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਸ ਵੇਲੇ ਅਸੀਂ ਟੋਟਲ ਪੋਲੀਟੀਕਲ ਸਿਸਟਮ ਦੀ ਗੱਲ ਕਰਨੇ ਆ, ਔਰ ਉਸ ਪੋਲੀਟੀਕਲ ਸਿਸਟਮ ਦੇ ਵਿੱਚ ਜਦੋਂ ਅਸੀਂ ਰਹਿ ਕੇ ਕੁਝ ਵੀ ਸੋਚਦੇ ਹਾਂ ਤੇ ਇਸ ਵੇਲੇ ਸਾਨੂੰ ਇਸ ਤਰ੍ਹਾਂ ਲੱਗਦਾ, ਮੇਰੀ ਇਹ ਗੱਲ ਨਹੀਂ, ਤੁਹਾਡੀ ਗੱਲ ਜਿਹੜੀ ਹੈ ਰੰਧਾਵਾ ਸਾਹਿਬ ਨੇ ਪਹਿਲਾਂ ਗੱਲ ਕਹੀ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸਨ ਉਹ ਡਾਇਰੈਕਟਲੀ ਇਨਵੋਲਵ ਹੁੰਦੇ ਸਨ, ਪਰ ਪ੍ਰਕਾਸ਼ ਸਿੰਘ ਬਾਦਲ ਵੀ ਫੈਸਲੇ ਉਹੀ ਕਰਦੇ ਸਨ ਜਿਹੜੇ ਉਹਨਾਂ ਨੂੰ ਬਿਊਰੋਕ੍ਰੇਸੀ ਜਿਹੜੀ ਸੀ ਗਾਈਡ ਕਰਦੀ ਸੀ। ਇਹ ਠੀਕ ਹੈ ਕਿ ਉਹ ਐਡਵਾਈਜ਼ਰ ਦੂਜੇ ਜਿਹੜੇ ਰੱਖੇ ਹੁੰਦੇ ਸਨ ਉਹਨਾਂ ਦੇ ਨਾਲ ਇਸ਼ਾਰੇ ਨਾਲ ਉਹ ਕੰਮ ਜਿਹੜਾ ਨਹੀਂ ਸੀ ਕਰਦੇ, ਲੇਕਿਨ ਫਿਰ ਵੀ ਉਹਨਾਂ ਦੀ ਡਾਇਰੈਕਟ ਜਿਹੜੀ ਹੈ ਇੰਟਰਫੇਰੈਂਸ ਹੁੰਦੀ ਸੀ, ਔਰ ਉਹ ਆਪਣੀ ਮਰਜ਼ੀ ਦੇ ਬੰਦੇ ਹੀ। ਜੇ ਤੁਸੀਂ ਇਹ ਦੇਖੀਏ ਕਿ ਉਹਨਾਂ ਨੇ ਜਿਹੜੇ ਚੀਫ ਸੈਕਟਰੀ ਲਾਏ, ਸਾਰੇ ਕੁਝ ਲਾਏ, ਉਹ ਸਾਰੇ ਜਾਂ ਰਿਸ਼ਤੇਦਾਰੀਆਂ ਚੋਂ ਲਵਾਏ ਜਾਂ ਪਿੰਡਾਂ ਵਿੱਚੋਂ ਲਵਾਏ, ਜਾਂ ਉਹਨਾਂ ਦਾ ਜਿਹੜਾ ਜਿਨ੍ਹਾਂ ਦੇ ਐਕਸਪੀਰੀਅੰਸ ਦੇ ਵਿੱਚ ਉਹਨਾਂ ਦੇ ਕੰਮ ਹੋਏ। ਸੋ ਕਿਸੇ ਨੇ ਪੱਕੇ ਪੈਰੀ ਕੰਮ ਕੀਤਾ, ਕਿਸੇ ਨੇ ਕੱਚੇ ਪੈਰੀ ਕੰਮ ਕੀਤਾ, ਲੇਕਿਨ ਜਿਹੜੀ ਗੱਲ ਸ਼ੁਰੂ ਤੇ ਰੰਧਾਵਾ ਸਾਹਿਬ ਨੇ ਕੀਤੀ ਸੀ ਕਿ ਆਮ ਜਨਤਾ ਦਾ ਕੀ ਹਾਲ ਹੈ, ਆਮ ਜਨਤਾ ਦਾ ਪਹਿਲਾਂ ਵੀ ਮਾੜਾ ਹਾਲ ਸੀ, ਆਮ ਜਨਤਾ ਦਾ ਹੁਣ ਵੀ ਮਾੜਾ ਹਾਲ ਹੈ। ਹੁਣ ਵੀ ਅਸੀਂ ਜਿਹੜਾ ਉਹ ਆਮ ਜਨਤਾ ਦੇ ਜਿਹੜੀ ਹੈ ਮਿਜ਼ਰੀਜ਼ ਦੇ ਵਿੱਚ ਅਸੀਂ ਕੋਈ ਕੰਸਰਨ ਨਹੀਂ, ਭਾਵੇਂ ਉਹ ਇਲੈਕਸ਼ਨ ਹੋਣ ਤੇ ਭਾਵੇਂ ਉਹ ਜਿਹੜੀਆਂ ਨੇ ਕੋਈ ਸਿਫਾਰਿਸ਼ਾਂ ਕਰਕੇ। ਡਾਕਟਰ ਸਾਹਿਬ ਮੈਨੂੰ ਸਿਰਫ ਕੁਝ ਸੈਕਿੰਡ ਦਿਓ। ਦਰਸ਼ਕੋ ਸਰੋਤਿਓ, ਬੇਨਤੀ ਇਹ ਹੈ ਕਿ ਅਸੀਂ ਅਕਸਰ ਪੰਜਾਬ ਟੈਲੀਵਿਜ਼ਨ ਦੇ ਮੰਚ ਤੋਂ ਲਗਾਤਾਰ ਤੁਹਾਡੇ ਰੂਬਰੂ ਰਹੇ ਹਾਂ ਔਰ ਹਰੇਕ ਮਸਲੇ ਨੂੰ ਲੈ ਕੇ ਹਾਜ਼ਰ ਹੁੰਦੇ ਰਹੇ। ਹੁਣ ਹਾਲਾਤ ਇਸ ਦਿਸ਼ਾ ਨੂੰ ਜਾ ਰਹੇ ਆ ਕਿ ਹੁਣ ਤੁਸੀਂ ਫਾਰਮਲ ਗੱਲਾਂ ਜਾਂ ਜਿਹਨੂੰ ਰਸਮ ਕਹਿੰਦੇ ਆ, ਰਸਮ ਵਾਂਗ ਨਹੀਂ ਚੱਲ ਸਕਦੇ। ਹੁਣ ਗੈਰ ਰਸਮੀ ਗੱਲਾਂ ਜਿਨ੍ਹਾਂ ਦੇ ਵਿੱਚ ਸਮਾਂ ਵੱਧ ਵੀ ਲੱਗ ਸਕਦਾ, ਸੋ ਅਸੀਂ ਇਹ ਗੈਰ ਰਸਮੀ ਮੰਚ ਪੰਜਾਬ ਫਰੰਟ ਤੋਂ ਤੁਰਦੇ ਪਏ ਆ। ਔਰ ਮੈਨੂੰ ਖੁਸ਼ੀ ਹੈ ਕਿ ਸਾਡੇ ਨਾਲ ਡਾਕਟਰ ਐਸਪੀ ਸਿੰਘ ਜਿਹੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਆ ਔਰ ਪੰਜਾਬੀ ਜਨ ਜੀਵਨ ਦੀ ਅਸਲ ਨਬਜ਼ ਨੂੰ ਟਟੋਲਦੇ ਆ ਔਰ ਸਮਝਦੇ ਆ। ਔਰ ਦੂਜੇ ਨਾਲ ਸਾਡੇ ਕੋਲ ਸਰਦਾਰ ਇਕਬਾਲ ਸਿੰਘ ਲਾਲਪੁਰਾ ਜਿਹੜੇ ਕਿ ਵੱਡੇ ਪੁਲਿਸ ਅਧਿਕਾਰੀ ਵਜੋਂ ਇਹਨਾਂ ਦੀਆਂ ਸੇਵਾਵਾਂ ਰਹੀਆਂ ਨੇ, ਔਰ ਹੁਣ ਇਹ ਇੱਕ ਪੋਲੀਟੀਸ਼ੀਅਨ ਵਾਂਗ ਵਿਚਰਦੇ ਆ, ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਆ। ਲੇਕਿਨ ਬੁਨਿਆਦੀ ਤੌਰ ਤੇ ਮੈਨੂੰ ਤਾਂ ਇਹਨਾਂ ਦੀ ਵਿਚਾਰਧਾਰਾ ਇੱਕ ਅਲੱਗ ਤਰ੍ਹਾਂ ਦੀ ਲੱਗਦੀ ਆ, ਉਹ ਬੀਜੇਪੀ ਨਾਲ ਬਹੁਤੀ ਮੇਲ ਖਾਂਦੀ ਨਹੀਂ। ਸੋ ਇਸ ਵੇਲੇ ਇੱਕ ਪ੍ਰਕਿਰਿਆ ਚੱਲਦੀ ਪਈ ਹੈ ਕਿ ਜੇ ਪੰਜਾਬ ਹਿਤੈਸ਼ੀ ਕਿਸੇ ਮੰਚ ਤੋਂ ਇਕੱਠੇ ਹੋ ਕੇ ਤੁਰਨ, ਸਭ ਤੋਂ ਪਹਿਲਾਂ ਪੰਜਾਬ ਨੂੰ ਇੱਕ ਨੀਤੀ ਦੀ ਲੋੜ ਹੈ ਤੇ ਉਸ ਤੋਂ ਬਾਅਦ ਅਮਲ ਕਰਨ ਵਾਲੀ ਟੀਮ ਦੀ ਲੋੜ ਦੀ ਇਹ ਬੜੀ ਤਾਂਘ ਹੈ ਪੰਜਾਬੀਆਂ ਨੂੰ, ਕਿਉਂਕਿ ਹੁਣ ਤੱਕ ਜਿੰਨੇ ਵੀ ਲੋਕ ਆਏ ਆ ਸ਼ਾਇਦ ਉਸ ਪੱਧਰ ਤੱਕ ਉਹਨਾਂ ਦੀ ਜਿਹੜੀ ਪੰਜਾਬ ਨੂੰ ਲੈ ਕੇ ਇਮਾਨਦਾਰੀ, ਉਹਨਾਂ ਦੀ ਕਮਿਟਮੈਂਟ, ਨਜ਼ਰੀਆ, ਸੋ ਉਹ ਬੜੀਆਂ ਘਾਟਾਂ ਸੀਗੀਆਂ। ਆਮ ਆਦਮੀ ਪਾਰਟੀ ਵੇਲੇ ਵੀ ਇੰਨਾ ਰੋਲ ਘਚੋਲਾ ਪਿਆ। ਸੋ ਇਸ ਵੇਲੇ ਇੱਕ ਨਵੀਂ ਤਰ੍ਹਾਂ ਦੀ ਰਾਜਨੀਤੀ ਦੀ ਲੋੜ ਹੈ। ਸੋ ਅਸੀਂ ਪਹਿਲਾਂ ਤਾਂ ਗੱਲ ਕਰ ਰਹੇ ਸੀ ਕਿ ਜਿਹੜੀ ਇਹ ਰਾਜਨੀਤੀ ਕਿਹੋ ਜਿਹੀ ਹੋ ਰਹੀ ਹੈ, ਕਿਵੇਂ ਹੋ ਰਹੀ ਹੈ, ਲੇਕਿਨ ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਹੈ ਹੁਣ ਤੁਹਾਡੇ ਨਾਲ, ਤੁਹਾਡੀ ਸਹਿਮਤੀ ਨਾਲ, ਕਿ ਜੇ ਅਸੀਂ ਪੰਜਾਬ ਨੂੰ ਬਦਲਣਾ ਹੋਵੇ ਤਾਂ ਸ਼ੁਰੂ ਕਿੱਥੋਂ ਕਰੀਏ?
ਬਥੇਰੇ ਐਲੀਗੇਸ਼ਨ ਹੋ ਗਏ। ਦੇਖੋ ਪੰਜਾਬ ਨੂੰ ਤਾਂ ਹੀ ਬਦਲਿਆ ਜਾ ਸਕਦਾ ਹੈ ਜੇਕਰ ਅਸੀਂ ਪੰਜਾਬ ਦੀ ਜਨਤਾ ਨੂੰ ਸੁਚੇਤ ਕਰੀਏ ਔਰ ਉਹਨਾਂ ਨੂੰ ਉਹਨਾਂ ਦੇ ਹੱਕ ਔਰ ਸੱਚ ਦੀ ਲੜਾਈ ਲਈ ਤਿਆਰ ਕਰਦੇ ਹੋਏ ਉਹਨਾਂ ਨੂੰ ਉਹਨਾਂ ਦੇ ਹਿੱਤਾਂ ਦੀ ਜਿਹੜੀ ਹੈ ਪੂਰਤੀ ਕਰਨ ਲਈ ਔਰ ਉਹਦੀ ਸੁਰੱਖਿਆ ਰੱਖਣ ਲਈ ਉਹ ਜਿਹੜੇ ਨੇ ਯਤਨਸ਼ੀਲ ਹੋਣ। ਹੁਣ ਜੇ ਅਸੀਂ ਇਹ ਦੇਖੀਏ ਕਿ ਜਿਸ ਵੇਲੇ ਵੀ ਮੌਕਾ ਆਇਆ ਪੰਜਾਬ ਦੇ ਲੋਕਾਂ ਨੇ ਠੀਕ ਰਿਸਪੌਂਸ ਦਿੱਤਾ। ਤੁਸੀਂ ਉਦਾਹਰਨ ਦੇ ਤੌਰ ਤੇ ਵੀ ਦੇਖ ਲਓ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਜਿਸ ਵੇਲੇ ਸਾਹਮਣੇ ਆਈ ਸਾਡੇ, ਉਸ ਵੇਲੇ 4 MP ਬਗੈਰ ਕਿਸੇ ਗੱਲ ਤੋਂ ਜਿਤਾ ਦੇ ਨੇ ਔਰ ਉਸ ਤੋਂ ਬਾਅਦ ਅਗਲੀ ਅਸੈਂਬਲੀ ਦੇ ਵਿੱਚ ਗੱਲ ਸਪਸ਼ਟ ਜਿਹੀ ਸੀ ਕਿ ਸਰਕਾਰ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਆ ਸਕਦੀ। ਲੇਕਿਨ ਉਹੀ ਕੰਮ ਜਿਹੜਾ ਕਾਂਗਰਸ 'ਚ ਹੁੰਦਾ ਹੈ ਤੇ ਜਿਹੜਾ ਅਕਾਲੀਆਂ 'ਚ ਹੁੰਦਾ ਹੈ ਤੇ ਜਿਹੜਾ BJP 'ਚ ਹੁੰਦਾ ਹੈ ਕਿ ਆਪੋ ਵਿੱਚ ਕੁਰਸੀ ਦਾ ਲਾਲਚ ਔਰ ਹਉਮੈ ਦੀ ਜਿਹੜੇ ਹੈ ਭੁੱਖ ਜਿਹੜੀ ਹੈ ਉਹਦੀ ਪੂਰਤੀ ਦੇ ਲਈ ਆਪੋ ਵਿੱਚ ਜਿਹੜੇ ਨੇ ਉਹ ਲੜਦੇ ਗਏ। ਮੈਨੂੰ ਯਾਦ ਹੈ ਕਿ ਜਿਸ ਵੇਲੇ ਅਸੀਂ ਬੈਠੇ ਸੀ ਦੋਸਤਾਂ ਦੇ ਵਿੱਚ ਤੇ ਇੱਕਦਮ ਖਬਰ ਆਈ ਕਿ ਨਵਜੋਤ ਸਿੱਧੂ ਜਿਹੜਾ ਹੈ ਉਹਨੇ BJP ਤੋਂ ਰਿਜ਼ਾਈਨ ਕਰਤਾ ਹੈ ਤੇ ਉਸ ਵੇਲੇ ਸਪਸ਼ਟ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਹੈ ਉਹ ਜਾਏਗਾ ਤੇ ਉਸ ਵੇਲੇ ਸਾਰੇ ਬੈਠਿਆਂ ਨੇ ਕਿਹਾ ਲਓ ਜੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਔਰ ਨਵਜੋਤ ਸਿੱਧੂ ਜਿਹੜਾ ਚੀਫ ਮਿਨਿਸਟਰ ਬਣੇਗਾ। 2 ਘੰਟੇ ਬਾਅਦ ਇਹ ਸੀ ਕਿ ਨਵਜੋਤ ਸਿੱਧੂ ਅਨਵਾਂਟਡ ਹੋ ਗਿਆ। ਇਸ ਕਰਕੇ ਕਿ ਜਿਹੜੇ ਆਮ ਆਦਮੀ ਪਾਰਟੀ 'ਚ ਪਹਿਲਾਂ ਸਨ ਉਹਨਾਂ ਨੂੰ ਲੱਗਾ ਕਿ ਇੱਕ ਹੋਰ ਕੰਟੈਂਡਰ ਆ ਗਿਆ ਹੈ ਤੇ ਸਾਡੀ ਗੱਲ ਮਾੜੀ ਹੋਣੀ ਹੈ, ਉਹਨਾਂ ਨੇ ਉਹਨੂੰ ਡਿਸਕਾਰਡ ਕਰਤਾ। ਉਦੋਂ ਬਾਅਦ ਲੱਗਾ ਕਿ ਛੋਟੇਪੁਰ ਜਿਹੜਾ ਹੈ ਉਹ ਅਮਰਜ ਹੋ ਰਿਹਾ ਕਿਉਂਕਿ ਛੋਟੇਪੁਰ ਬਾਰੇ ਮੇਰਾ ਪਰਸਨਲ ਐਕਸਪੀਰੀਅੰਸ ਹੈ ਕਿ ਇੱਕ ਇਮਾਨਦਾਰ ਸ਼ਰੀਫ ਪੋਲੀਟੀਸ਼ੀਅਨ ਹੈ ਔਰ ਉਹ ਸੈਲਫਲੈਸ ਹੋ ਕੇ ਕੰਮ ਕਰਨ ਵਾਲਿਆਂ ਚੋਂ। ਲੇਕਿਨ ਉਸ ਵੇਲੇ ਉਹਨੂੰ ਮਤਲਬ ਜਿਹੜਾ ਨੇ ਐਲੀਗੇਸ਼ਨ ਚ ਕਰਤਾ। ਉਸ ਤੋਂ ਬਾਅਦ ਜਿਹੜਾ ਖਹਿਰਾ ਆ ਗਿਆ ਦੂਜਾ, ਇੱਕ ਦੂਜੇ ਦੀ ਭਰਾ ਮਾਰੂ ਜੰਗ ਦੇ ਵਿੱਚ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਹੀਂ ਬਚ ਸਕਿਆ ਤੇ ਇਹ ਆਮ ਆਦਮੀ ਪਾਰਟੀ ਕਿੱਥੋਂ ਹੈ ਤੇ ਹੁਣ ਵੀ ਉਸੇ ਕੰਮ 'ਚ ਜਿਹੜੀ ਉਹ ਚੱਲ। ਸਾਡੀ ਸਮੱਸਿਆ ਇਹ ਹੈ ਕਿ ਕਿਹੜੀ ਪਾਰਟੀ ਦੇ ਉੱਤੇ ਅਸੀਂ ਇਤਬਾਰ ਕਰੀਏ ਜਿਹੜੀ ਆਮ ਲੋਕਾਂ ਦੇ ਹਿੱਤਾਂ ਦੀ ਔਰ ਆਮ ਲੋਕਾਂ ਦੀ ਆਵਾਜ਼ ਬਣ ਕੇ ਰਾਜਨੀਤੀ ਜਿਹੜੀ ਹੈ ਉਹ ਕਰੇ, ਕਿਉਂਕਿ ਇਹ ਗੱਲ ਜਿਹੜੀ ਹੈ ਸਾਨੂੰ ਨਜ਼ਰ ਨਹੀਂ ਆਉਂਦੀ। ਸੋ ਲੋੜ ਤੇ ਜਿਹੜੀ ਹੈ ਉਹ ਜਨ ਚੇਤਨਾ ਪੈਦਾ ਕਰਨ ਦੀ ਹੈ। ਜਿਸ ਵੇਲੇ ਵੀ ਪੰਜਾਬ ਦੇ ਵਿੱਚ ਜਦੋਂ ਵੀ ਲੋਕਾਂ ਦੇ ਹੱਕ ਦੀ ਆਵਾਜ਼ ਦੀ ਕੋਈ ਗੱਲ ਹੋਈ ਹੈ, ਲੋਕਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੂੰ 13 ਦੇ 13 MP ਜਿਤਾ ਕੇ ਦੇ ਦਿੱਤੇ ਤੇ ਉਹ 13 ਦੇ 13 MP ਨੇ ਪਾਰਲੀਮੈਂਟ 'ਚ ਕੀ ਕੀਤਾ ਤੇ ਪੰਜਾਬ ਦੀ ਕੀ ਕਮਾਂਡ ਸੰਭਾਲੀ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਜਿੰਨਾ ਮਰਜ਼ੀ ਅਸੀਂ ਪੋਲੀਟੀਸ਼ੀਅਨ ਨੂੰ ਠੀਕ ਕਰੀਏ ਕਿ ਇੱਕ ਚੰਗਾ ਹੈ ਜਾਂ ਦੂਜਾ ਚੰਗਾ ਹੈ, ਕੋਈ ਥੋੜਾ ਬਹੁਤਾ ਜਿਹੜਾ ਇਮਾਨਦਾਰ ਹੈ, ਕੋਈ ਜ਼ਿਆਦਾ ਜਿਹੜਾ ਠੱਗ ਹੈ, ਉਹ ਵੱਖਰੀਆਂ ਗੱਲਾਂ ਨੇ। ਸਾਰੇ ਇੱਕੋ ਥੈਲੀ ਵੱਟੀ ਦੇ ਨੇ। ਜੇ ਅਸੀਂ ਇਹ ਕਹੀਏ ਕਿ ਪੰਜਾਬ ਅਸੈਂਬਲੀ ਜਾਂ ਪਾਰਲੀਮੈਂਟ ਪੈਨਸ਼ਨਾਂ ਬਾਰੇ ਜਿਹੜਾ ਮਤਾ ਪਾਸ ਕਰਦੇ ਕਿ ਅਸੀਂ ਪੈਨਸ਼ਨ ਨਹੀਂ ਲੈਣੀ, ਜਦੋਂ ਕਿ ਕੋਈ 30 ਸਾਲ ਦੀ ਸਰਵਿਸ ਤੋਂ ਬਾਅਦ ਪੈਨਸ਼ਨ ਲਈ ਐਲੀਜੀਬਲ ਹੁੰਦਾ ਔਰ ਉਹ ਵੀ ਬੜੀ ਰੀਜ਼ਨੇਬਲ ਜੀ ਪੈਨਸ਼ਨ ਲਈ ਹੁੰਦਾ ਤੇ ਜਿਸ ਢੰਗ ਨਾਲ ਉਹ ਪੈਨਸ਼ਨਾਂ ਤੇ ਜਿੰਨੀਆਂ ਨਾਲ ਪਰਕਸ ਮਿਲਦੇ ਨੇ ਉਹਦੇ ਬਾਰੇ ਕਿਉਂ ਨਹੀਂ ਕੋਈ ਸੱਚਾ ਸੁੱਚਾ ਜਿਹੜਾ ਉਹ ਪਾਰਲੀਮੈਂਟ ਮਿਲਦਾ, ਜਦੋਂ ਕਿ ਉਹਨਾਂ ਨੂੰ ਲੋੜ ਵੀ ਨਹੀਂ। ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਪੈਨਸ਼ਨ ਦੀ ਲੋੜ ਕੋਈ ਨਹੀਂ, ਨਾ ਹੀ ਜਿਹੜੇ ਨੇ ਉਹ ਈਵਨ ਖਹਿਰਾ ਉਹਨਾਂ ਨੂੰ ਵੀ ਲੋੜ ਕੋਈ ਨਹੀਂ, ਕਿਸੇ ਹੋਰ ਨੂੰ ਲੋੜ ਨਹੀਂ ਕਿਉਂਕਿ ਆਲਰੇਡੀ ਇਹਨਾਂ ਕੋਲ ਬਹੁਤ ਕੁਝ ਹੈ। ਲੇਕਿਨ ਉਹ ਸਾਰੇ ਸਿਸਟਮ ਦੇ ਵਿੱਚ ਸੱਚੇ ਸੁੱਚੇ ਪੋਲੀਟੀਸ਼ੀਅਨ ਦੀ ਪਹਿਚਾਣ ਤੇ ਜਿਹੜੀ ਹੈ ਲੋਕ ਕਰਨ ਨੂੰ ਤਿਆਰ ਨੇ, ਲੇਕਿਨ ਲੋਕਾਂ ਨੂੰ ਮਾਹੌਲ ਦੇਣਾ ਔਰ ਅੱਗੇ ਸਾਹਮਣੇ ਹੋਣਾ ਕਿ ਕਿਹੜਾ ਇਹਨਾਂ ਦੇ ਵਿੱਚੋਂ ਜਿਹੜਾ ਸਾਡੀ ਰਿਪਰੈਜ਼ੈਂਟੇਸ਼ਨ ਕਰ ਸਕਦਾ। ਜਦੋਂ ਲੋਕਾਂ ਨੂੰ ਲੱਗਦਾ ਸਾਰੇ ਇੱਕੋ ਜਿਹੇ ਨੇ ਤੇ ਫਿਰ ਉਹ ਜਿਹੜਾ ਉਦੋਂ ਬਾਅਦ ਜਿਹੜਾ ਸ਼ਰਾਬ, ਪੈਸਾ, ਨਿੱਜੀ ਸਬੰਧ, ਰਾਜਨੀਤੀ, ਧਰਮ, ਜਾਤ, ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਵਿੱਚ ਆ ਜਾਂਦੀਆਂ ਨੇ ਔਰ ਉਹਦੇ ਵਿੱਚ ਜਾ ਕੇ ਸਾਡਾ ਪੰਜਾਬ ਦਾ ਸੱਤਿਆਨਾਸ਼ ਜਿਹੜਾ ਉਹ ਹੋ ਜਾਂਦਾ। ਸੋ ਲੋੜ ਤੇ ਹੈ ਕਿ ਲੋਕਾਂ ਨੂੰ ਬਿਨਾਂ ਮਕਸਦ ਤੋਂ ਮਿਲੀਆਂ ਜਿੱਤਾਂ ਦੇ ਹਸ਼ਰ ਵੀ ਆਪਾਂ ਦੇਖੇ ਨੇ। ਔਰ ਜੇ ਮੈਂ ਹੁਣ ਦੇਖਦਾ ਕਿ ਪਿਛਲੇ 10 ਸਾਲ ਤੇ ਉਸ ਤੋਂ ਪਹਿਲਾਂ ਵੀ 5 ਸਾਲ ਜਿਹੜਾ ਬਾਦਲਾਂ ਨੇ ਜੋ ਕੁਝ ਕੀਤਾ ਆਪਣੇ ਵੱਲੋਂ ਤੇ ਉਹਨਾਂ ਨੇ ਸਿਖਰ ਦਾ ਕੰਮ ਕੀਤਾ ਔਰ ਰੌਲਾ ਵੀ ਇਹੀ ਹੈ। ਲੇਕਿਨ ਕੁੱਲ ਮਿਲਾ ਕੇ ਅਸੀਂ ਤਾਂ ਜਿਹੜਾ ਓਵਰਆਲ ਪੰਜਾਬ ਨੂੰ ਦੇਖਦੇ ਆ ਤੇ ਉਹਦੇ ਵਿੱਚ ਨੁਕਸਾਨ ਜ਼ਿਆਦਾ ਹੋਇਆ। ਕੈਪਟਨ ਅਮਰਿੰਦਰ ਸਿੰਘ ਦੇ ਵੀ ਦਾਅਵੇ ਬੜੇ ਆ, ਕਈ ਥਾਈਂ ਅਸੀਂ ਉਹਨੂੰ ਵੀ ਹੀਰੋ ਕਹਿੰਦੇ ਆ। ਲੇਕਿਨ ਹੁਣ ਸਵਾਲ ਇਹ ਆ, ਜਿਵੇਂ ਲਾਲਪੁਰਾ ਸਾਹਿਬ, ਕਾਰਨ ਇਹ ਹੈ ਕਿ ਜੇ ਕੋਈ ਤੀਜੀ ਧਿਰ ਵੀ ਆ ਕੇ ਸੱਤਾ ਲੈ ਲੈਂਦੀ ਹੈ ਤੇ ਉਹਦੇ ਕੋਲ ਕਰਨ ਲਈ ਕੋਈ ਏਜੰਡਾ ਨਹੀਂ ਗਾ, ਉਹਦੇ ਕੋਲ ਕੋਈ ਵਿਜ਼ਨ ਨਹੀਂ, ਤੇ ਫਿਰ ਸਿਆਪੇ 'ਚ ਤਾਂ ਗੱਲ ਉੱਥੇ ਹੀ ਰਹਿਣੀ ਹੈ ਕਿ ਚਰਾਏ 'ਚ ਆਪਾਂ ਫਿਰ ਨੰਗੇ ਤੇ ਅਗਲੀ ਵਾਰੀ ਫਿਰ ਕੋਈ ਲੱਭਣ ਤੁਰ ਪਾਂਗੇ। ਹੁਣ ਇਹ ਹੈ ਕਿ ਸਭ ਤੋਂ ਪਹਿਲਾਂ ਪੰਜਾਬ ਨੂੰ ਲੈ ਕੇ ਇੱਥੋਂ ਦੀ ਧਰਤੀ ਦੇ ਉੱਤੇ ਜੋ ਕੁਝ ਵੀ ਹੈ ਸਾਨੂੰ 1 2 3 4 ਕਰਕੇ ਤਰਜੀਹਾਂ ਫਾਈਨਲ ਕਰਨੀਆਂ ਹੋਣਗੀਆਂ, ਜਿੱਤੇ ਅੱਗੇ ਜਾ ਕੇ ਨੀਤੀ ਬਣੇ ਤੇ ਨੀਤੀ ਤੋਂ ਬਾਅਦ ਅਮਲ 'ਚ ਲਿਆਉਣ ਵਾਲੇ ਲੋਕ ਜੁੜਨ। ਇਹ ਵੱਡੀ ਪ੍ਰਕਿਰਿਆ ਮੈਨੂੰ ਲੱਗਦਾ ਸਾਲ ਖੰਡ ਨੂੰ ਚਾਹੀਦਾ, ਤੁਰ ਪੈਣਾ ਚਾਹੀਦਾ ਲੋਕਾਂ ਨੂੰ। ਰੰਧਾਵਾ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ। ਡਾਕਟਰ ਸਾਹਿਬ ਨੇ ਵੀ ਜਿਹੜੀ ਗੱਲ ਕੀਤੀ ਹੈ ਉਹ ਬਿਲਕੁਲ ਸੱਚੀ ਹੈ
ਲੇਕਿਨ ਦੋ ਗੱਲਾਂ ਵੇਖਣ ਵਾਲੀਆਂ ਨੇ, ਜੇ ਤਾਂ ਇਨਸਾਫ ਦੇਣਾ ਤੇ ਜਿਹੜਾ ਮੁੱਖ ਮੰਤਰੀ ਹੈ ਜੇ ਉਹ ਸੋਚ ਲਏ ਨੇ ਕਿ ਮੈਂ ਲੋਕਾਂ ਨੂੰ ਇਨਸਾਫ ਦੇਣਾ ਤੇ ਮੈਂ ਭ੍ਰਿਸ਼ਟਾਚਾਰ ਨਹੀਂ ਕਰਨਾ, ਤੇ ਮੈਂ ਸਮਝਣਾ ਵੀ 90% ਭ੍ਰਿਸ਼ਟਾਚਾਰ ਬੰਦ ਹੋ ਜਾਂਦਾ ਹੈ। ਜਦੋਂ ਮੁੱਖ ਮੰਤਰੀ ਆਪ ਭ੍ਰਿਸ਼ਟਾਚਾਰ 'ਚ ਇਨਵੋਲਵ ਹੁੰਦਾ ਹੈ ਤੇ ਥੱਲੇ ਦੇ ਪੱਧਰ ਤੇ ਜਿਹੜੀ ਹੈ ਨਾ ਇਹਦਾ ਬਹੁਤ ਜ਼ਿਆਦਾ ਪਸਾਰਾ ਹੋ ਜਾਂਦਾ ਹੈ। ਦੂਜੀ ਗੱਲ ਹੈ ਸਿਆਣਪ ਦੀ ਗੱਲ ਹੈ ਕਿ ਸਾਨੂੰ ਕਿੰਨੀ ਲੋੜ ਹੈ। ਹੁਣ ਪੰਜਾਬ ਦੇ ਕਿਸੇ ਵੇਲੇ ਇੱਕ ਆਈਜੀ ਹੁੰਦਾ ਸੀ, ਅੱਜ ਪੰਜਾਬ ਦੇ ਵਿੱਚ 65 ਤੋਂ ਜ਼ਿਆਦਾ ਆਈਜੀ ਤੇ ਐਡੀਸ਼ਨ ਡੀਜੀਪੀ ਤੇ ਡੀਜੀਪੀ ਹੈ। ਇੰਨੇ ਦੀ ਲੋੜ ਹੈ ਸਾਨੂੰ? ਬਿਲਕੁਲ ਕੋਈ ਲੋੜ ਨਹੀਂ। ਇਹ ਸਿਰਫ ਪੈਸਾ, ਇੱਕ ਆਈਜੀ ਦੇ ਨਾਲ ਘੱਟੋ ਘੱਟ ਵੀ 100 ਦਾ ਮੁਲਾਜ਼ਮਾਂ ਦਾ ਸਟਾਫ ਲੱਗਦਾ, ਉਹਦੀ ਕੋਠੀ ਤੇ ਗਾਰਡ ਲੱਗਦੀ ਹੈ, ਉਹਦੇ ਦਫ਼ਤਰ ਤੇ ਗਾਰਡ ਲੱਗਦੀ ਹੈ, ਪਾਇਲਟ ਲੱਗਦੀ ਹੈ, ਸਕਾਟ ਲੱਗਦੀ ਹੈ, ਤੇ ਕੰਮ ਕੋਈ ਵੀ ਨਹੀਂ। ਦੂਜੀ ਗੱਲ ਹੈ ਇਸੇ ਤਰ੍ਹਾਂ ਹੀ ਜਿਹੜੇ ਸਾਡੇ IAS ਅਫਸਰਾਂ ਦੀ ਫੌਜ ਖੜੀ ਹੈ, ਕਿੱਥੇ ਖੜੀ ਹੈ, ਕੀ ਕਰਦੀ ਹੈ, ਉਹ ਉਹਨਾਂ ਦਾ ਕੋਈ ਨਹੀਂ, ਦੇ ਓਨਲੀ ਮੈਨੂਵਰ ਦੀ ਥਿੰਗਸ। ਲੇਕਿਨ ਮੈਂ ਜਿਹੜੀ ਗੱਲ ਆਪ ਜੀ ਕਰ ਰਹੇ ਸੀ ਕਿ ਇਹਦੀ ਸਾਨੂੰ ਲੋੜ ਹੈ, ਲੋੜ ਬੰਦਿਆਂ ਦੇ ਰਾਹੀਂ ਹੀ ਇਹ ਮਸਲਾ ਹੱਲ ਹੋਣਾ ਹੈ। ਬੰਦਿਆਂ ਦਾ ਟੈਸਟਡ ਐਂਡ ਟਰਾਈਡ ਬੰਦੇ ਕੌਣ ਆ, ਜਿਹੜੇ ਬੰਦੇ ਪਾਵਰ 'ਚ ਰਹੇ ਔਰ ਉੱਥੇ ਜਾ ਕੇ ਉਹਨਾਂ ਨੇ ਸੇਵਾ ਕੀਤੀ। ਮੈਂ ਸਮਝਦਾ ਇੱਕ ਚਪੜਾਸੀ ਨੇ ਵੀ ਜੇ ਇੱਕ ਚੰਗੀ ਤਰ੍ਹਾਂ ਦੀ ਸੇਵਾ ਕੀਤੀ ਹੈ, ਇੱਕ ਪਿੰਡ ਦੇ ਸਰਪੰਚ ਨੇ ਵੀ ਚੰਗੀ ਸੇਵਾ ਕੀਤੀ ਹੈ, ਉਹ ਲੋਕ ਅੱਛੇ ਕੰਮ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਹੁਣ ਤੋਂ ਹੀ ਸ਼ੁਰੂ ਹੋ ਜਾਣਾ ਚਾਹੀਦਾ। ਜਦੋਂ ਸਾਰੇ ਲੋਕ ਚੰਗੇ ਕੰਮ ਕਰਕੇ ਪਿੰਡਾਂ ਦੇ ਵਿੱਚ ਪਹੁੰਚਣਗੇ, ਲੋਕਾਂ ਨਾਲ ਗੱਲ ਕਰਨਗੇ, ਉਹ ਹੌਲੀ ਹੌਲੀ ਇੱਕ ਟੀਮ ਜਮਾਤ ਬਣਦੀ ਜਾਏਗੀ। ਜੇ ਅਸੀਂ ਇਹਦੀਆਂ ਬਹੁਤ ਸਾਰੀਆਂ ਗੱਲਾਂ ਨੇ, ਬੜੇ ਅੱਛੇ ਬਿਊਰੋਕਰੇਟ ਹੈਗੇ ਆ ਬੈਠੇ ਆ, ਉਹਨਾਂ ਨੇ ਬੜਾ ਅੱਛਾ ਵੀ ਕੰਮ ਕੀਤਾ, ਇਹ ਨਹੀਂ ਗੱਲ ਕਿ ਬੰਦੇ ਰਹੇ, ਲੇਕਿਨ ਜਦੋਂ ਅਸੀਂ ਐਕਡੈਮਿਕ ਡਿਸਕਸ਼ਨਸ ਕਰੀ ਜਾਂਦੇ ਆ, ਗਰਾਊਂਡ ਤੇ ਕੁਝ ਕਰਦੇ ਨਹੀਂ, ਤੇ ਲੋਕਾਂ ਨਾਲ ਤਾਂ ਸਾਡਾ ਰਾਬਤਾ ਬਣਿਆ ਹੀ ਨਾ। ਇਕੱਲੇ ਗੱਲ ਕਰਨ ਨਾਲ ਤਾਂ ਹੋ ਨਹੀਂ ਸਕਦਾ। ਔਰ ਦੂਜੀ ਗੱਲ ਹੈ, ਗੱਲ ਉਹ ਵੀ ਕਰਨੀ ਚਾਹੀਦੀ ਹੈ ਜਿਹੜੀ ਲੋਕਾਂ ਦੇ ਵਿੱਚ ਸਾਨੂੰ ਐਕਸਪੀਰੀਅੰਸ ਵਾਲੇ ਬੰਦੇ ਵੀ ਚਾਹੀਦੇ ਆ, ਟੈਸਟਡ ਐਂਡ ਟਰਾਈਡ ਬੰਦੇ ਚਾਹੀਦੇ ਆ। ਜਿਵੇਂ ਇਮੋਸ਼ਨਲੀ ਜਦੋਂ ਲੋਕ ਇਕੱਠੇ ਹੁੰਦੇ ਆ ਨਾ, ਤੇ ਫਿਰ ਜਦੋਂ ਮੈਨੂੰ ਆਮ ਆਦਮੀ ਪਾਰਟੀ ਦਾ ਵੀ ਪਤਾ ਹੈ, ਦੂਜੀਆਂ ਪਾਰਟੀਆਂ ਦਾ ਵੀ ਪਤਾ ਹੈ, ਜਦੋਂ ਲੱਗਦਾ ਕਿ ਕਾਂਗਰਸ ਦੀ ਸਰਕਾਰ ਬਣਨੀ ਹੈ ਤੇ ਸਾਰੇ ਜਿਹੜੇ ਕਾਂਗਰਸ ਵੱਲ ਨੂੰ ਭੱਜ ਪੈਂਦੇ ਆ, ਕੋਈ ਨਾ ਕੋਈ ਰਾਹ ਲੱਭਦਾ ਕਿ ਇਹਦੇ ਰਾਹੀਂ ਕਾਂਗਰਸ ਜੁਆਇਨ ਕਰ ਜਾਈਏ। ਹੁਣ ਵੀ ਕਈ ਬਿਊਰੋਕਰੇਟ ਜਿਹੜੇ ਆ ਜਾਂ ਦੂਜੇ ਅਫਸਰ ਆ ਉਹ ਕਾਂਗਰਸ 'ਚ ਹੈਗੇ ਆ, ਲੇਕਿਨ ਕੀ ਉਹ ਬੰਦੇ ਜਦੋਂ PCS ਸੀਗੇ, ਜਦੋਂ IAS ਸੀ, ਜਦੋਂ ਹੋਰ ਉਹਨਾਂ ਨੇ ਕੰਮ ਕੀਤਾ, ਕੀ ਉਹਨਾਂ ਨੇ ਕੋਈ ਇਮਾਨਦਾਰੀ ਨਾਲ ਕੰਮ ਕੀਤਾ? ਕੀ ਕਦੇ ਕੋਈ ਡਿਵੈਲਪਮੈਂਟ ਦਾ ਕੰਮ ਕੀਤਾ? ਉਹਨਾਂ ਨੇ ਸਿਰਫ ਮੈਨੂਵਰਿੰਗ ਕੀਤੀ ਹੈ ਕਿ ਕਾਬੂ ਕਰ ਲਿਆ, ਮੁੜ ਕੇ ਅਫਸਰ ਬਣ ਗਏ। ਹੁਣ ਉਹ ਅਫਸਰ ਤਾਂ ਆ ਗਏ, ਕੁਰਸੀ ਤੇ ਬਹਿ ਗਏ। ਅਕਾਲੀਆਂ ਨੇ ਵੀ ਬਹੁਤ ਸਾਰੇ ਪ੍ਰਮੋਟ ਕੀਤੇ, ਕਾਂਗਰਸ ਨੇ ਵੀ ਪ੍ਰਮੋਟ ਕੀਤੇ, ਲੇਕਿਨ ਉਹਨਾਂ ਦਾ ਗਰਾਊਂਡ ਤੇ ਕਿਸੇ ਦਾ ਕੰਮ ਨਹੀਂ ਕੀਤਾ ਹੋਇਆ। ਉਹ ਸਿਰਫ ਪਾਰਟੀ ਦੇ ਰਾਹੀਂ, ਪੋਲੀਟੀਸ਼ੀਅਨ ਦੇ ਰਾਹੀਂ ਮਿਲ ਕੇ। ਹੁਣ ਵੀ ਮੈਨੂੰ ਪਤਾ ਕਿ ਭਾਰਤੀ ਜਨਤਾ ਪਾਰਟੀ ਵੀ 15-20 ਬਿਊਰੋਕਰੇਟ ਜਿਹੜੇ ਆ ਭੱਜੇ ਫਿਰਦੇ ਆ ਵੀ ਸਾਨੂੰ ਕਿਸੇ ਨਾ ਕਿਸੇ ਢੰਗ ਨਾਲ, ਨੇਰੇ ਸਵੇਰੇ ਦਿਨੇ ਉਹ ਹੁੰਦੇ ਆ ਕਾਂਗਰਸ ਵਾਲਿਆਂ ਨਾਲ ਤੇ ਰਾਤ ਨੂੰ ਹੁੰਦੇ ਆ ਭਾਰਤੀ ਜਨਤਾ ਪਾਰਟੀ ਨਾਲ, ਵੀ ਸਾਨੂੰ ਕਿਸੇ ਤਰ੍ਹਾਂ ਰੱਖ ਲਓ ਆਪਣੇ ਨਾਲ। ਸੋ ਇਹ ਜਿਹੜੀ ਹੈ ਨਾ, ਇਹ ਸਥਿਤੀ ਇਸ ਤਰ੍ਹਾਂ ਦੀ ਹੈ, ਜਿਹੜੇ ਬੰਦਿਆਂ ਨੇ ਕੰਮ ਕਰਨਾ ਬਹੁਤ ਅੱਛਾ ਉਦਮ ਹੋਏਗਾ, ਲੋਕਾਂ ਨੂੰ ਇਹਦੇ ਲਈ ਆਉਣਾ ਵੀ ਚਾਹੀਦਾ ਕਿ ਅਸੀਂ ਆਪਣਾ ਪੰਜਾਬ ਬਚਾਉਣਾ। ਸਰਦਾਰ ਸਾਹਿਬ ਇੱਕ ਚੀਜ਼ ਬਹੁਤ ਅਹਿਮ ਆ ਕਿ ਜਿਹੜੀ ਸਾਡੀ ਬੇਦਲੀ ਆ ਨਾ, ਤੁਸੀਂ ਕਹਿੰਦੇ ਹੋ ਕਿ ਗਰਾਊਂਡ ਤੇ ਕੰਮ ਹੋਣਾ ਚਾਹੀਦਾ, ਤੁਸੀਂ ਕਰ ਹੀ ਰਹੇ ਹੋ। ਤੁਹਾਨੂੰ ਵੀ ਪਤਾ ਹੈ ਕਿ ਗਰਾਊਂਡ ਦੇ ਉੱਤੇ ਸਥਿਤੀ ਕੀ ਹੈ, ਲੋਕ ਹਵਾ ਦਾ ਰੁਖ ਦੇਖਦੇ ਆ। ਮੈਨੂੰ ਇੰਝ ਲੱਗਦਾ ਹੈ ਕਿ ਜਿਹੜਾ ਵੀ ਬੰਦਾ ਗਰਾਊਂਡ ਵੱਲ ਤੁਰੂਗਾ, ਉਹਨੂੰ ਲੱਗਦਾ ਹੈ ਕਿ ਜਿਹੜਾ ਮੇਰੇ ਮੁਕਾਬਲੇ ਤੇ ਕਾਂਗਰਸ ਔਰ ਅਕਾਲੀ ਦਲ ਜਾਂ ਜਿਹੜੀ ਵੀ ਐਸਟੈਬਲਿਸ਼ ਪਾਰਟੀ ਹੈ, BJP ਵੀ ਲਾ ਲਓ, ਜਿੱਥੇ ਉਹ ਹੈਗੇ ਆ, ਉਹਨਾਂ ਨੇ ਪੈਰ ਤਾਂ ਲੱਗਣ ਨਹੀਂ ਦੇਣੇ। ਐਵੇਂ ਆਪਣੇ ਪੈਸੇ ਵੇਸਟ ਕਰਕੇ, એનર્ਜੀ ਵੇਸਟ ਕਰਕੇ ਫਾਇਦਾ ਕੀ? ਸੋ ਸਭ ਤੋਂ ਅਹਿਮ ਚੀਜ਼ ਹੈ ਕਿ ਕੋਈ ਨੀਤੀ ਬਣ ਕੇ ਔਰ ਕੰਪੇਨ ਇਨ ਟੋਟੈਲਿਟੀ ਚੱਲੇ, ਪੂਰੇ ਪੰਜਾਬ ਦੇ ਵਿੱਚ ਚੱਲੇ, ਕਿਸੇ ਇੱਕ ਹਲਕੇ 'ਚ ਨਹੀਂ। ਲੋਕ ਜਿੱਦਾਂ ਭੱਜ ਕੇ ਆਮ ਆਦਮੀ ਪਾਰਟੀ ਨਾਲ ਚੜ੍ਹਨਾ ਚਾਹੁੰਦੇ ਸੀ, ਕਿਉਂ ਸੀ? ਕਿਉਂਕਿ ਕੇਜਰੀਵਾਲ ਦਾ ਨਾਂ ਤੁਰ ਪਿਆ ਸੀ ਔਰ ਕੇਜਰੀਵਾਲ ਦੀ ਕਾਰਜਸ਼ੈਲੀ ਦਿੱਲੀੋਂ ਦਿਸਦੀ ਸੀ ਜਦੋਂ ਉਹ ਵੱਡਿਆਂ ਨਾਲ ਫਾ ਲੈਂਦਾ ਸੀ। ਮੈਂ 14 ਦੀ ਗੱਲ ਕਰਦਾ ਜੀ। ਔਰ ਇਹ ਸਾਡੇ ਲੋਕਾਂ ਦੀ ਟੈਂਡੈਂਸੀ, ਸਾਡੇ ਲੋਕਾਂ ਦਾ ਸੁਭਾਅ ਕਿ ਇਹ ਉਹਦੇ ਮਗਰ ਭੱਜਦੇ ਆ ਜਿਹਦੇ ਕਾਮਯਾਬ ਹੋਣ ਦੀਆਂ ਕਾਫੀ ਸੰਭਾਵਨਾਵਾਂ ਹੋਣ। ਸੋ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਜਿਹੜੇ ਤੁਹਾਡੇ ਵਰਗੇ ਇੰਟੈਲੈਕਚੁਅਲਸ ਨੇ, ਜਿਨ੍ਹਾਂ ਦਾ ਅਨੁਭਵ ਵਾਹਵਾ ਹੈ, ਉਹਨਾਂ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਮਾਂ ਰਹਿੰਦਿਆਂ ਪਹਿਲਾਂ ਨੀਤੀ ਬਣਾਉਣ ਔਰ ਫਿਰ ਪੰਜਾਬ ਦੇ ਲੋਕਾਂ ਨੂੰ ਦਿਖਾਉਣ ਕਿ ਤੁਹਾਡੇ ਕੋਲ ਜਿਹੜੀਆਂ ਧਿਰਾਂ ਰਾਜ ਕਰ ਗਈਆਂ ਜਾਂ ਕਰਦੀਆਂ, ਇਹਨਾਂ ਨਾਲੋਂ ਬਿਹਤਰ ਕੀ ਹੋ ਸਕਦਾ, ਬਜਾਏ ਇਹਦੇ ਕਿ ਜੇ ਪਿੰਡ 'ਚ ਬੈਠਾ ਬੰਦਾ ਇਹੋ ਸੋਚ ਕੇ ਤੁਰਿਆ ਜਾਵੇ ਯਾਰ ਅਗਲੀ ਵਾਰੀ ਉਹਦੀ ਆਉਣੀ ਆ, ਮੈਂ ਕਾਹਤੋਂ ਸਿਆਪਾ ਪਾਉਣਾ, ਫਲਾਣੀ ਜ਼ਮੀਨ ਦੀ ਨਿਸ਼ਾਨਦੇਹੀ ਹੋਣ ਵਾਲੀ ਆ, ਨਿਆਣੇ ਦੀ ਜਿਹੜੀ ਹੈ ਪੁਲਿਸ ਵੈਰੀਫਿਕੇਸ਼ਨ ਹੋਣੀ ਆ, ਇਹਨਾਂ ਗੱਲਾਂ ਤੋਂ ਹੀ ਡਰੀ ਜਾਈਏ। ਸੋ ਮੈਨੂੰ ਇੰਝ ਲੱਗਦਾ ਕਿ ਹਵਾ ਬਣਾਉਣੀ ਪਊ, ਹਵਾ ਦਾ ਰੁਖ ਬਦਲਣਾ ਪਊ, ਔਰ ਉਹਦੇ ਲਈ ਜ਼ਰੂਰੀ ਨਹੀਂ ਕਿ ਅਸੀਂ ਪਿੰਡ 'ਚ ਜਾ ਕੇ ਕੰਮ ਕਰੇ ਹੋਈਏ। ਇਸ ਵੇਲੇ ਤੇ ਮੈਨੂੰ ਲੱਗਦਾ ਉੱਪਰੋਂ ਸ਼ੁਰੂ ਕਰਨ ਦੀ ਲੋੜ ਆ
ਕਿ 5-7 ਨਿਕਾਤੀ ਪ੍ਰੋਗਰਾਮ ਹੋਵੇ, ਲੋਕ ਇਹ ਮਹਿਸੂਸ ਕਰਨ ਕਿ ਯਾਰ ਇਹ ਜੇ ਹੋ ਜੇ ਤੇ ਸਾਡੀ ਜੂਨ ਸੌਖੀ ਹੋ ਜੂ। ਇਹ ਮੈਨੂੰ ਲੱਗਦਾ ਜ਼ਿਆਦਾ ਅਹਿਮ ਆ। ਜੇ ਸਗੋਂ ਇੱਕਾ ਦੁੱਕਾ ਬੰਦੇ ਕੰਮ ਕਰਕੇ ਰਿਜ਼ਲਟ ਦੇਣ ਦੀ ਬਜਾਏ ਪੂਰੀ ਤਰ੍ਹਾਂ ਹਵਾ ਦਾ ਰੁਖ ਬਦਲਿਆ ਜਾ। ਦੇਖੋ ਰੰਧਾਵਾ ਸਾਹਿਬ, ਗੱਲ ਬੜੀ ਸਪਸ਼ਟ ਹੈ ਕਿ ਜੇਕਰ ਪਬਲਿਕ ਅਵੇਅਰਨੈਸ ਗਰਾਊਂਡ ਰੂਟ ਤੇ ਨਹੀਂ ਹੁੰਦੀ ਜੀ, ਗਰਾਊਂਡ ਲੈਵਲ ਤੇ ਨਹੀਂ ਹੁੰਦੀ, ਉਹਨਾਂ ਚਿਰ ਉੱਪਰ ਬੈਠਿਆਂ ਕੋਈ ਗੱਲ ਨਹੀਂ। ਉਦਾਹਰਨ ਦੇ ਤੌਰ ਦੇ ਉੱਤੇ ਬੰਦੇ ਆਇਡੈਂਟੀਫਾਈ ਹੋਣੇ ਜਾਂ ਬੰਦੇ ਪਹਿਲਾਂ ਜਿਹੜੇ ਕਰਨੇ, ਲੇਕਿਨ ਜਿਸ ਪਿੰਡ ਦਾ ਸਰਪੰਚ ਚੰਗਾ ਹੈ, ਜਿਸ ਪਿੰਡ ਦਾ ਸਰਪੰਚ ਚੰਗਾ ਹੈ, ਪਿੰਡ ਵਾਲੇ ਉਹਦੇ ਆਖੇ ਜ਼ਰੂਰ ਲੱਗ ਜਾਣਗੇ ਜੇਕਰ ਉਹ ਜੈਨੂਨ ਸਰਪੰਚ ਹੈ। ਉੱਥੇ ਸ਼ਾਇਦ ਉਹ ਜਾਤ ਵੀ, ਧਰਮ ਵੀ, ਨਸਲ ਵੀ ਔਰ ਆਪਣਾ ਸਾਰਾ ਕੁਝ ਜਿਹੜਾ ਉਹ ਛੱਡ ਕੇ ਵੀ ਚੱਲ। ਲੇਕਿਨ ਸਾਡੀ ਸਮੱਸਿਆ ਇਹ ਹੈ ਕਿ ਸਾਡੀ ਗ੍ਰਾਸ ਰੂਟ ਲੈਵਲ ਦੇ ਉੱਤੇ ਜਿਹੜੀ ਸਾਡੀ ਗਵਰਨੈਂਸ ਹੈ ਔਰ ਸਾਡਾ ਜਿਹੜੀ ਪੋਲਿਟਿਕਸ ਹੈ ਉਹ ਕਰ ਗਈ ਹੈ। ਕਿ ਜੇ ਅਸੀਂ ਇਹ ਕਹੀਏ ਕਿ ਬਾਦਲ ਸਾਹਿਬ ਦੀ ਸਰਕਾਰ 10 ਸਾਲ ਦੇ ਵਿੱਚ ਉਹਨਾਂ ਨੇ ਹਲਕਾ ਇੰਚਾਰਜ, ਹਲਕਾ MLA, ਹਲਕਾ ਜਿਹੜਾ ਉਹ ਸਰਪੰਚ, ਹਲਕਾ ਦੂਸਰਾ ਰਾਸ਼ਨ ਉਹਨਾਂ ਰਾਹੀਂ ਬਣਨਾ ਹੈ, ਕਾਰਡ ਉਹਨਾਂ ਰਾਹੀਂ ਬਣਨੇ ਨੇ, ਪੁਲਿਸ ਦੀ ਜਿਹੜੀ ਹੈ ਰਿਪੋਰਟ ਜਿਹੜੀ ਹੈ ਉਹਨਾਂ ਰਾਹੀਂ ਹੋਣੀ ਹੈ, ਜਿਹਦੇ ਨਾਲ ਇਹ ਜ਼ਰੂਰ ਹੋਇਆ ਹੈ ਕਿ ਜਿਹੜਾ ਛੋਟਾ ਵਰਕਰ ਅਕਾਲੀ ਦਲ ਦਾ ਉਸ ਵੇਲੇ ਹੈ ਸੀ, ਉਹਦੀ ਜਿਹੜੀ ਹੈ ਉਹ ਸੁਣਵਾਈ ਜਿਹੜੀ ਹੈ ਉੱਪਰ ਤੱਕ ਹੋ ਜਾਂਦੀ ਸੀ ਔਰ ਉਹ ਆਪਣੇ ਆਪ ਵਿੱਚ ਇੱਕ ਪਾਵਰ ਸੈਂਟਰ ਜਿਹੜਾ ਉਹ ਬਣ ਗਿਆ। ਹੁਣ ਉਹ ਪਾਵਰ ਸੈਂਟਰ ਸਮਾਂ ਪਾ ਕੇ ਉੱਤੇ ਕਰਪਟ ਵੀ ਹੋ ਗਿਆ, ਕੁਝ ਨੇ ਸੇਵਾ ਵੀ ਕੀਤੀ ਹੋਏਗੀ, ਲੇਕਿਨ ਉਸ ਸੈਂਟਰ ਆਫ ਪਾਵਰ ਨੇ ਜਿਹੜਾ ਕੰਮ ਜਿਹੜਾ ਖਰਾਬ ਕੀਤਾ, ਉਹਦੇ ਵਿੱਚ ਹਰ ਪਿੰਡ ਵਿੱਚ ਇੱਕ ਵੰਡੀ ਜਿਹੜੀ ਹੈ ਉਹ ਬਣਾ ਦਿੱਤੀ ਔਰ ਉਹ ਵੰਡੀ ਜਿਹੜੀ ਹੈ ਪੱਕੀ ਹੈ ਕਿ ਜੇ ਮੈਂ ਜਿਹੜਾ ਹੈ ਉਹ ਤੁਹਾਡੇ ਨਾਲ ਆ ਤੇ ਦੂਜਾ ਜਿਹੜਾ ਹਿੱਸਾ ਹੈ ਉਹ ਦੂਜੇ ਨਾਲ ਜਿਹੜਾ ਉਹਨੇ ਜਾਣਾ। ਉਹ ਕਾਂਗਰਸੀ ਜਾਂ ਅਕਾਲੀ ਕੋਈ ਨਹੀਂ, ਉਹ ਤਾਂ ਧੜੇ ਨਾਲ ਨੇ ਕਿ ਜੇਕਰ ਮੈਂ ਸਰਪੰਚ ਦੇ ਨਾਲ ਆ, ਮੈਂ ਸਰਪੰਚ ਦੇ ਵਿਰੋਧੀ ਧੜੇ ਨਾਲ ਆ, ਉਹਦਾ ਨਾਂ ਤੁਸੀਂ ਕਾਂਗਰਸ ਰੱਖ ਲਓ, ਉਹਦਾ ਨਾਂ ਤੁਸੀਂ ਅਕਾਲੀ ਰੱਖ ਲਓ। ਲੇਕਿਨ ਜਿਸ ਵੇਲੇ ਪਿੰਡ ਦੇ ਵਿੱਚ ਚੰਗਾ ਕੰਮ ਕਰਨ ਵਾਲਾ ਕੋਈ ਵਿਅਕਤੀ, ਉਹਦਾ ਮਾਣ ਸਤਿਕਾਰ ਜਿਹੜਾ ਉਹ ਉੱਥੇ ਹੋਏਗਾ, ਉਹ ਚੰਗੇ ਕੰਮ ਕਰਕੇ ਦਿਖਾਏਗਾ ਤੇ ਉਹ ਤੋਂ ਆਸ ਵੱਜੇਗੀ ਕਿ ਇਹ ਹੁਣ ਜ਼ਿਲ੍ਹਾ ਸੰਮਤੀ ਵਿੱਚ ਅੱਗੇ ਜਾ ਕੇ ਜਿਹੜਾ ਕੰਮ ਕਰੇਗਾ, ਫਿਰ ਉਹਨਾਂ ਦਾ ਗਰੁੱਪ ਬਣੇਗਾ। ਜੇ ਅਸੀਂ ਇਹ ਸਮਝੀਏ ਕਿ ਅਸੀਂ ਉੱਪਰੋਂ ਬੈਠੇ ਗੱਲਾਂ ਕਰੀ ਚੱਲੀਏ, ਸਾਨੂੰ ਮਤਲਬ ਜਿਹੜਾ ਹੈ ਉਹ ਸਾਡੇ ਵਰਗਿਆਂ ਨਾਲ, ਸਾਡਾ ਲੋਕਾਂ ਨਾਲ ਰਾਬਤਾ ਹੀ ਕੋਈ ਨਹੀਂ। ਜੇ ਅਸੀਂ ਜਿਵੇਂ ਲਾਲਪੁਰਾ ਜੀ ਪਿੰਡ ਬੈਠੇ ਨੇ, ਪਿੰਡ ਦੇ 4 ਬੰਦਿਆਂ ਦਾ ਕੰਮ ਕਰ ਲਿਆ, ਲੇਕਿਨ ਬਾਕੀ ਸਾਰਾ ਜਿਹੜਾ ਹੈ ਉਹ ਪੰਜਾਬ ਬਹੁਤ ਵੱਡਾ ਹੈ। ਇਵੇਂ ਹੀ ਜਿਹੜਾ ਸਾਨੂੰ ਜਿਹੜਾ ਸ਼ਾਇਦ ਮਤਲਬ ਸਾਨੂੰ ਸਾਡੇ ਗੁਆਂਢੀ ਦਾ ਵੀ ਨਹੀਂ ਪਤਾ ਹੋਏਗਾ ਕਿ ਕੀ ਹੈ ਕੀ ਨਹੀਂ। ਅਸੀਂ ਆ ਰੂਟਲੈਸ ਲੋਕ, ਅਸੀਂ ਗੱਲਾਂ ਕਰ ਰਹੇ ਹਾਂ। ਮੈਂ ਡਾਕਟਰ ਸਾਹਿਬ ਇੱਕ ਗੱਲ ਕਰਦਾ, ਮੇਰੀ ਗੱਲ ਪੂਰੀ ਹੋ ਲੈਂਦੇ। ਨਹੀਂ, ਮੈਂ ਇੱਥੇ ਗੱਲ ਕਰਨੀ ਜ਼ਰੂਰੀ ਹੈ, ਜੇ ਤੁਸੀਂ ਆਗਿਆ ਦਿਓ ਨਾ, ਬਹੁਤ ਜ਼ਰੂਰੀ। ਤੁਸੀਂ ਵੱਡੇ, ਇਹੀ ਮੁਸ਼ਕਲ ਹੈ ਸਾਡੀ। ਔਰ ਇਹ ਮੈਂ ਮਹਿਸੂਸ ਕਰਦਾ ਕਿ ਮੈਂ 20 ਬੰਦੇ ਇਕੱਠੇ ਕਰਨਾ ਚਾਹੁੰਦਾ ਸੀ ਤੇ ਮੈਨੂੰ ਪਤਾ ਹੈ ਕਿ ਮੁੜ ਕੇ ਕਹਿਣਾ ਮੇਰੀ ਗੱਲ ਪਹਿਲਾਂ ਸੁਣ ਲਓ, ਸਿਆਪਾ ਪੈ ਜਾਂਦਾ। ਹੁਣ ਗੱਲ ਇਹ ਹੈ ਕਿ ਜੇ ਤੁਸੀਂ ਸਹੀ ਮਾਇਨਿਆਂ 'ਚ ਪੁੱਛੋ ਤੇ ਹਜ਼ਾਰਾਂ ਲੋਕ ਇਹ ਕਹਿ ਰਹੇ ਆ ਕਿ ਹਾਂ ਕੁਝ ਚਾਹੀਦਾ। ਤੁਸੀਂ ਕਹਿੰਦੇ ਹੋ ਰੂਟ ਲੈਵਲ ਤੇ ਤੁਸੀਂ ਪਿੰਡ ਵਿੱਚ ਜਾ ਕੇ ਕੀ ਕਰ ਲੋਗੇ? ਪਿੰਡ 'ਚ ਜਿਹੜਾ ਸਭ ਤੋਂ ਬਿਹਤਰ ਬੰਦਾ ਹੈ ਉਹ ਸਭ ਤੋਂ ਬਿਹਤਰ ਆਈਡੀਆ ਨਾਲ ਜੁੜਨਾ ਚਾਹ ਰਿਹਾ। ਡਾਕਟਰ ਸਾਹਿਬ, ਆਈਡੀਆ ਕ੍ਰੀਏਟ ਕਰੋ। ਪੰਜਾਬ ਬਚਾਉਣ ਲਈ ਪਿੰਡ ਦਾ ਯੁੱਧ ਨਹੀਂ ਲੜਿਆ ਜਾਣਾ, ਪੰਜਾਬ ਨੂੰ, ਸਟੇਟ ਨੂੰ ਨੀਤੀ ਦੀ ਲੋੜ ਆ। ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਵੀ ਜੇਕਰ ਨਹੀਂ, ਮੈਨੂੰ ਦੱਸੋ ਲੋਕ ਸਿਸਟਮ ਚਾਹੁੰਦੇ ਆ, ਸਿਸਟਮ ਕਿਵੇਂ ਬਣੂਗਾ? ਆਫਟਰ ਆਲ ਸਿਸਟਮ ਬਣਾਉਣ ਲਈ ਤੁਹਾਨੂੰ ਕੁਝ ਤਾਂ ਆਦਰਸ਼ਕ ਚੀਜ਼ਾਂ ਦੇਣੀਆਂ ਪੈਣਗੀਆਂ ਜਿਹੜੀਆਂ ਸਖਤੀ ਨਾਲ ਲਾਗੂ ਕਰਨੀਆਂ ਹੋਣਗੀਆਂ। ਦੇਖੋ, ਆਦਰਸ਼ਕ ਚੀਜ਼ਾਂ ਬਾਰੇ ਲੋਕਾਂ ਦਾ ਉਹੀ ਅਸ਼ਰ ਹੈ ਜਿਹੜਾ ਮੈਨੀਫੈਸਟੋ ਦੇ ਨਾਂ ਤੇ ਆਦਰਸ਼ਕ ਚੀਜ਼ਾਂ ਦਿੱਤੀਆਂ ਜਾਂਦੀਆਂ ਰਹੀਆਂ ਨੇ। ਹਰ ਪਾਰਟੀ ਨੇ ਦਿੱਤੀ ਹੈ, ਹਰ ਜਿਹੜਾ ਇੰਡੀਵਿਜੂਅਲ ਵੀ, ਇੰਡੀਪੈਂਡੈਂਟ ਵੀ MLA ਲੜਦਾ ਹੈ। ਧੋਖੇਬਾਜ਼ਾਂ ਨਾਲ ਨਾ ਚੱਲੋ, ਧੋਖੇਬਾਜ਼ਾਂ ਵਾਲੀ ਅਪਰੋਚ ਨਾ ਰੱਖੀਏ ਵੀ ਅਸੀਂ ਉਹ ਕਰਦੇ ਰਹੇ ਆ ਤੇ ਗਾਂ ਵੀ ਸੌਂਹਾਂ ਖਾ ਕੇ ਚੱਲਣ ਵਾਲੇ ਬੰਦੇ ਕਿਉਂ ਨਹੀਂ ਆਉਂਦੇ? ਗੱਲ ਵੈਕਿਊਮ ਦੇ ਵਿੱਚ ਗੱਲ ਨਹੀਂ ਪੈਦਾ ਹੋ ਸਕਦੀ। ਪਹਿਲਾਂ ਗਰਾਊਂਡ ਰਿਐਲਿਟੀ ਦੇ ਤੌਰ ਤੇ ਚੱਲਣਾ ਪਏਗਾ। ਉਹ ਬੰਦੇ ਜਿਨ੍ਹਾਂ ਦੀ ਪਿੰਡ ਵਿੱਚ ਆਲੇ ਦੁਆਲੇ ਦੂਜੀ ਜਿਹੜੀ ਹੈ ਮਾਣ ਸਤਿਕਾਰ ਹੈ, ਇਮਾਨਦਾਰੀ ਹੈ, ਉਹਨਾਂ ਦੇ ਲੋਕਾਂ ਦੇ ਉੱਤੇ ਵਿਸ਼ਵਾਸ ਹੈ, ਉਹ ਜਦੋਂ ਅੱਗੇ ਆਉਣਗੇ। ਸਾਡੇ ਵਰਗਿਆਂ ਦਾ ਲੋਕਾਂ ਨੂੰ ਵਿਸ਼ਵਾਸ ਨਹੀਂ, ਕਿਉਂਕਿ ਸੰਤੋਂ ਜਾਣਦੇ ਵੀ ਨਹੀਂ। ਜੇ ਸੱਚੀ ਗੱਲ ਕਹੀਏ ਕਿ ਜਿਸ ਦਿਨ ਤੱਕ ਮੈਂ ਵਾਈਸ ਚਾਂਸਲਰ ਸੀ ਸਾਰੇ ਜਾਣਦੇ ਸਨ, ਉਸ ਤੋਂ ਬਾਅਦ ਨਾ ਮੈਂ ਕਦੀ ਸੈਕਟਰੀਏਟ ਗਿਆ, ਨਾ ਮੈਂ ਕਦੀ ਕਿਸੇ ਮਿਨਿਸਟਰ ਨੂੰ ਮਿਲਿਆ, ਨਾ MLA ਨੂੰ ਮਿਲਿਆ, ਨਾ ਕਿਸੇ SHO ਨੂੰ ਮਿਲਿਆ। ਲੇਕਿਨ ਸਾਡੀ ਮਤਲਬ ਜਿਹੜੀ ਹੈ ਉਹ ਪਹਿਚਾਣ ਜਿਹੜੀ ਹੈ ਉਹ ਹੌਲੀ ਹੌਲੀ ਜਿਹੜੀ ਹੈ ਉਹ ਗੁਆਚ ਜਾਂਦੀ ਹੈ। ਲੇਕਿਨ ਲੋਕਾਂ ਦੀ ਪਹਿਚਾਣ ਉਹ ਹੈ ਜਿਹੜਾ ਜਿਵੇਂ ਲਾਲਪੁਰਾ ਜੀ ਕਹਿੰਦੇ ਨੇ ਕਿ ਕੋਈ ਫੜਿਆ ਗਿਆ ਤਾਂ ਉਹਨੂੰ ਛੁਡਾਉਣਾ, SHO ਕੋਲ ਦੂਜਾ ਕਰਨਾ, ਇਹ ਕਰਨਾ। ਇਹੋ ਜਿਹੇ ਕੋਈ ਲੋਕ ਤੇ ਸ਼ਾਇਦ ਥੋੜੀ ਬਾਤੀ ਜਿਹੜੀ ਹੈ ਉਸ ਇਲਾਕੇ ਦੇ ਵਿੱਚ ਮਦਦ ਕਰ ਸਕਣ। ਲੇਕਿਨ ਸਮੁੱਚੇ ਪੰਜਾਬ ਦੇ ਵਿੱਚ ਜਿੰਨਾ ਚਿਰ ਗ੍ਰਾਸ ਰੂਟ ਲੈਵਲ ਤੇ ਚੰਗੇ ਲੋਕ
ਔਰ ਉਸ ਤੋਂ ਬਾਅਦ ਐਮਐਲਏ ਵਾਲੇ ਪਾਸੇ ਨਹੀਂ ਚੱਲਦੇ। ਦੇਖੋ ਜਿਹੜੀ ਬੜੀ ਸਿੱਧੀ ਜੀ ਗੱਲ ਹੈ ਜੁੜਨ ਕਿਹਦੇ ਨਾਲ, ਸਾਡਾ ਜਿਹੜਾ ਮੈਨੂੰ ਦੱਸੋ ਪੰਜਾਬ ਦੇ ਵਿੱਚ ਸਿਸਟਮ ਕਿਹਦੇ ਨਾਲ ਜੁੜਨ, ਸਾਡਾ ਪੰਜਾਬ ਦੇ ਵਿੱਚ ਹੈਲੋ ਜੀ ਦੇਖੋ ਮੈਂ ਉਹੀ ਗੱਲ ਤੁਹਾਨੂੰ ਕਹਿ ਰਿਹਾ ਕਿ ਸਾਡਾ ਜਿਹੜਾ ਸਟੂਡੈਂਟ ਹੈ ਨਾ ਉਹਦੀ ਹੁਣ ਕੋਈ ਪੋਲੀਟੀਕਲ ਜਿਹੜੀ ਹੈ ਉਹ ਟ੍ਰੇਨਿੰਗ ਕੋਈ ਨਹੀਂ। ਪੋਲੀਟੀਕਲ ਟ੍ਰੇਨਿੰਗ ਅੱਗੇ ਹੁੰਦੀ ਸੀ, ਭਾਵੇਂ ਚੰਗੀ ਮਾੜੀ ਜਿਹੜੀ ਹੈ ਉਹ ਸਟੂਡੈਂਟ ਇਲੈਕਸ਼ਨ ਹੁੰਦੀਆਂ ਸਨ, ਸਟੂਡੈਂਟ ਯੂਨੀਅਨ ਸਟੇਟ ਲੈਵਲ ਤੇ ਹੁੰਦੀਆਂ ਸਨ। ਅਸੀਂ ਵੀ ਜੇ ਰਾਜਨੀਤੀ ਨੂੰ ਸਮਝਣਾ ਸ਼ੁਰੂ ਕੀਤਾ ਸੀ ਤੇ ਉਹ ਸਟੂਡੈਂਟ ਆਰਗੇਨਾਈਜੇਸ਼ਨ ਦੇ ਵਿੱਚੋਂ ਜਿਹੜਾ ਸੀ ਸ਼ੁਰੂ ਕੀਤਾ ਸੀ। ਉੱਥੇ ਕੁਝ ਆਈਡੀਓਲੋਜੀ ਸੀ, ਕੁਝ ਚੰਗੇ ਬੰਦੇ ਦੀ ਪਛਾਣ ਸੀ, ਕੁਝ ਇਹ ਸੀ ਕਿ ਬੰਦਾ ਚੰਗਾ ਹੈ ਜਿਹੜਾ ਨਹੀਂ ਹੈ। ਮੈਨੂੰ ਯਾਦ ਹੈ ਕਿ ਮੈਂ PSU ਨਾਲ ਜੁੜਿਆ ਸੀ, ਲੇਕਿਨ PSU ਦਾ ਜਦੋਂ ਜਨਰਲ ਸੈਕਟਰੀ ਜਿਹੜਾ ਇੱਕ ਬਾਗੀ ਬਣਿਆ ਸੀ ਉਹ ਮੈਨੂੰ ਸਟੂਡੈਂਟ ਹੀ ਨਹੀਂ ਲੱਗਾ ਤੇ ਮੈਂ ਕਿਹਾ ਇਹ ਮਤਲਬ ਲੀਡਰ ਜੇ ਇਹ ਲੀਡਰ ਹੈ ਤੇ ਮੈਂ ਇਹਨਾਂ ਨਾਲ ਨਹੀਂ ਚੱਲ ਸਕਦਾ। ਸੋ ਇਹ ਗੱਲ ਜਿਹੜੀ ਹੈ ਨਾ ਉਹ ਲੋਕਾਂ ਦੀ ਉਹ ਜਿਹੜੀ ਟ੍ਰੇਨਿੰਗ ਸੀ, ਉਹ ਟ੍ਰੇਨਿੰਗ ਜਿਹੜੀ ਹੈ ਸਾਨੂੰ ਪੰਜਾਬ ਦੇ ਵਿੱਚ ਅਸੀਂ ਐਮਰਜੈਂਸੀ ਤੋਂ ਬਾਅਦ ਇਲੈਕਸ਼ਨਾਂ ਲੜ ਲਈਆਂ, ਸਭ ਕੁਝ ਕਰ ਲਿਆ ਔਰ ਉਦੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਹੋਰ ਸਭ ਕੁਝ ਕਰੀ ਜਾਂਦੇ ਹਾਂ, ਲੇਕਿਨ ਅਸੀਂ ਸਟੂਡੈਂਟਸ ਦੀ ਇਲੈਕਸ਼ਨ ਨਹੀਂ ਹੋਣ ਦੇ ਰਹੇ, ਅਸੀਂ ਸਟੂਡੈਂਟਸ ਨੂੰ ਆਰਗੇਨਾਈਜੇਸ਼ਨ ਨਹੀਂ ਬਣਾਉਣ ਦੇ ਰਹੇ, ਸਟੂਡੈਂਟਸ ਨੂੰ ਅਸੀਂ ਪੋਲੀਟੀਕਲ ਟ੍ਰੇਨਿੰਗ ਨਹੀਂ ਦੇ ਰਹੇ। ਤੁਸੀਂ ਅੱਜ ਵੀ ਸਰਵੇ ਕਰ ਲਓ, ਸਾਡਾ ਕਾਲਜਾਂ ਦਾ, ਸਕੂਲ ਤੇ ਛੱਡ ਦਿਓ, ਸਾਡਾ ਕਾਲਜਾਂ ਦਾ ਜਿਹੜਾ ਵਿਦਿਆਰਥੀ ਹੈ ਉਹਨੂੰ ਹੀ ਪੋਲੀਟੀਕਲ ਨਹੀਂ ਪਤਾ ਕੁਝ, ਨਾ ਹੀ ਉਹਦਾ ਪੋਲੀਟੀਕਲ ਇੰਟਰਸਟ। ਸਰਦਾਰ ਇਕਬਾਲ ਸਿੰਘ ਜੀ ਥੱਲੇ ਖੁੱਸਾ ਪਾ ਕੇ ਸਰਦਾਰ ਇਕਬਾਲ ਸਿੰਘ ਜੀ ਨੂੰ ਨਾਲ ਜੋੜ ਲਈਏ। ਇਕਬਾਲ ਸਿੰਘ ਜੀ ਮੈਨੂੰ ਸਿਰਫ ਇੰਨੀ ਇੱਕ ਜਾਣਕਾਰੀ ਚਾਹੀਦੀ ਹੈ ਜਿਹੜੀ ਮੈਨੂੰ ਲੱਗਦਾ ਜਿਹੜੀ ਬਹੁਤ ਜ਼ਰੂਰੀ ਹੈ। ਜਿਵੇਂ ਡਾਕਟਰ ਸਾਹਿਬ ਕਹਿ ਰਹੇ ਆ, ਉਹ ਹੁੰਦਾ ਕੀ ਹੈ ਕਿ ਜਦੋਂ ਅਸੀਂ ਸਟੂਡੈਂਟ ਹੁੰਦੇ ਆ ਉਦੋਂ ਐਟੀਟਿਊਡ ਹੋਰ, ਜਦੋਂ ਟੀਚਰ ਹੋ ਜਾਂਦੇ ਆ, ਫਿਰ ਜਦੋਂ ਵਾਈਸ ਚਾਂਸਲਰ ਹੋ ਜਾਂਦੇ ਆ ਜਾਂ ਮੁੱਖ ਮੰਤਰੀ ਹੋ ਜਾਂਦੇ ਆ, ਅਸੀਂ ਅਕੋਰਡਿੰਗਲੀ ਆਪਣੇ ਆਪ ਨੂੰ ਬਦਲ ਲੈਂਦੇ ਆ। ਕਿੱਥੇ ਵਾਈਸ ਚਾਂਸਲਰਸ ਨੇ ਆਪਣਾ ਇਲੈਕਸ਼ਨਸ ਹੋਣ ਹੀ ਨਹੀਂ ਦਿੱਤੀਆਂ, ਪ੍ਰਿੰਸੀਪਲਸ ਨੇ ਨਹੀਂ ਹੋਣ ਦਿੱਤੀਆਂ, ਕਿਉਂਕਿ ਜਦੋਂ ਇਲੈਕਸ਼ਨ ਹੁੰਦੀ ਆ ਉਹ ਸਿਆਪੇ ਖੜੇ ਹੁੰਦੇ, ਅਗਲੇ ਕਹਿੰਦੇ ਛੱਡੋ ਪਰੇ। ਦੂਜੀ ਗੱਲ ਮੈਂ ਕਹਿੰਦਾ ਨੌਜਵਾਨ ਅੱਗੇ ਆਉਣਾ ਚਾਹੁੰਦੇ ਆ, ਆਉਣ ਕਿੱਥੇ, ਸਪੇਸ ਨਹੀਂ ਸੀ ਬਚੀ ਕਿਉਂਕਿ ਪੋਲੀਟੀਕਲ ਪਾਰਟੀਆਂ ਦੇ ਵਿੱਚ ਹਲਕੇ ਪੱਕੇ ਤੌਰ ਤੇ ਵੰਡੇ ਗਏ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਧੀਆਂ ਪੁੱਤ ਰੈਡੀ ਹੋ ਰਹੇ ਸੀ ਤੇ ਕਿਸੇ ਇਧਰੋਂ ਉਧਰੋਂ ਕਿਸੇ ਨੂੰ ਯਕੀਨ ਹੀ ਨਹੀਂ ਸੀ ਸਾਡੀ ਵਾਰੀ ਆਉਣੀ, ਕਹਿੰਦੇ ਯਾਰ ਤੁਸੀਂ ਆਪਣਾ ਧੰਦਾ ਕਰੋ, ਬਹੁਤੇ ਬਾਹਰ ਇਸੇ ਕਰਕੇ ਚਲੇ ਗਏ। ਸੋ ਮੈਨੂੰ ਲਾਲਪੁਰਾ ਸਾਹਿਬ ਇੰਝ ਲੱਗਦਾ ਹੈ ਕਿ ਕਿਸੇ ਮੰਚ ਤੋਂ ਬਿਨਾਂ, ਕਿਸੇ ਨਵੀਂ ਆਈਡੀਓਲੋਜੀ ਤੋਂ ਬਿਨਾਂ ਪਿੰਡ ਪੱਧਰ ਤੇ ਵੀ ਬੈਠਾ ਚੰਗਾ ਬੰਦਾ ਉਹ ਜੁੜੂ ਕਿਹਦੇ ਨਾਲ? ਆਖਰ ਉਹ ਤਾਂ ਫਿਰ ਜੁੜਿਆ ਹੀ ਹੈ ਜਿਨ੍ਹਾਂ ਨਾਲ ਜੁੜਿਆ, ਜਿਹੜੀਆਂ ਧਿਰਾਂ ਰੋਜ਼ ਸੱਤਾ 'ਚ ਸੁਪਨੇ ਵੀ ਲੈਂਦੀਆਂ ਤੇ ਸੱਤਾ 'ਚ ਬੈਠੀਆਂ। ਰੰਧਾਵਾ ਸਾਹਿਬ ਜਿਹੜੀ ਤੁਹਾਡੀ ਅਪਰੋਚ ਹੈ ਨਾ, ਬਹੁਤ ਅੱਛੀ ਅਪਰੋਚ ਹੈ। ਦੇਖੋ ਸੈਂਟਰ ਦੇ ਵਿੱਚ ਮੈਂ ਬੜੀ ਵਾਰੀ ਹਰ ਜਗ੍ਹਾ ਇਹ ਗੱਲ ਕਰਦਾ ਹੁੰਦਾ ਕਿ ਸੈਂਟਰ ਦੇ ਵਿੱਚ ਬਹੁਤ ਸਾਰੇ ਕੋਈ 60-70 IAS ਅਫਸਰ ਇਕੱਠੇ ਹੋਏ, ਉਹਦੇ 'ਚ IPS ਵੀ, ਦੂਜੇ ਵੀ, ਯੂਨੀਵਰਸਿਟੀਆਂ ਦੇ ਪ੍ਰੋਫੈਸਰ ਵੀ। ਉਹਨਾਂ ਨੇ ਜੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਵੀ ਕੋਈ ਗਲਤ ਫੈਸਲਾ ਕਰਦੇ ਜਿਹੜਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਤੇ ਉਹ ਉਹਦੇ ਤੇ ਸਾਰੇ ਜਣੇ ਮਿਲ ਕੇ ਜਿਹੜਾ ਹੈ ਉਹਨਾਂ ਨੂੰ ਸਵਾਲ ਕਰਦੇ ਆ, ਚਿੱਠੀ ਲਿਖ ਕੇ ਭੇਜਦੇ ਆ, ਉਹ ਮੰਚ ਬਣ ਗਿਆ। ਲੇਕਿਨ ਮੈਂ ਪੰਜਾਬ 'ਚ ਵੀ ਬੜੇ ਸਾਰੇ IAS ਅਫਸਰਾਂ ਨੂੰ, ਹੋਰਾਂ ਨੂੰ ਮਿਲਿਆ, ਕੋਸ਼ਿਸ਼ ਕੀਤੀ ਹੈ ਕਿ ਕੀ ਅਸੀਂ ਪੰਜਾਬ 'ਚ ਇੱਕ ਐਸਾ ਮੰਚ ਬਣਾ ਸਕਦੇ ਹਾਂ। ਹਾਲੇ ਤੱਕ ਤਾਂ ਕਾਮਯਾਬੀ ਹੋਈ ਨਹੀਂ ਤੇ ਮੈਂ ਸਮਝਦਾ ਕਿ ਆਪਾਂ ਨੂੰ ਜਿਹੜਾ, ਦੇਖੋ ਇਹ ਬੜਾ ਔਖਾ ਕੰਮ ਹੈ ਬਿਊਰੋਕਰੇਟਸ ਨੂੰ ਇਕੱਠੇ ਕਰਨਾ, ਲੇਕਿਨ ਸੌਖਾ ਕੰਮ ਇਹ ਹੈ ਕਿ ਕੁਝ ਬਿਊਰੋਕਰੇਟ ਜਿਹੜੇ ਚੰਗਾ ਕੰਮ ਕਰਨਾ ਚਾਹੁੰਦੇ ਆ, ਇਹ ਨਹੀਂ ਕਿ ਪਿੰਡ 'ਚ ਅਸੀਂ ਆ ਕੇ ਕੋਈ, ਜਿਹੜੇ ਬੰਦੇ ਆਪਣੇ ਪਿੰਡਾਂ ਦੇ ਰਹਿਣ ਵਾਲੇ ਆ ਉਹ ਪਿੰਡਾਂ 'ਚ ਆਉਣ, ਜਿਹੜੇ ਸ਼ਹਿਰਾਂ 'ਚ ਰਹਿਣ ਵਾਲੇ ਆ ਉਹ ਸ਼ਹਿਰਾਂ 'ਚ ਆਉਣ। ਆ ਕੇ ਜਿਵੇਂ ਵੈਸੇ ਤਾਂ ਕਿਸੇ ਦੇ ਸਾਹਮਣੇ ਉਹਦੀ ਸਿਫਤ ਕਰਨੀ ਬਹੁਤ ਹੀ ਅੱਛੀ ਨਹੀਂ ਹੁੰਦੀ ਤੇ ਡਾਕਟਰ SP ਸਿੰਘ ਹੋਰੀ ਹੈਗੇ ਆ ਨਾਲ, ਵਾਈਸ ਚਾਂਸਲਰ ਵੀ ਰਹੇ ਆ, ਆਪਣੀ ਵਿਦਿਅਕ ਖੇਤਰ ਦੇ ਇੰਚਾਰਜ ਹੈ। ਲੇਕਿਨ ਜਦੋਂ ਇਹ ਵਾਈਸ ਚਾਂਸਲਰ ਸੀ ਨਾ, ਮੈਂ ਇਹਨਾਂ ਦੀ ਇਸ ਕਰਕੇ ਕਦਰ ਕਰਦਾ, ਇਹਨਾਂ ਕੋਲ ਤਾਂ ਹਜ਼ਾਰਾਂ ਹੀ ਕਾਗਜ਼ ਆਉਂਦੇ ਆ ਤੇ ਉਹ ਬੰਦੇ ਨਿਕਲ ਜਾਂਦੇ ਆ ਤੇ ਫਿਰ ਬੰਦਿਆਂ ਨੂੰ ਯਾਦ ਨਹੀਂ ਰਹਿੰਦਾ। ਮੈਂ SSP ਦੇ ਤੌਰ ਤੇ ਇੱਕ ਕਿਤਾਬ ਉਦੋਂ ਗੁਰਬਾਣੀ ਕਥਾ ਵਿਚਾਰ ਲਿਖੀ ਸੀ, ਹਿੰਦੂ ਮਾਈਥੋਲੋਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਉਂ ਕੋਟ ਕੀਤੀ ਗਈ ਹੈ। ਜਥੇਦਾਰ ਅਕਾਲ ਤਖਤ ਸਾਹਿਬ ਨੇ ਵੀ ਉਹਦੇ ਤੇ ਮੋਹਰ ਲਾਈ, ਲੰਬੀ ਕਹਾਣੀ। ਮੈਂ ਡਾਕਟਰ ਸਾਹਿਬ ਨੂੰ ਭੇਜੀ, ਮੈਂ ਕਿਹਾ ਤੁਸੀਂ ਫੋਰਵਰਡ ਲਿਖ ਦਿਓ ਤੇ ਇਹਨਾਂ ਨੇ ਕੀ ਕੀਤਾ, ਅਗਲੇ ਦਿਨ ਹੀ 400 ਪੇਜ ਦੀ ਕਿਤਾਬ ਕਿਵੇਂ ਪੜ੍ਹੀ, ਕਿਵੇਂ ਦੇਖੀ, ਅਗਲੇ ਦਿਨ ਮੈਨੂੰ ਫੋਰਵਰਡ ਲਿਖ ਕੇ ਆ ਗਏ। 2004 ਦੀ ਉਹ ਕਿਤਾਬ ਛਪੀ ਹੈ, ਕਈ ਐਡੀਸ਼ਨ ਉਹਦੇ ਛਪ ਕੇ ਚਲੇ ਗਏ। ਮੈਨੂੰ ਅੱਛਾ ਲੱਗਾ ਤੇ ਇੱਕ ਮੇਰਾ ਦੋਸਤ ਹੀ ਵਾਈਸ ਚਾਂਸਲਰ ਲੱਗਾ, ਬਾਅਦ ਛੋਟੇ ਹੁੰਦੇ ਹੀ ਕਾਫੀ ਦੇਰ ਤੋਂ ਮੇਰੀ ਉਹਦਾ ਐਸੋਸੀਏਸ਼ਨ ਸੀਗੀ, ਉਹ ਵਾਈਸ ਚਾਂਸਲਰ ਬਣ ਗਿਆ। ਮੈਂ ਉਹਨਾਂ ਨੂੰ ਕਿਤਾਬ ਭੇਜੀ, ਉਹ ਭਾਜੀ ਕਿੱਥੇ ਜੀ, ਏਦਾਂ ਜੀ, ਉਹ ਜੀ, ਮੈਂ ਭੇਜੀ ਜੀ, ਮੈਂ ਉਹਦੇ ਕੋਲ ਮੰਗਣ ਵੀ ਨਹੀਂ ਗਿਆ ਕਿ ਨੋਟ ਤੁਸੀਂ ਲਿਖਿਆ ਕਿ ਨਹੀਂ ਲਿਖਿਆ। ਹੁਣ ਅਸੀਂ ਚੀਫ ਖਾਲਸਾ ਦੀਵਾਨ ਦੇ ਵਿੱਚ ਦੋਵੇਂ ਡਾਕਟਰ ਸਾਹਿਬ ਵੀ ਹੈਗੇ ਆ, ਕਈ ਮੁਸੀਬਤਾਂ ਆ, ਲੇਕਿਨ ਅਸੀਂ ਜੇ ਸਾਡੇ ਕੋਲ ਸਕੂਲ ਹੈਗੇ ਆ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਚੰਦ
ਉਹਨੂੰ ਠੀਕ ਕਰਾਈਏ। ਮੈਂ ਵੀ ਉਹ ਸਕੂਲ ਦਾ ਪ੍ਰਧਾਨ ਹੈ ਜਿਹਦਾ ਕਿਸੇ ਵੇਲੇ ਗਿਆਨੀ ਜੈਲ ਸਿੰਘ ਜੀ ਵੀ ਰਹੇ, ਕਿਸੇ ਵੇਲੇ ਸਰ ਸਿਮਰਜੀਤ ਸਿੰਘ ਮਾਨ ਦੇ ਫਾਦਰ ਹੈ, ਹੋਰ ਰਹੇ ਅਨੰਦਪੁਰ ਸਾਹਿਬ ਦਾ 1894 ਦਾ ਬਣਿਆ ਸਕੂਲ ਹੈ। ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਇਹਨੂੰ ਸੁਧਾਰੀਏ। ਜੇ ਸਾਰੇ ਬੰਦੇ, ਜੇ ਅਸੀਂ ਇਹ ਸੋਚੀਏ ਕਿ ਅਸੀਂ ਪਿੰਡਾਂ 'ਚ ਆ ਕੇ ਸਿਰਫ ਅਸੀਂ ਇਹੋ ਹੀ ਕੰਮ ਕਰਨਾ ਹੈ, ਡਾਕਟਰ ਸਾਹਿਬ ਦੇ ਕੋਲ ਜਾਈਦਾ, ਅੱਜ ਵੀ ਆਪਣੇ ਕਾਲਜ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ, ਪੰਜਾਬੀ ਉਹਦੇ ਲਈ ਸਰਗਰਮ ਹੈਗੇ ਆ, ਆਪ ਜੀ ਨੇ ਬੁਲਾਇਆ, ਆਪ ਜੀ ਲਈ ਵੀ ਸਰਗਰਮ ਹੈ। ਮੈਂ ਸਾਹਮਣੇ ਸਿਫਤ ਨਹੀਂ ਕਰਨੀ ਚਾਹੁੰਦਾ। ਅਸੀਂ ਦੋਵੇਂ ਪਿੱਛੇ ਇਲੈਕਸ਼ਨ ਦੇ ਵਿੱਚ ਸੀਗੇ ਇਕੱਠੇ, ਇਹ ਹੈਡ ਸੀਗੇ ਉਸ, ਅਸੀਂ ਤਿੰਨਾਂ ਨੇ ਇਲੈਕਸ਼ਨ ਕਰਾਇਆ ਤੇ ਅਸੀਂ ਕੋਸ਼ਿਸ਼ ਕੀਤੀ ਸਾਰੇ ਧੱਕੇ ਦੇ ਬਾਅਦ ਤੇ ਕਿ ਅਸੀਂ ਅਸੂਲਾਂ ਨਾਲ ਇਲੈਕਸ਼ਨ ਕਰਾਉਣੀ ਹੈ ਚੀਫ ਖਾਲਸਾ ਦੀਵਾਨ ਦੀ, ਕੋਈ ਗਲਤ ਕੰਮ ਨਹੀਂ ਕਰਨਾ। ਕੋਈ ਨਾਰਾਜ਼ ਹੋ ਜਾਏ, ਖੁਸ਼ ਹੋ ਜਾਏ, ਸਾਡੇ ਸਾਥੀ ਮੈਂਬਰ ਸੀ ਔਰ ਅਸੀਂ ਕਰ ਸਕੇ ਸਾਰੀ ਗੱਲ। ਸਰਦਾਰ ਸਾਹਿਬ ਮੇਰੀ ਬੇਨਤੀ ਸੁਣੋ। ਮੇਰੇ ਡਾਕਟਰ ਐਸਪੀ ਸਿੰਘ ਮੇਰੇ ਟੀਚਰ ਰਹੇ ਨੇ ਔਰ ਮੈਨੂੰ ਪਤਾ ਹੈ ਕਿ ਇਹ ਸ਼ਾਇਦ ਪਹਿਲੇ ਪੰਜਾਬੀ ਦੇ ਅਧਿਆਪਕ ਸੀ ਜਿਹੜੇ ਵਾਈਸ ਚਾਂਸਲਰ ਬਣੇ, ਉੱਥੋਂ ਪੰਜਾਬੀ ਵਾਲਿਆਂ ਦੇ ਭਾਗ ਖੁੱਲੇ। ਅੱਜ ਦੇ ਦਿਨ 'ਚ ਵੀ ਅਸੀਂ ਇਸ ਤਰ੍ਹਾਂ ਦੀ ਗੱਲਬਾਤ ਦਾ ਆਗਾਜ਼ ਕਰ ਰਹੇ ਸੀਗੇ ਜਿਹਦੇ 'ਚ ਇਹ ਗੈਰ ਰਸਮੀ ਹੋਵੇ, ਇਹਦੇ 'ਚ ਕੋਈ ਰੁਕਾਵਟ ਨਾ ਹੋਵੇ, ਜਿੰਨੀ ਮਰਜ਼ੀ ਲੰਬੀ ਚੱਲੇ। ਮੇਰਾ ਮਤਲਬ ਸਿਰਫ ਇੰਨਾ ਸੀਗਾ ਕਿ ਇਹਨਾਂ ਦੀ ਕਾਬਲੀਅਤ ਤੇ ਕੋਈ ਸ਼ੱਕ ਨਹੀਂ। ਇਹਨਾਂ ਤੁਹਾਨੂੰ ਜੇ ਚੁਣਿਆ ਗਿਆ, ਸਰਦਾਰ ਤਰਲੋਚਨ ਸਿੰਘ ਉਹ ਇਸ ਟੈਕਨੋਲੋਜੀ ਨਾਲ ਉਹਨਾਂ ਦੀ ਕੋਈ ਸਮੱਸਿਆ ਆ ਗਈ, ਨਹੀਂ ਤੇ ਉਹਨਾਂ ਨੇ ਵੀ ਆਉਣਾ ਸੀ। ਮੈਨੂੰ 4-3 ਚਿਹਰੇ ਬਹੁਤ ਬਿਹਤਰ ਲੱਗ ਰਹੇ ਸੀ। ਸਵਾਲ ਇਹ ਆ ਕਿ ਜਿੰਨਾ ਚਿਰ ਕੋਈ ਪਾਵਰ ਜਿਹੜੀ ਹੈ ਨਾ, ਭਾਵੇਂ ਉਹ ਆਈਡੀਓਲੋਜੀਕਲੀ ਹੋਵੇ, ਭਾਵੇਂ ਤੁਹਾਡੇ ਵਰਗੇ ਇੰਟੈਲੈਕਚੁਅਲਸ ਦੀ ਹੋਵੇ, ਜਿੰਨਾ ਚਿਰ ਉਹ ਸੰਗਠਿਤ ਨਹੀਂ ਹੁੰਦੀ। ਤੁਸੀਂ ਬਹੁਤ ਵਧੀਆ ਗੱਲ ਕੀਤੀ ਆ ਕਿ ਥਿੰਕ ਟੈਂਕ, ਮੈਂ ਹੁਣ ਇਹ ਪੁਰਾਣਾ ਸ਼ਬਦ ਹੋ ਗਿਆ, ਥਿੰਕ ਟੈਂਕ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਹੁਣ ਤੁਸੀਂ ਉਹ ਚਿਹਰੇ ਹੋ ਜਿਹੜੇ, ਮੇਰੇ ਕੋਲ ਲਗਭਗ 200 ਬੰਦਾ ਜੁੜਿਆ ਇਸ ਤਰ੍ਹਾਂ ਦਾ ਜਿਹੜੇ ਬਹੁਤ ਬਿਹਤਰ ਹੈ, ਉਹਨਾਂ ਦਾ ਵਰਗੀਕਰਨ ਕੀਤਾ ਜਾ ਸਕਦਾ। ਲੇਕਿਨ ਉਹਨਾਂ ਦੇ ਵਿੱਚੋਂ ਕੋਈ 40 ਦੇ ਕਰੀਬ ਇਹੋ ਜਿਹੇ ਲੋਕ ਆ ਜਿਹੜੇ ਪ੍ਰੈਕਟੀਕਲੀ ਕੰਮ ਕਰਨਾ ਚਾਹੁੰਦੇ। ਉਹਨਾਂ ਦੇ ਵਿੱਚੋਂ ਕਈ ਪ੍ਰੋਫੈਸ਼ਨਲ ਇਹੋ ਜਿਹੇ ਆ ਜਿਹੜੇ ਤੁਹਾਨੂੰ ਨੀਤੀ ਬਣਾ ਕੇ ਦੇ ਸਕਦੇ ਆ। ਸੋ ਮੈਨੂੰ ਇੰਝ ਲੱਗਦਾ ਹੈ ਕਿ ਅਸੀਂ ਪੋਲੀਟੀਸ਼ੀਅਨਸ ਦੇ ਮੂੰਹ ਵੱਲ, ਐਸਟੈਬਲਿਸ਼ ਪਾਰਟੀਆਂ ਦੇ ਮੂੰਹ ਵੱਲ ਵੇਖਣ ਦੀ ਬਜਾਏ ਜੇਕਰ ਇਸ ਪ੍ਰਕਿਰਿਆ ਨੂੰ ਸ਼ੁਰੂ ਕਰੀਏ, ਜਿੱਦਾਂ ਮੇਰੇ ਵਰਗੇ ਲੋਕ ਸੈਲਫਲੈਸ ਆ, ਅਸੀਂ ਸੌਂਹਾਂ ਖਾ ਕੇ ਤੁਰਨ ਵਾਲੀ ਗੱਲ ਕਰਦੇ ਆ ਕਿ ਨਾ ਕੋਈ ਅਹੁਦਾ ਲੈਣਾ, ਨਾ ਕਿਸੇ ਜਗ੍ਹਾ ਤੇ ਜਾਣਾ। ਲੇਕਿਨ ਤੁਸੀਂ ਇਸ ਧਰਤੀ ਨੂੰ ਜੇ ਸਿੰਜਣਾ ਹੈ, ਤੁਹਾਡੇ ਕੋਲ ਤਰੀਕਾ ਕੀ ਬਚਦਾ ਹੈ? ਤੁਹਾਨੂੰ ਕੋਈ ਪਲੇਟਫਾਰਮ ਖੜੇ ਕਰਨੇ ਪੈਣਗੇ, ਤੁਹਾਨੂੰ ਬੰਦਿਆਂ ਨੂੰ ਕੋਈ ਨਾ ਕੋਈ ਨੀਤੀ ਦੇਣ ਲਈ ਪ੍ਰੇਰਿਤ ਕਰਨਾ ਪਊਗਾ। ਫਿਰ ਮੈਂ ਕਹਿਣਾ ਕਿ ਜੇ ਕੇਜਰੀਵਾਲ 14 ਦੇ ਵਿੱਚ ਇੱਕ ਜਸਟ ਮੂਵਮੈਂਟ ਤੋਂ ਉੱਭਰ ਕੇ ਆ ਸਕਦਾ, ਭਾਵੇਂ ਉਹ ਦੇਸ਼ ਵਿਆਪੀ ਸੀ, ਅਸੀਂ ਮੂਵਮੈਂਟ ਖੜੀਆਂ ਕਿਉਂ ਨਹੀਂ ਕਰ ਸਕਦੇ? ਸੋ ਅੱਜ ਲੋਕ ਖੜਾ ਦੇ ਵਿੱਚੋਂ ਕੁਝ ਨਵੀਂ ਚੀਜ਼ ਭਾਲਦੇ ਆ। ਮੈਨੂੰ ਇੰਝ ਲੱਗਦਾ ਹੈ ਕਿ ਤੁਹਾਨੂੰ ਲੋਕਾਂ ਨੂੰ ਹੁਣ ਆਪਣੇ ਆਪਣੇ ਜਿਹੜੇ ਨਿੱਜੀ ਮਫਾਦ ਨੇ, ਹਉਮੈ ਆ, ਈਗੋ ਹੈ, ਇਹਨੂੰ ਤਜ ਦੇਣਾ ਚਾਹੀਦਾ, ਛੱਡ ਦੇਣਾ ਚਾਹੀਦਾ, ਤੁਰਨਾ ਚਾਹੀਦਾ। ਪੰਜਾਬ ਦੇ ਲੋਕ ਮਾਫ ਨਹੀਂ ਕਰਨਗੇ ਆਪਣੇ ਆਪ ਨੂੰ। ਹੁਣ ਤੁਹਾਡੇ ਸਾਡੇ ਤੇ ਕੋਈ ਗਿਲਾ ਨਹੀਂ, ਇੱਕ ਦੂਜੇ ਤੇ ਕਾਹਦਾ ਗਿਲਾ ਹੁੰਦਾ? ਫਿਰ ਹੌਲੀ ਹੌਲੀ ਲੋਕ ਕਹਿੰਦੇ ਚਲੋ ਛੱਡੋ, ਅਸੀਂ ਕੀ ਲੈਣਾ, ਤੁਰਦੇ ਬਣਦੇ ਆ। ਸੋ ਧਰਤੀ ਤਾਂ ਕਾਇਮ ਰਹਿੰਦੀ ਆ, ਹੋਰ ਤਰ੍ਹਾਂ ਦੇ ਲੋਕ ਹੋ ਜਾਣਗੇ, ਸੱਭਿਆਚਾਰ ਬਦਲ ਜੂ, ਲੇਕਿਨ ਅਖੀਰ ਦੇ ਵਿੱਚ ਸਾਡੀ ਜ਼ਿੰਮੇਵਾਰੀ ਤੋਂ ਅਸੀਂ ਭੱਜ ਜਾਵਾਂਗੇ ਨਾ। ਸੋ ਮੈਨੂੰ ਲੱਗਦਾ ਕਿ ਸ਼ੁਰੂਆਤ ਹੋ ਜਾਣੀ ਚਾਹੀਦੀ ਹੈ। ਰੰਧਾਵਾ ਸਾਹਿਬ, ਪਹਿਲੀ ਗੱਲ ਤਾਂ ਇਹ ਵੀ ਸ਼ੁਰੂਆਤ ਹੋ ਜਾਣੀ ਚਾਹੀਦੀ ਹੈ। ਦੂਜੀ ਗੱਲ ਹੈ ਕਿ ਮੈਂ ਆਫਰ ਕਰਦਾ, ਅਨੰਦਪੁਰ ਸਾਹਿਬ ਸਾਡੇ ਕੋਲ ਬਹੁਤ ਵੱਡੀ ਥਾਂ ਹੈਗੀ ਹੈ, ਤੇ ਜੇ ਕੋਈ ਸੈਮੀਨਾਰ ਕਰਾਉਣਾ ਹੈ ਤੇ ਮੈਂ ਉਹ ਸੈਮੀਨਾਰ ਫੰਡ ਵੀ ਕਰਾਂਗਾ। ਅਸੀਂ ਜਿੱਦਾਂ ਇੱਕ ਵੀ ਵਿਅਕਤੀ ਹੈ ਨਾ, ਕੋਈ ਡੇਟ ਰੱਖ ਲਓ, ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਬੈਠੀਏ ਤੇ ਸਹੀ। ਉਸ ਤੋਂ ਬਾਅਦ ਇੱਕ ਸਬ ਕਮੇਟੀਆਂ ਬਣਨ, ਉਸ ਤੋਂ ਬਾਅਦ ਜਿਹੜਾ ਹੈ ਅਸੀਂ ਅੱਗੇ ਲੈ ਕੇ ਚੱਲ ਸਕਦੇ ਆ। ਇਹ ਕੰਮ ਡਾਕਟਰ ਸਾਹਿਬ ਕੋਲ ਵੀ ਅੱਛੇ ਲੁਧਿਆਣੇ ਥਾਂ ਹੈਗੀ ਹੈ ਔਰ ਪੰਜਾਬ ਦਾ ਸੈਂਟਰ ਵੀ ਹੈ। ਇੱਥੇ ਵੀ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗਾ ਤੁਹਾਡੇ ਰਾਹੀਂ ਕਿ ਆਪਾਂ ਇੱਥੇ ਵੀ ਲੁਧਿਆਣੇ ਵੀ ਇਕੱਠੇ ਹੋ ਸਕਦੇ ਆ, ਪਰ ਇਕੱਠੇ ਹੋਣਾ ਸ਼ੁਰੂ ਤਾਂ ਕਰੀਏ। ਨਹੀਂ, ਇਹ ਸਿਲਸਿਲਾ ਬਣਨਾ ਚਾਹੀਦਾ, ਕੋਈ ਵੀ ਜਗ੍ਹਾ ਇਹ ਬਣਨਾ ਚਾਹੀਦਾ। ਅਸੀਂ ਹਰ ਤਰ੍ਹਾਂ ਨਾਲ ਤਿਆਰ ਹਾਂ। ਹਾਂਜੀ, ਜੇ ਕੋਈ ਚੰਡੀਗੜ੍ਹ ਵੀ ਹੈਗਾ ਤੇ ਅਸੀਂ ਉੱਥੇ ਵੀ ਇਹਦੇ ਤੇ ਕਰ ਸਕਦੇ ਹਾਂ। ਲੇਕਿਨ ਇੱਕ ਗੱਲ ਛੱਡ ਕੇ ਆਉਣਾ ਪਏਗਾ ਕਿ ਜਿਹੜੇ ਨੌਕਰੀਆਂ 'ਚ ਸਾਡੇ ਟੈਗ ਹੈ ਨਾ, ਉਹਨਾਂ ਨੂੰ ਘਰੇ ਛੱਡ ਕੇ ਆਈਏ, ਕਿਉਂਕਿ ਇਹ ਨਵਾਂ ਕੰਮ ਹੈ। ਇਸ ਨਵੇਂ ਕੰਮ 'ਚ ਆਮ ਲੋਕਾਂ ਨਾਲ ਮਿਲਣਾ ਪੈਣਾ। ਤੁਹਾਨੂੰ ਕਿਸੇ ਨੇ ਸਾਹਿਬ ਨਹੀਂ ਕਹਿਣਾ। ਹਾਂਜੀ, ਤੇ ਸਾਨੂੰ ਬੜਾ ਚੰਗਾ ਲੱਗਦਾ ਜਦੋਂ ਪਿੰਡ ਦੇ ਬੰਦੇ ਨਾਂ ਲੈ ਕੇ ਬੁਲਾਉਂਦੇ ਆ। ਕੋਈ ਚਾਚਾ ਕਹਿੰਦਾ, ਕੋਈ ਤਾਇਆ ਕਹਿੰਦਾ, ਕੋਈ ਕੁਛ ਆਖਦਾ, ਤੇ ਅਸੀਂ ਬੜਾ ਅੱਛਾ ਲੱਗਦਾ, ਫੀਲ ਕਰਦਾ ਕਿ ਇਹ ਮੇਰੇ ਆਪਣੇ ਹੈਗੇ ਆ। ਸੋ ਉਸ ਚੀਜ਼ਾਂ ਲਈ ਸਾਨੂੰ ਸਾਰੀਆਂ ਚੀਜ਼ਾਂ ਛੱਡ ਕੇ ਸੁੱਖ ਸਹੂਲਤਾਂ ਛੱਡਣੀਆਂ ਵੀ ਪੈਣੀਆਂ। ਗੋਲਫ ਖੇਡਣੀ ਵੀ ਛੱਡਣੀ ਪੈਣੀ ਹੈ। ਹਾਂਜੀ, ਸ਼ਾਮ ਨੂੰ ਕਲੱਬ ਵੀ ਛੱਡਣਾ ਪੈਣਾ। ਤੇ ਜੇ ਤਾਂ ਅਸੀਂ ਪੰਜਾਬ ਲਈ ਕੁਰਬਾਨੀ ਕਰਨੀ ਚਾਹੁੰਦੇ ਆ ਤੇ ਜਿਸ ਧਰਤੀ ਨਾਲ ਅਸੀਂ ਜੁੜੇ ਆ, ਉਸ ਧਰਤੀ ਨੂੰ ਪਿੱਛੇ ਮੁੜਾਈਏ। ਜਿੱਥੋਂ ਅਸੀਂ ਉੱਠ ਕੇ ਚੰਡੀਗੜ੍ਹ ਪਹੁੰਚੇ ਆ ਜਾਂ ਵੱਡੇ ਵੱਡੇ ਅਹੁਦਿਆਂ ਤੇ ਪਹੁੰਚੇ ਆ, ਤੇ ਇਕੱਠੇ ਹੋਈਏ, ਇਕੱਠੇ ਹੋ ਕੇ ਇੱਕ ਵਧੀਆ ਪਲੇਟਫਾਰਮ ਬਣਾ ਕੇ ਦਈਏ। ਸਾਰਿਆਂ ਦਾ ਐਕਸਪੀਰੀਅੰਸ ਹੈਗਾ। ਉਹ ਬੰਦੇ ਜਿਵੇਂ ਆਪ ਜੀ ਨੇ ਕਿਹਾ, ਸਹੁੰ ਖਾ ਕੇ, ਜਿਹੜੇ ਸਹੁੰ ਤਾਂ ਸਿੱਖ ਧਰਮ ਦੇ ਵਿੱਚ ਸਹੁੰ ਨਹੀਂ ਹੈਗੀ ਕੋਈ ਵੀ, ਕਿਉਂਕਿ ਨਾ ਹੀ ਕੋਈ ਸਿੱਖ ਸਹੁੰ ਖਾਂਦਾ। ਇਹ ਤਾਂ ਪ੍ਰਣ ਕਰਨ ਦੀ ਗੱਲ ਹੈ ਕਿ ਆਈ ਟੇਕ ਦਿਸ ਡਿਸੀਜ਼ਨ।
ਸੋ ਗੁਰੂਆਂ ਨੇ ਕਿਸੇ ਸਹੁੰ ਖਾਣ ਵਾਲੀ ਨਹੀਂ ਗੱਲ ਕੀਤੀ, ਲੇਕਿਨ ਅਸੀਂ ਇਹ ਕਿ ਬੰਦੇ ਸਾਨੂੰ ਸਭ ਨੂੰ ਪਤਾ ਹੈ ਜਿਹੜਾ ਨੌਕਰੀ ਚ ਚੋਰ ਆ ਉਹਨੇ ਹੁਣ ਭਾਵੇਂ ਜੋ ਮਰਜ਼ੀ ਭਗਵੇਂ ਕੱਪੜੇ ਜਾਂ ਕੋਇਲੇ ਕੱਪੜੇ ਪਾ ਕੇ ਆ ਜਾਏ, ਉਹਨੇ ਜਦੋਂ ਵੀ ਹੋਣਾ ਤੇ ਚੋਰੀ ਕਰਨੀ ਛੱਡਣੀ ਨਹੀਂ। ਤੇ ਇਸੇ ਤਰ੍ਹਾਂ ਹੀ ਜਿਹੜੀ ਹੈ ਜਿਹੜੇ ਬੰਦੇ ਇਮਾਨਦਾਰ ਰਹੇ ਆ ਭਾਵੇਂ ਕੋਈ ਛੋਟੇ ਅਹੁਦਿਆਂ ਤੇ ਵੀ ਰਹੇ, ਉਹ ਲੋਕਾਂ ਨੂੰ ਅਸੀਂ ਇਕੱਠੇ ਕਰਕੇ ਸਮਾਜ ਦੇ ਨਾਲ ਜੋੜ ਕੇ ਤੇ ਅਸੀਂ ਅੱਗੇ ਵਧਾ ਸਕਦੇ ਹਾਂ। ਜਿਹੜੇ ਮਾਰਗਦਰਸ਼ਕ ਬਣਨਾ ਚਾਹੁਣ, ਮੈਂ ਤਾਂ ਵੈਸੇ ਤੁਹਾਡੇ ਮਾਧਿਅਮ ਤੇ ਕਹਿ ਦਿੰਦਾ ਕਿ ਜੇ ਸੱਤ ਬਹੁਤ ਅੱਛੇ ਵੀ ਲੋਕ ਹੈਗੇ ਆ ਤੇ ਆਪਾਂ ਉਹਨਾਂ ਸੱਤਾਂ ਨੂੰ ਰਾਜ ਸਭਾ 'ਚ ਭੇਜ ਦਿਆਂਗੇ। ਜੇ ਅਸੀਂ ਚੁਣੇ ਜਾਵਾਂਗੇ ਤੇ ਉਹਨਾਂ ਨੂੰ ਸੱਤਾਂ ਨੂੰ ਰਾਜ ਸਭਾ 'ਚ ਭੇਜ ਦਿਆਂਗੇ, ਨਾ ਇਲੈਕਸ਼ਨ ਲੜਨ। ਜਿਹੜੇ ਇੰਟੈਲੈਕਚੁਅਲ ਆ ਸਾਡੇ ਪੰਜਾਬ ਦੀ ਉੱਥੇ ਜਾ ਕੇ ਗੱਲ ਕਰਨਗੇ, ਵੱਖਰੇ ਵੱਖਰੇ ਫੀਲਡ ਦੀ ਗੱਲ ਕਰਨਗੇ, ਕੋਈ ਜਵਾਬ ਤਾਂ ਨਿਕਲੇਗਾ। ਜਿਹੜੇ ਲੋਕਾਂ 'ਚ ਆਉਣਾ ਚਾਹੁੰਦੇ ਆ ਉਹ ਲੋਕ ਸਭਾ 'ਚ ਜਾ ਸਕਦੇ ਆ। ਜਿਹੜੇ ਜਗ੍ਹਾ ਦੀ ਘਾਟ ਨਹੀਂ ਹੈਗੀ, ਜਗ੍ਹਾ ਗੱਲ ਹੈ ਹਿੰਮਤ ਬਣਾਉਣ ਦੀ, ਹੌਸਲਾ ਬਣਾਉਣ ਦੀ। ਇਹ ਗੱਲ ਤੋਂ ਡਰਨ ਦੀ ਲੋੜ ਨਹੀਂ ਕਿ ਪਿੰਡ ਵਾਲੇ ਮੈਨੂੰ ਕੀ ਕਹਿਣਗੇ ਜਾਂ ਪਿੰਡ ਵਾਲੇ ਲੋਕ ਨਹੀਂ ਚੰਗੇ। ਜੇ ਪਿੰਡਾਂ 'ਚ ਨਹੀਂ ਆ ਕੇ ਮਿਲਾਂਗੇ, ਵਰਤਾਂਗੇ, ਗੱਲ ਕਰਾਂਗੇ ਤੇ ਫਿਰ ਲੋਕਾਂ ਦੀ ਸਾਡੀ ਗੱਲ ਦਾ ਇਤਬਾਰ ਕਿਵੇਂ ਬਚੇਗਾ, ਸਾਨੂੰ ਆਪਣਾ ਕਿਵੇਂ ਸਮਝਣਗੇ। ਹਾਂਜੀ, ਇਹ ਦੋਵੇਂ ਚੀਜ਼ਾਂ ਰਲਾਣੀਆਂ ਪੈਣੀਆਂ। ਗਰੁੱਪ ਵੀ ਬਣਾਓ ਲੇਕਿਨ ਸੰਪਰਕ ਵਿੱਚ ਵੀ ਆਓ। ਡਾਕਟਰ ਸਾਹਿਬ ਜਿਹੜੀ ਤੁਸੀਂ ਲੋਕਾਂ ਦੀ ਹੈ ਜੀ, ਮੈਨੂੰ ਡਾਕਟਰ ਸਾਹਿਬ ਜਿਹੜੀ ਸਭ ਤੋਂ ਖੂਬਸੂਰਤ ਗੱਲ ਤੁਹਾਡੀ ਲੱਗਦੀ ਹੈ ਸ਼ੁਰੂ ਤੋਂ ਹੀ ਕਿ ਤੁਸੀਂ ਪੋਜ਼ਿਟਿਵਿਟੀ, ਸਕਾਰਾਤਮਕਤਾ ਬੜੀ ਦਿਖਾਉਂਦੇ ਹੋ। ਮੈਂ ਸਭ ਤੋਂ ਪਹਿਲਾਂ ਇਹ ਮਹਿਸੂਸ ਕਰਦਾ ਹਾਂ ਕਿ ਜਦੋਂ ਲੋਕ ਇਹ ਸਮਝ ਲੈਣ ਕਿ ਹੁਣ ਅਸੀਂ ਆਪਣੇ ਘਰ ਪਰਿਵਾਰ ਸੈਟਲ ਕਰ ਲਏ, ਬੱਚੇ ਸੈਟਲ ਹੋ ਗਏ, ਤੀਜੀਆਂ ਪੀੜ੍ਹੀਆਂ ਆ ਗਈਆਂ, ਉਹਨਾਂ ਬੰਦਿਆਂ ਨੇ ਹੁਣ ਬਹੁਤ ਵੱਡੀਆਂ ਕੋਈ ਜਾਇਦਾਦਾਂ ਤਾਂ ਬਣਾਉਣੀਆਂ ਨਹੀਂ। ਔਰ ਘਰਾਂ 'ਚ ਬੈਠੇ ਵੈਸੇ ਵੀ ਮੈਨੂੰ ਨਹੀਂ ਲੱਗਦਾ ਕਿ ਕੋਈ ਉਮਰ ਵੱਧਦੀ ਆ, ਅਸੀਂ ਮੈਂਟਲੀ ਵੀ ਉਹਨੇ ਅਲਰਟ ਨਹੀਂ ਰਹਿੰਦੇ। ਲੇਕਿਨ ਡਾਕਟਰ ਸਾਹਿਬ ਇਹ ਬੜਾ ਜ਼ਰੂਰੀ ਆ ਕਿ ਜਿਹੜੇ ਬੰਦੇ ਹੁਣ ਸਾਰੀਆਂ ਜ਼ਿੰਮੇਵਾਰੀਆਂ ਤੋਂ ਫਾਰਗ ਹੋ ਗਏ, ਉਹ ਆਪਣਾ ਪੂਰੀ ਸਮਰੱਥਾ ਨਾਲ ਇਸ ਸਟੇਟ ਲਈ ਪਾਲਿਸੀ ਬਣਾਉਣ, ਨੀਤੀ ਬਣਾਉਣ, ਇਹਨੂੰ ਵਿਉਂਤਣ ਦੀ ਘਾੜਤ ਕੱਢਣ। ਔਰ ਤੁਸੀਂ ਉਹਦੇ ਲਈ ਬੜੇ ਜੈਨੂਇਨ ਪਰਸਨ ਹੋ। ਔਰ ਮੈਂ ਬਾਰ-ਬਾਰ ਕਹਿ ਰਿਹਾ ਕਿ 50-60 ਲੋਕ ਐਸੇ ਆ ਜਿਹੜੇ ਬਹੁਤ ਬਿਹਤਰ ਨੇ। ਰੰਧਾਵਾ ਸਾਹਿਬ, ਜਿਹੜੀ ਗੱਲ ਤਾਂ ਤੁਸੀਂ ਇਹ ਕਹੀ ਹੈ ਨਾ ਕਿ ਨੀਤੀਆਂ ਬਣਾਉਣ, ਉਹਦੀ ਸਟ੍ਰੈਟਜੀ ਬਣਾਉਣ, ਸਟ੍ਰੈਟਜੀ ਬਣਾ ਕੇ ਜਿਹੜੇ ਫਿਰ ਅੱਗੋਂ ਵਾਰੀਅਰ ਨੇ ਉਹਨਾਂ ਦਾ ਕੰਮ ਜਿਹੜਾ ਹੈ ਉਹ, ਜਿਵੇਂ ਸਰ ਇਕਬਾਲ ਸਾਹਿਬ ਨੇ ਕਿਹਾ ਕਿ ਉਹ ਵਾਰੀਅਰ ਜਿਹੜੇ ਨੇ ਉਹ ਇੱਕ ਵੱਖਰੇ ਹੋਣ। ਜਿੱਥੇ ਤੱਕ ਨੀਤੀ ਬਣਾਉਣੀ ਜਾਂ ਪੰਜਾਬ ਦੇ ਭਲੇ ਲਈ ਕਿਵੇਂ ਜਿਹੜਾ ਸੋਚਿਆ ਜਾ ਸਕਦਾ ਹੈ ਤੇ ਕਿਵੇਂ ਸੋਚਿਆ ਜਾ ਸਕਦਾ ਤੇ ਕਿਵੇਂ ਉਹਨੂੰ ਇੰਪਲੀਮੈਂਟ ਕੀਤਾ ਜਾ ਸਕਦਾ ਹੈ, ਉਹ ਰੋਲ ਤਾਂ ਜਿਹੜਾ ਹੈ ਉਹ ਸਾਡੇ ਵਰਗੇ ਲੋਕ ਜਿਹੜੇ ਗੱਲਾਂ ਕਰ ਸਕਦੇ ਨੇ ਜਾਂ ਜਿਹੜੇ ਲਿਖ ਪੜ੍ਹ ਸਕਦੇ ਨੇ ਉਹਨਾਂ ਦਾ। ਲੇਕਿਨ ਨਾਲ ਹੀ ਜਿਹੜਾ ਮਤਲਬ ਜੇ ਉਦਾਹਰਨ ਦੇ ਤੌਰ ਤੇ ਦੇਖੀਏ ਅਸੀਂ ਤੇ ਮੇਰੇ ਸਾਹਮਣੇ ਹਮੇਸ਼ਾ ਐਗਜ਼ਾਮਪਲ ਹੁੰਦੀ ਹੈ ਭਾਰਤੀ ਕਿਸਾਨ ਜੀ ਕਿ ਪੰਜਾਬ ਦੇ ਵਿੱਚ ਬੜੀ ਪਾਵਰਫੁਲ ਜਿਹੜੀ ਹੈ ਮੂਵਮੈਂਟ ਜਿਹੜੀ ਹੈ ਭਾਰਤੀ ਕਿਸਾਨ ਯੂਨੀਅਨ ਦੀ ਬਣ ਗਈ। ਇੱਕ ਲਖੋਵਾਲ ਸਾਹਿਬ ਬਣ ਗਏ, ਉਹ ਆਪਣਾ 10 ਸਾਲ ਉਹਨਾਂ ਨੇ ਭਾਰਤੀ ਕਿਸਾਨ ਯੂਨੀਅਨ ਦਾ ਪ੍ਰੈਜ਼ੀਡੈਂਟ ਹੋ ਕੇ ਵੀ ਤੇ ਮੰਡੀਕਰਨ ਬੋਰਡ ਦੀ ਚੇਅਰਮੈਨਸ਼ਿਪ ਲੈ ਕੇ, ਮਿਨਿਸਟਰ ਦਾ ਅਹੁਦਾ ਲੈ ਕੇ, ਸਾਰੀਆਂ ਸਹੂਲਤਾਂ ਲੈ ਕੇ ਉਹਨਾਂ ਨੇ ਮਤਲਬ ਜਿਹੜੀ ਹੈ ਉਹ ਕਿਸਾਨਾਂ ਨੂੰ ਵਰਤਿਆ। ਅੱਜ ਪਾਵਰ ਤੋਂ ਬਾਹਰ ਹੋ ਕੇ ਉਹ ਜਿਹੜੀ ਗੱਲ ਕਰਦੇ ਨੇ। ਦੂਜੇ ਪਾਸੇ ਜਿਹੜਾ ਉਹ ਦੂਜਾ ਗਰੁੱਪ ਆ ਗਿਆ ਰਾਜੇਵਾਲ ਉਹਨਾਂ ਦਾ, ਉਹ ਵੀ ਦੂਜੇ ਪਾਸੇ ਜਿਹੜੇ ਨੇ ਉਹ ਆਪਣੇ ਜੁੜ ਗਏ ਔਰ ਕਿਸਾਨਾਂ ਨੂੰ ਉਹਨਾਂ ਨੇ ਵਰਤਿਆ। ਤੀਜਾ ਜਿਹੜਾ ਉਗਰਾਹਾਂ ਗਰੁੱਪ ਆ ਗਿਆ। ਉਗਰਾਹਾਂ ਗਰੁੱਪ ਜਿਹੜਾ ਹੈ ਉਹ ਭਾਵੇਂ ਕੰਪੈਰੀਟਿਵਲੀ ਜਿਹੜਾ ਉਹ ਜ਼ਿਆਦਾ ਜਿਹੜਾ ਉਹ ਪ੍ਰੋਗਰੈਸਿਵ ਤੌਰ ਦੇ ਉੱਤੇ ਜੁੜਿਆ ਸੀ, ਲੇਕਿਨ ਉਹ ਵੀ ਆਪਣੀ ਜਿਹੜੀਆਂ ਨੇ ਸੀਮਤ ਜਿਹੜੀਆਂ ਨੇ ਸੋਚ ਦੇ ਵਿੱਚ ਜਿਹੜਾ ਪੈ ਗਿਆ। ਸਾਡੀ ਬਦਕਿਸਮਤੀ ਇਹ ਹੈ ਕਿ ਜਿਹੜੀ ਵੀ ਕੋਈ ਆਰਗੇਨਾਈਜੇਸ਼ਨ ਜਿਹੜੀ ਹੈ ਡਿਵੈਲਪ ਕਰਨੀ ਸ਼ੁਰੂ ਹੁੰਦੀ ਹੈ, ਜਾਂ ਇਹ ਕਹਿ ਲਓ ਕਿ ਉਹਦੇ ਵਿੱਚ ਆਪੇ ਹੀ ਪੈਦਾ ਹੋ ਜਾਂਦੇ ਨੇ ਜਾਂ ਮਤਲਬ ਪੋਲੀਟੀਕਲ ਪਾਰਟੀਆਂ ਦੇ ਆਪਣੇ ਬੰਦੇ ਉਹਦੇ ਵਿੱਚ ਪਾ ਦਿੰਦੇ ਨੇ ਕਿ ਤੁਸੀਂ ਦੱਸੋ ਕਿਸਾਨਾਂ ਦੀ ਪ੍ਰਤੀਨਿਧਤਾ ਕੌਣ ਕਰ ਰਿਹਾ। ਨੰਬਰ 2, ਸਾਡੇ ਸਾਹਮਣੇ ਐਗਜ਼ਾਮਪਲ ਜਿਹੜੀ ਹੈ ਸਰਦਾਰਾ ਸਿੰਘ ਜੌਹਲ ਉਹਨਾਂ ਦੀ, ਉਹਨਾਂ ਨੇ ਸੈਲਫਲੈਸ ਹੋ ਕੇ ਸਾਰੇ ਪਾਸੇ ਜਿਹੜੀ ਹੈ ਉਹ ਕੰਮ ਸ਼ੁਰੂ। ਔਰ ਜੇ ਉਹਨਾਂ ਦੀ ਜੈਨੂਨੈਸ ਦੇਖੀਏ, ਜੇ ਉਹਨਾਂ ਦੀ ਇਮਾਨਦਾਰੀ ਦੇਖੀਏ, ਜੇ ਉਹਨਾਂ ਦੀ ਸਮਰੱਥਾ ਦੇਖੀਏ ਤੇ ਪਰ ਉਹ ਵੀ ਗੱਲ ਜਿਹੜੀ ਹੈ ਉਹ ਰਿਜ਼ਲਟ ਜਿਹੜੇ ਨੇ ਉਹ ਨਹੀਂ ਦੇ ਸਕਦੇ। ਕਾਰਨ ਇਹ ਹੈ ਕਿ ਜਿੰਨਾ ਚਿਰ ਦੋ ਧਰਾਤਲ ਤੇ ਕੰਮ ਨਹੀਂ ਹੁੰਦਾ ਕਿ ਇੱਕ ਪਾਸੇ ਧਰਾਤਲ ਹੈ ਜਿਹੜਾ ਕੰਮ ਜਿਹੜਾ ਹੈ ਉਹ ਜਿਵੇਂ ਤੁਸੀਂ ਕਿਹਾ ਕਿ ਨੀਤੀ ਘੜੇ, ਉਹਦੀ ਸਟ੍ਰੈਟਜੀ ਬਣਾਏ, ਦੂਜਾ ਬਣਾਏ, ਲੇਕਿਨ ਦੂਜਾ ਜਿਹੜਾ ਵਿੰਗ ਹੈ ਉਹ ਹੈ ਜਿਹੜਾ ਗਰਾਊਂਡ ਲੈਵਲ ਦੇ ਉੱਤੇ ਉਸ ਉੱਤੇ ਉਹਦੇ ਸਮਰਥਨ ਦੇ ਵਿੱਚ ਉਹਦੇ ਨਾਲ ਸਹਿਮਤੀ ਪ੍ਰਗਟ ਕਰਦਾ ਆ, ਉਹਦੇ ਨਾਲ ਜਿਹੜਾ ਉਹ ਚੱਲੇ। ਨਿਰਾ ਜਿਹੜਾ ਸਾਡਾ ਲੋਕਾਂ ਦੀ ਜਿਹੜੀ ਸਮੱਸਿਆ ਹੈ ਕਿ ਲੋਕਾਂ ਨੂੰ ਜਿਸ ਵੇਲੇ ਲੱਗਦਾ ਹੈ ਕਿ ਭਾਵੇਂ ਅਕਾਲੀ ਆ ਜਾਣ, ਭਾਵੇਂ ਕਾਂਗਰਸ ਆ ਜਾਏ, ਸਾਡਾ ਤਾਂ ਹਸ਼ਰ ਉਹੀ ਹੋਣਾ, ਇਹ ਜਿਹੜੀ ਗੱਲ ਐਟੀਟਿਊਡ ਹੈ ਇਹ ਤਾਂ ਟੁੱਟ ਜਾਏਗਾ। ਇਹ ਇੱਕ ਵਾਰੀ ਆਮ ਆਦਮੀ ਪਾਰਟੀ ਨੇ ਤੋੜਿਆ, ਲੇਕਿਨ ਹੁਣ ਸਾਨੂੰ ਲੋੜ ਜਿਹੜੀ ਹੈ ਫਿਰ ਉਸੇ ਗੱਲ ਤੇ ਲੋਕਾਂ ਦੇ ਵਿੱਚ ਇੱਕ ਅਹਿਸਾਸ ਪੈਦਾ ਕਰਨ ਦੀ ਹੈ। ਇਹ ਫਸਲੀ ਬਟੇਰੇ ਨਹੀਂ। ਡਾਕਟਰ ਸਾਹਿਬ, ਮੈਨੂੰ ਸਿਰਫ ਤੁਸੀਂ ਕੁਝ ਸੈਕਿੰਡ ਦਿਓ। ਜਿਵੇਂ ਮੈਂ ਇੱਕ ਪ੍ਰਪੋਜ਼ਲ ਪੇਸ਼ ਕਰਦਾ, ਮੈਨੂੰ ਲੱਗਦਾ ਕਿ ਗੱਲ ਸਿੱਧੀ ਹਿੱਕ ਚੋਂ ਆਉਣੀ ਚਾਹੀਦੀ ਹੈ। ਮੈਨੂੰ ਇੰਝ ਲੱਗਦਾ ਹੈ
ਕਿ ਜਿੰਨਾ ਚਿਰ ਲੋਕਾਂ ਨੂੰ ਕੁਝ ਨਜ਼ਰ ਨਹੀਂ ਆਉਂਦਾ ਲੋਕ ਹੁੰਗਾਰਾ ਨਹੀਂ ਭਰਦੇ। ਤੁਸੀਂ 3-4 ਨੁਕਾਤੀ ਪ੍ਰੋਗਰਾਮ ਤੇ ਜੇ ਜਾਣਾ ਹੋਵੇ ਤੇ ਸਭ ਤੋਂ ਪਹਿਲਾਂ ਰਾਜਨੇਤਾਵਾਂ ਨੇ ਰਾਜ ਕੀਤਾ ਹੈ ਡਰ ਚੋਂ। ਔਰ ਸਭ ਤੋਂ ਪਹਿਲਾ ਸਵਾਲ ਇਹ ਆ ਕਿ ਜੇ ਕਿਧਰੇ ਤੁਸੀਂ ਕੋਈ ਨੀਤੀ ਬਣਾਉਣੀ ਹੋਵੇ ਤੇ ਸਭ ਤੋਂ ਪਹਿਲਾਂ ਆਉਂਦੀ ਪੁਲਿਸ ਰਿਫਾਰਮਸ ਦੀ, ਜਿਹੜੀ ਫੋਰਸ ਦਾ ਪੂਰਾ ਸਿਆਸੀਕਰਨ ਹੋ ਗਿਆ ਤੇ ਜਿਹੜੀ ਫੋਰਸ ਦੇ ਸਿਰ ਦੇ ਉੱਤੇ ਸੱਤਾ ਲਈ ਜਾਂਦੀ ਤੇ ਦਿੱਤੀ ਜਾਂਦੀ ਆ ਉਹ ਇਹੀ ਆ। ਸਭ ਤੋਂ ਪਹਿਲਾਂ ਪੁਲਿਸ ਰਿਫਾਰਮਸ ਲਈ ਤੁਸੀਂ ਮੂਹਰੇ ਹੋ ਕੇ ਚੱਲੋ ਔਰ ਉਹ ਜਿਹੜੇ ਸੰਬੰਧਿਤ ਲੋਕ ਆ ਉਸ ਤਰ੍ਹਾਂ ਦੀ ਨੀਤੀ ਬਣਾਉਣ। ਨੀਤੀ ਨਹੀਂ, ਇੱਕ ਪ੍ਰਪੋਜ਼ਲ ਪੇਸ਼ ਕਰਨ ਕਿ ਜੇ ਮੰਨ ਲਓ ਝੂਠੇ ਪਰਚੇ ਦਾ ਕਨਸੈਪਟ ਬੜਾ ਤਗੜਾ ਹੈ। ਝੂਠਾ ਪਰਚਾ ਜੇ ਕਿਸੇ ਦੀ ਐਪਲੀਕੇਸ਼ਨ ਤੇ ਹੁੰਦਾ ਤੇ ਜਿਹੜਾ ਅਫਸਰ ਕਰਦਾ ਹੈ ਉਹਨੂੰ 15 ਦਿਨ ਦੇ ਵਿੱਚ ਕੋਈ ਵੱਡਾ ਅਫਸਰ ਇਨਕੁਆਇਰੀ ਕਰਕੇ ਜਿਹਨੇ ਝੂਠੀ ਸ਼ਿਕਾਇਤ ਦਿੱਤੀ ਆ ਔਰ ਜਿਹੜੇ ਬੰਦੇ ਨੇ ਪਰਚਾ ਦਰਜ ਕੀਤਾ ਉਹਨਾਂ ਧਰਾਵਾਂ ਤੇ ਪਰਚਾ ਹੋਣ ਦੀ ਸੰਭਾਵਨਾ ਬਣਦੀ ਹੋਵੇ, ਵਿਧਾਨ ਸਭਾ 'ਚ ਮਤਾ ਆ ਜੇ, ਕੁਝ ਵੀ ਹੋ ਜਾਏ, ਜਿੱਦਾਂ ਵੀ ਮੈਨੂੰ ਨਹੀਂ ਪਤਾ ਦਾ ਕਿਉਂਕਿ ਮੈਂ ਟੈਕਨੀਕਲੀ ਸਾਊਂਡ। ਸਭ ਤੋਂ ਪਹਿਲਾਂ ਲੋਕਾਂ ਦੇ ਅੰਦਰੋਂ ਡਰ ਖਤਮ ਕੀਤਾ ਜਾਵੇ, ਲੋਕਾਂ ਨੂੰ ਇਹ ਸਮਝਾਇਆ ਜਾਵੇ ਕਿ ਪੁਲਿਸ ਤੁਹਾਡੀ ਮਿੱਤਰ ਹੈ, ਪੁਲਿਸ ਤੁਹਾਡੀ ਮਿੱਤਰ ਆ। ਅਸੀਂ ਜੇ ਰਿਫਾਰਮਸ ਦੀ ਗੱਲ ਕਰਨੀ ਆ ਨਾ, ਜਦੋਂ ਨੀਤੀ ਬਣਾਉਣ ਦੀ ਮੈਂ ਗੱਲ ਕਰਦਾ, ਜੇ ਲੋਕਾਂ ਨੂੰ ਕਹਿ ਦਿੱਤਾ ਜਾਵੇ ਯਾਰ ਡਰਦੇ ਕਾਹਤੋਂ ਜੇ, ਇਹ ਤੁਹਾਡਾ ਹੀ ਆ ਸਭ ਕੁਝ ਆ, ਜਿਹੜੇ ਜਿੰਨੇ ਮਰਜ਼ੀ ਪਾਵਰਫੁਲ ਲੋਕ ਆ ਉਹ ਕਿਸੇ ਨਾ ਕਿਸੇ ਸੰਵਿਧਾਨ ਦੇ ਦਾਇਰੇ 'ਚ ਬੱਝੇ ਹੋਏ ਆ। ਸੋ ਮੈਨੂੰ ਲੱਗਦਾ ਕਿ ਇਹ ਇੱਥੋਂ ਜੇ ਨੰਬਰ 1 ਤੋਂ ਮੈਂ ਜਿਵੇਂ ਗੱਲ ਕਰ ਰਿਹਾ, ਸੋ ਤੁਸੀਂ ਇਹਨਾਂ ਚੀਜ਼ਾਂ ਨੂੰ ਜੇ ਪ੍ਰੈਕਟੀਕਲੀ ਦੇਖਦੇ ਹੋਵੋ, ਲੋਕਾਂ ਨੂੰ ਇੱਕ ਦ੍ਰਿਸ਼, ਇੱਕ ਤਸਵੀਰ ਦਿਖਾਤੀ ਜਾਵੇ ਕਿ ਕੰਮ ਕਰਨ ਦਾ ਤਰੀਕਾ ਇਹ ਹੋ ਸਕਦਾ, ਅਗਲੀ ਸੱਤਾ ਇਸ ਤਰ੍ਹਾਂ ਦੀ ਹੋ ਸਕਦੀ ਆ ਕਿ ਤੁਸੀਂ ਕੁਝ ਵੀ ਜੇ ਗੈਰ ਕਾਨੂੰਨੀ ਕਰਦੇ ਹੋ ਤੇ ਫਸੇ ਹੋ, ਲੇਕਿਨ ਜੇ ਕੋਈ ਤੁਹਾਨੂੰ ਫਸਾਉਣਾ ਚਾਹਵੇ ਤੇ ਬਿਲਕੁਲ ਨਹੀਂ ਹੋ ਸਕਦਾ। ਰੰਧਾਵਾ ਸਾਹਿਬ ਇੱਕ ਗੱਲ ਬੜੀ ਕਲੀਅਰ ਹੈ ਕਿ ਵੈਕਿਊਮ ਦੇ ਵਿੱਚ ਔਰ ਆਈਸੋਲੇਸ਼ਨ 'ਚ ਗੱਲ ਨਹੀਂ, ਇਕੱਲਾ ਪੁਲਿਸ ਰਿਫਾਰਮ ਵਾਲੀ ਗੱਲ ਨਹੀਂ ਹੈ, ਐਡਮਿਨਿਸਟ੍ਰੇਟਿਵ ਰਿਫਾਰਮ ਵਾਲੀ ਗੱਲ ਨਹੀਂ ਹੈ। ਜੇ ਨੀਤੀ ਦੀ ਗੱਲ ਹੋਏ ਤਾਂ ਨੀਤੀ ਸਾਡੀ ਇੱਕ ਹੋਣੀ ਚਾਹੀਦੀ ਮੇਰੇ ਹਿਸਾਬ ਨਾਲ, ਕਿ ਜੇਕਰ ਅਸੀਂ ਆਪਣਾ ਐਜੂਕੇਸ਼ਨ ਸਿਸਟਮ ਔਰ ਐਜੂਕੇਸ਼ਨ ਸਿਸਟਮ ਦੇ ਵਿੱਚ ਜਿਹੜਾ ਕਰਿਕੂਲਮ ਹੈ, ਜੋ ਅਸੀਂ ਪੜ੍ਹਾਉਂਦੇ ਹਾਂ, ਉਹ ਪੜ੍ਹਾਉਣ ਦਾ ਜਿਹੜਾ ਆਧਾਰ ਜਿਹੜਾ ਹੈ, ਜੇਕਰ ਉਹ ਇੱਕ ਠੀਕ ਮਨੁੱਖ ਦੀ ਜਿਹੜੀ ਹੈ ਜੀਵਨ ਦੀ ਉਸਾਰੀ ਨਾਲ ਜੁੜਿਆ ਹੋਏਗਾ ਤੇ ਸਾਰੀਆਂ ਗੱਲਾਂ ਜਿਹੜੀਆਂ ਜੁੜ ਜਾਣਗੀਆਂ, ਕਿਉਂਕਿ ਉਹਦੇ ਵਿੱਚੋਂ ਹੀ ਪੁਲਿਸ ਨੇ ਆਉਣਾ। ਉਹਦੇ ਸਰ ਉਹ 20 ਸਾਲ ਲੰਬੀ ਪ੍ਰਕਿਰਿਆ, ਉਹ 20 ਸਾਲ ਲੰਬੀ ਪ੍ਰਕਿਰਿਆ, ਉਹ ਤੁਸੀਂ ਨੰਬਰ 1 ਤੇ ਉਹਨੂੰ ਰੱਖ ਲਓ, ਉਹਨੂੰ ਨੰਬਰ 1 ਤੇ ਰੱਖ ਲਓ, ਲੇਕਿਨ ਉਹਨੂੰ ਪ੍ਰਕਿਰਿਆ ਨੂੰ ਸਿਰੇ ਚੜਦਿਆਂ ਸਲੋਲੀ ਪ੍ਰੋਸੈਸ ਆ, 10-12 ਸਾਲ ਲੱਗ ਜਾਣੇ ਇੱਕ ਬੱਚੇ ਨੂੰ ਗਰੂਮ ਕਰਦਿਆਂ। ਲੇਕਿਨ ਜਿਹੜੇ ਲੋਕ ਇਨਸਟੈਂਟਲੀ ਜਿਹੜੀ ਗੋਲੀ ਕਹਿੰਦੇ ਜਿੰਨਾ ਸਿਰ ਤੇ ਮੈਂ ਇੱਕ ਤੁਹਾਨੂੰ ਬੇਨਤੀ ਕਰਾਂ ਜੀ, ਇੱਕ ਬੇਨਤੀ ਮੇਰੀ ਕਰਨਾ, ਡਾਕਟਰ ਸਾਹਿਬ ਦੀ ਗੱਲ ਵੀ ਕਰਦਾ ਸਹਿਮਤੀ। ਦੇਖੋ ਗੱਲ ਆ ਵੀ ਸਿਰ ਤੇ ਕਫਨ ਬਣ ਕੇ ਆਉਣਾ ਪੈਣਾ, ਜਿਹੜੇ ਗੁਰੂ ਸਾਹਿਬ ਦੀ ਪੁਕਾਰ ਸੀ, ਜੋ ਤਾਂ ਪ੍ਰੇਮ ਖੇਲਣ ਕਾ ਚਾਹੋ ਸਿਰ ਤਾਂ ਤਲੀ ਗਲੀ ਮੇਰੀ ਆਓ। ਮੈਂ ਇੱਕ ਇੱਥੇ ਐਜੀਟੇਸ਼ਨ ਕੀਤੀ, ਉਹਨੂੰ ਮੈਂ ਲੀਡ ਕਰ ਰਿਹਾ ਸੀ ਸਾਡੇ ਇਲਾਕੇ 'ਚ। ਉਹ ਮੈਨੂੰ ਕਹਿਣ ਲੱਗੇ ਤੁਹਾਨੂੰ ਅੰਦਰ ਦੇ ਦੇਣਾ, ਕਿਸੇ ਅਫਸਰ ਨੂੰ ਵੀ ਵਾਕਿਫ ਸੀਗਾ ਤੇ ਸਾਹਿਬ ਪ੍ਰਕਾਸ਼ ਸਿੰਘ ਮੁੱਖ ਮੰਤਰੀ ਸੀ, ਜਿਹੜੇ ਡੀਜੀਪੀ ਇੰਟੈਲੀਜੈਂਸ ਸੀ, ਉਹ ਮੇਰੇ ਨਾਲ ਕਿਤੇ ਉਹਨੇ ਕੰਮ ਕੀਤਾ ਸੀ। ਉਹ ਮੈਨੂੰ ਕਹਿਣ ਲੱਗੇ ਤੁਹਾਨੂੰ ਅੰਦਰ ਦੇਣ ਦਾ ਪ੍ਰੋਗਰਾਮ। ਮੈਂ ਕਿਹਾ ਬੜੀ ਖੁਸ਼ੀ ਹੋਏਗੀ ਜੇ ਤੁਸੀਂ ਮੈਨੂੰ ਲੋਕ ਕਾਰਜ ਲਈ ਅੰਦਰ ਦਿਓ ਤੇ ਮੈਂ ਬਿਲਕੁਲ ਜ਼ਮਾਨਤ ਨਹੀਂ ਕਰਾਵਾਂਗਾ। ਹਾਂਜੀ, ਤੁਸੀਂ ਮੈਨੂੰ 6 ਮਹੀਨੇ ਰੱਖਣਾ, ਸਾਲ ਰੱਖਣਾ, ਤੁਹਾਡੀ ਤੇ ਆ। ਹਾਂਜੀ, ਉਹ ਫਿਰ ਡਰ ਗਿਆ ਕਿ ਇਹ ਹੋਏ ਤਾਂ ਪਤਾ ਕੀਤਾ ਕਿ ਇਲਾਕਾ ਸਾਰਾ ਨਾਲ ਉੱਠ ਕੇ ਤੁਰ ਪਏਗਾ, ਮੁਸ਼ਕਿਲ ਹੋ ਜਾਏਗੀ। ਹਾਂਜੀ, ਨਹੀਂ ਗ੍ਰਿਫਤਾਰੀ ਹੋਈ, ਅਲਟੀਮੇਟਲੀ ਉਹਨਾਂ ਨੂੰ ਝੁਕਣਾ ਪਿਆ। ਜਿਹੜਾ ਆਰਡਰ ਗਵਰਨਮੈਂਟ ਨੇ ਕੀਤਾ ਸੀ ਉਹਨਾਂ ਨੂੰ ਵਾਪਸ ਲੈਣਾ ਪਿਆ। ਜਿਹੜਾ ਪੋਲੀਟੀਸ਼ੀਅਨ ਸੀਗਾ ਉਸ ਵੇਲੇ ਜਿਹੜਾ ਨਹੀਂ ਹੋਣ ਦੇ ਰਿਹਾ ਸੀ, ਉਹ ਫਿਰ ਬਾਅਦ ਕ੍ਰੈਡਿਟ ਲੈਣਾ, ਫਿਰ ਇਹ ਲੋਕਾਂ ਨੂੰ ਕਹੇ ਜੀ ਮੈਨੂੰ ਸਨਮਾਨਿਤ ਕਰੋ, ਮੈਂ ਇਹ ਤੁਹਾਡਾ ਕੰਮ ਕਰਵਾ ਦਿੱਤਾ। ਮਾਈਨਿੰਗ ਦੇ ਖਿਲਾਫ ਅਸੀਂ ਧਰਨੇ ਮਾਰੇ, ਆਮ ਮਾਰੇ। ਕੋਈ ਵੀ ਜਿਹੜਾ ਕੰਮ ਹੈ, ਜਿਹੜਾ ਲੋਕ ਹਿੱਤ ਦਾ ਕੰਮ ਹੈ, ਉਹਦੇ ਲਈ ਸਾਨੂੰ ਕੁਰਬਾਨੀ ਦੇਣੀ ਪਏਗੀ, ਹਉਮੈ ਛੱਡਣੀ ਪਏਗੀ, ਛੋਟੇ ਨਾਲ ਵੀ ਬਹਿਣਾ ਪਏਗਾ, ਵੱਡੇ ਨਾਲ ਵੀ ਬਹਿਣਾ ਪਏਗਾ। ਇਹਦੇ ਲਈ ਇੱਕ ਮੈਂ ਤਾਂ ਤੁਹਾਨੂੰ ਆਫਰ ਕਰਦਾ ਕਿ ਇੱਕ ਸੈਮੀਨਾਰ ਕਰਾਈਏ, ਸੈਮੀਨਾਰ ਨਹੀਂ ਗੈਟ ਟੂਗੇਦਰ ਕਰਾਈਏ। ਜਿਹੜੇ ਬੰਦੇ ਸਿਰ ਤਲੀ ਤੇ ਰੱਖ ਕੇ ਆਉਣਾ ਚਾਹੁੰਦੇ ਆ ਜਾਓ। ਹਾਂਜੀ, ਬਾਕੀ ਇਹ ਜਿਹੜੀਆਂ ਗੱਲਾਂ ਨੇ, ਇਹ ਜਿਵੇਂ ਪੁਲਿਸ ਆਧਾਰ ਹੈ ਨਾ, ਅੰਗਰੇਜ਼ ਨੇ ਇੰਨਾ ਵਧੀਆ ਕਾਨੂੰਨ ਬਣਾਇਆ ਹੋਇਆ, ਉਹਦੇ ਤੇ ਲਿਖਿਆ ਹੋਇਆ ਉਹਨਾਂ ਨੇ, ਪੁਲਿਸ ਅਫਸਰ should be regarded as a wise and impartial friend and a protector against injury to person and property। ਅੱਗੇ ਜਾ ਕੇ ਇਹ ਵੀ ਲਿਖਿਆ ਕਿ ਜੇਕਰ ਤੁਸੀਂ ਇਸ ਤਰ੍ਹਾਂ ਦੇ ਬਣੋਗੇ ਲੋਕਾਂ ਦੇ ਦੋਸਤ, ਕ੍ਰਿਮੀਨਲ ਸਿਰਫ 2% ਹੈ, ਪੁਲਿਸ ਉਹਨਾਂ ਦਾ ਹਿੱਸਾ ਬਣਦੀ ਹੈ। ਮੈਂ ਅੱਜ ਤੋਂ 10 ਸਾਲ ਪਹਿਲਾਂ ਵੀ 12 ਸਾਲ ਪਹਿਲਾਂ ਸਰਵਿਸ ਹੁੰਦਿਆਂ ਵੀ ਕਿਹਾ ਸੀਗਾ ਕਿ 10% ਤਾਂ ਪੁਲਿਸ ਵਾਲੇ ਆਪ ਨਸ਼ਾ ਕਰਦੇ, ਨਸ਼ਾ ਕਿਵੇਂ ਬੰਦ ਹੋਣਗੇ। ਮੇਰੇ ਲਿਖੇ ਹੋਏ ਆਰਡਰ ਵੀ ਹੈਗੇ ਆ ਡੀਐਸਪੀ ਸਾਹਿਬਾਨ ਨੂੰ, ਦੂਜਿਆਂ ਨੂੰ, ਕਿ ਤੁਸੀਂ ਆਪਣੇ ਜਿਹੜੇ ਮੁਲਾਜ਼ਮ ਹੈ ਜਿਹੜੇ ਨਸ਼ਾ ਕਰਦੇ ਆ, ਇਹਨਾਂ ਨੂੰ ਕਹੋ ਇੱਕ ਤਾਂ ਨਸ਼ਾ ਤਿਆਗਣ, ਦੂਜਾ ਇਹ ਦੱਸਣ ਕਿਹਦੇ ਕੋਲੋਂ ਲੈ ਕੇ ਆਉਂਦੇ ਆ, ਨਹੀਂ ਤਾਂ ਨੌਕਰੀ ਤੋਂ ਡਿਸਮਿਸ ਕਰ ਦਿਓ। ਸੋ ਯੂ ਵਿਲ ਹੈਵ ਟੂ ਟੇਕ ਦੀ ਹਾਰਸ਼ ਡਿਸੀਜਨ। ਇਹ ਗੱਲ ਨਹੀਂ ਹੈ ਮਿੱਠੀਆਂ ਮਿੱਠੀਆਂ ਗੱਲਾਂ ਕੁਛ ਨਾਲ ਨਹੀਂ ਹੋਣਾ, ਲੜਨਾ ਪੈਣਾ। ਸਿਸਟਮ ਕਰਪਟ ਹੋ ਗਿਆ ਔਰ ਉਸ ਸਿਸਟਮ ਕਰਪਟ ਨਾਲ ਇਹਨਾਂ ਨੇ ਤੁਹਾਨੂੰ ਤੰਗ ਵੀ ਕਰਨਾ, ਜਿਵੇਂ ਤੁਸੀਂ ਕਹਿ ਰਹੇ ਹੋ ਤੰਗ ਕਰਦੇ, ਮੇਰੀ ਸਿਕਿਉਰਿਟੀ ਵੀ ਡਰਾ ਕਰਨੀ। ਕਿਸੇ ਵੇਲੇ ਕਿਹਾ ਸੀ ਜੈਟ ਸਿਕਿਉਰਿਟੀ, ਮੈਂ ਕਿਹਾ ਯਾਰ ਲੋਕ ਮੇਰੀ ਸਿਕਿਉਰਿਟੀ ਹੈ, ਮੈਨੂੰ ਤੁਹਾਡੀ ਸਿਕਿਉਰਿਟੀ ਦੀ ਲੋੜ ਹੀ ਨਹੀਂ। ਆਈ ਡੋਂਟ ਨੀਡ ਯੂਰ ਸਿਕਿਉਰਿਟੀ, ਮੈਨੂੰ ਕਿਹਨੇ ਮਾਰਨਾ।
ਜੇ ਮੈਂ ਤਾਂ ਕਿਸੇ ਮਿਨਿਸਟਰ ਵੀ ਬਣਾਂਗਾ ਤਾਂ ਮੈਂ ਕਦੇ ਸਿਕਿਉਰਿਟੀ ਨੂੰ ਨੇੜੇ ਵੀ ਨਹੀਂ ਆਉਣ ਦਿਆਂਗਾ। ਗਨਮੈਨ ਦੀ ਕੀ ਲੋੜ ਹੈ ਮੈਨੂੰ? ਅਸੀਂ ਲੋਕਾਂ ਦੇ ਬੰਦੇ ਆ, ਸਾਨੂੰ ਲੋਕਾਂ ਨੇ ਮਾਰਨਾ। ਇਹ ਤਾਂ ਐਵੇਂ ਹੀ ਜਿਹੜੇ ਆ ਨਾ ਇੱਕ ਝੂਠਾ ਫਰੇਮ ਬਣਿਆ ਹੋਇਆ। ਸਰਦਾਰ ਇਕਬਾਲ ਸਿੰਘ, ਮੈਨੂੰ ਕੋਈ ਬੰਦਾ ਇਹ ਵੀ ਤਾਂ ਦੱਸ ਦੇ ਜਿਹੜਾ ਇਹ ਕਹਿ ਸਕਦਾ ਵੀ ਉਹਨੇ ਮਰਨਾ ਨਹੀਂ। ਆਹ ਕਰੋਨਾ ਆਇਆ ਸੀ, ਪਤਾ ਨਹੀਂ ਕਿੱਡੇ ਕਿੱਡੇ ਵੱਡੇ ਬੰਦੇ ਨਿਊਯਾਰਕ ਦੇ ਵਿੱਚ ਇਹਦੀ ਭੇਟ ਹੋ ਗਏ। ਮੇਰਾ ਸਾਫ਼ ਜਿਹਾ ਮੰਨਣਾ ਹੈ ਕਿ ਮਰਨਾ ਤਾਂ ਹੈ ਹੀ ਆ, ਔਰ ਮਰਨ ਦੇ ਕਾਹਦੇ ਡਰ? ਜੇ ਜ਼ਿੰਮੇਵਾਰੀਆਂ ਨਿਭਾ ਚੁੱਕੇ ਆ ਤੇ ਫਿਰ ਹੁਣ ਇਹ ਸੋਚਣ ਦੀ ਤਾਂ ਲੋੜ ਨਹੀਂ। ਜੇ ਲੋਕਾਂ ਲਈ ਮਰਨਾ ਹੈ ਤੇ ਲੋਕ ਜੀਣ ਦੇ ਵੀ ਸੌਖੇ ਰਸਤੇ ਦਿੰਦੇ ਆ, ਬਾਅਦ ਦੇ ਵਿੱਚ ਇੱਜ਼ਤ ਇੰਨੀ ਮਿਲਦੀ ਹੈ ਕਿ ਤੁਸੀਂ ਵੈਸੇ 20 ਸਾਲ ਵੱਡੇ ਹੋ ਜਾਂਦੇ ਹੋ। ਬਹੁਤ ਅੱਛਾ, ਬਹੁਤ ਅੱਛਾ ਜੀ। ਸੋ ਡਾਕਟਰ ਸਾਹਿਬ ਬੜੀ ਖੁਸ਼ੀ ਹੋਏਗੀ, ਬੜੀ ਖੁਸ਼ੀ ਹੋਏਗੀ। ਕੋਈ ਵੀ ਬੰਦਾ ਅੱਗੇ ਲੱਗਦਾ ਮੈਂ ਸਭ ਤੋਂ ਪਹਿਲਾਂ ਉਹਦੇ ਪਿੱਛੇ ਲੱਗਾਂਗਾ। ਲੇਕਿਨ ਜਿਹੜੀ ਹੈ ਸਾਰੇ ਮਿਲੀਏ ਤੇ ਲੈਟ ਅਸ ਆਲ ਕੰਟਰੀਬਿਊਟ। ਨਹੀਂ ਪਰ ਇਹਦੇ ਚ ਇੱਕ ਲਾਲਪੁਰਾ ਸਾਹਿਬ, ਇੱਕ ਹੋਰ ਮੈਂ ਡਾਕਟਰ ਸਾਹਿਬ ਵੱਲ ਜਾਣ ਤੋਂ ਪਹਿਲਾਂ ਇੱਕ ਹੋਰ ਚੀਜ਼ ਬੜੀ ਅਹਿਮ ਲੱਗਦੀ ਮੈਨੂੰ ਲੱਗਦਾ ਕਿ ਜੇ ਫੇਰ ਪਰਸਨੈਲਿਟੀ ਕਲਟ ਬਣਾ ਲੈਣੇ, ਸ਼ਖਸੀਅਤਾਂ ਵੱਡੀਆਂ ਕਰ ਲੈਣੀਆਂ ਨਾ, ਵੀ ਅੱਗੇ ਕੋਈ ਲੱਗ ਜਾਏ, ਅੱਗੇ ਨਾ ਲੱਗੇ, ਫਿਰ ਉਹ ਸਿਆਪਾ ਉੱਥੇ ਪੈਂਦਾ। ਦੇਖੋ, ਇੱਕ ਨੂੰ ਲਾ ਕੇ ਦੂਜੇ ਨੂੰ ਲਾ ਲੈਂਦੇ ਹੋ, ਉਹਨੂੰ ਲਾਉਣ ਲੱਗਿਆ ਤੀਜਾ ਘੜ ਲੈਂਦੇ ਹੋ, ਤੀਜੇ ਤੋਂ ਬਾਅਦ ਚੌਥਾ ਆ ਜਾਂਦਾ। ਮੈਨੂੰ ਲੱਗਦਾ ਕਲੈਕਟਿਵ ਲੀਡਰਸ਼ਿਪ ਦਾ ਕਨਸੈਪਟ ਬਹੁਤ ਹੈ। ਬਿਲਕੁਲ ਸਿਸਟਮ ਬਿਹਤਰ ਹੋ ਜਾਏ, ਸਿਸਟਮ ਵੱਡਾ ਹੋ ਜਾਏ। ਡਾਕਟਰ ਸਾਹਿਬ ਇਹ ਠੀਕ ਹੈ ਗੱਲ ਕਿ ਨਹੀਂ? ਨਹੀਂ, ਬਿਲਕੁਲ ਸਹੀ ਹੈ। ਦੇਖੋ, ਗੱਲ ਤੁਹਾਡੀ ਠੀਕ ਹੈ। ਗੱਲ ਪ੍ਰੈਕਟੀਕਲੀ ਅਸੀਂ ਇਹ ਗੱਲ ਕਰੀਏ ਕਿ ਜਿਹੜੀ ਸ਼ਖਸੀਅਤ ਹੈ ਜੀ, ਉਹ ਆਪਣੇ ਆਪ ਚ ਇਸ ਪੱਧਰ ਦੀ ਹੋਏ ਕਿ ਲੋਕ ਜਿਹੜੇ ਨੇ ਉਹਦੀ ਰਿਸਪੈਕਟ ਜਿਹੜੀ ਆ ਉਹ ਕਰਨ। ਔਰ ਉਹੀ ਗੱਲ ਹੈ ਕਿ ਜੇਕਰ ਉਹ ਟਰਾਈਡ ਨੇ, ਜੇਕਰ ਉਹ ਆਪਣੀ ਪੋਜੀਸ਼ਨ ਚ ਰਹਿੰਦੇ ਹੋਏ ਬੇਦਾਗ ਰਹੇ ਨੇ ਔਰ ਲੋਕਾਂ ਵਿੱਚ ਇਹ ਗੱਲ ਦਾ ਅਹਿਸਾਸ ਹੈ, ਸਿਰਫ ਉਹਦਾ ਆਪਣਾ ਕਹਿਣ ਦਾ ਕਿ ਜੀ ਮੈਂ ਇਮਾਨਦਾਰ ਰਿਹਾ, ਮੈਂ ਕੋਈ ਗਲਤ ਕੰਮ ਨਹੀਂ ਕੀਤਾ, ਮੈਂ ਇਹ ਨਹੀਂ ਕੀਤਾ, ਉਹਦਾ ਕੋਈ ਫਰਕ ਨਹੀਂ। ਲੋਕਾਂ ਨੂੰ ਪਤਾ ਤੁਸੀਂ ਕੀ ਹੋ। ਮੈਨੂੰ ਯਾਦ ਹੈ ਇੱਕ ਵਾਰੀ ਸਾਧੂ ਸਿੰਘ ਹਮਦਰਦ ਹੁੰਦੇ ਸੀ, ਪੁਰਾਣੇ ਜ਼ਮਾਨੇ ਦੀ ਗੱਲ ਹੈ। ਉਹ ਸੈਰ ਕਰਦੇ ਕਰਦੇ ਜਿਹੜਾ ਇੱਕ ਥਾਂ ਦੇ ਉੱਤੇ ਅਸੀਂ ਬੈਠਦੇ ਸੀ ਚਾਹ ਪੀਣ ਲਈ, ਉੱਥੇ ਆ ਗਏ। ਕਿਉਂਕਿ ਹਮਦਰਦ ਸਾਹਿਬ ਜਿਹੜੇ ਸਾਨੂੰ ਹਰ ਬੰਦੇ ਨਾਲ, ਉਮਰ ਦੇ ਛੋਟੇ ਜਾਂ ਵੱਡੇ ਨਾਲ ਦੋਸਤੀ ਵਕਨ ਜਿਹੜਾ ਉਹ ਕਰਦੇ। ਉਹਨਾਂ ਨੇ ਹਮਦਰਦ ਸਾਹਿਬ ਨੂੰ, ਜਿਹੜਾ ਇੱਕ ਸਾਡੇ ਵਿੱਚ ਬੈਠਾ ਸੀ, ਉਹਨੇ ਥੋੜੀ ਜਿਹੀ ਉਹਦੀ ਚਮਚੀ ਹਮਦਰਦ ਸਾਹਿਬ ਦੀ ਮਾਰੀ ਕਿ ਹਮਦਰਦ ਸਾਹਿਬ ਤੁਸੀਂ ਇਲੈਕਸ਼ਨ ਕਿਉਂ ਨਹੀਂ ਲੜਦੇ? ਉਹ ਕਹਿੰਦਾ ਮੈਂ ਬਿਲਕੁਲ ਨਹੀਂ ਲੜਨੀ ਇਲੈਕਸ਼ਨ। ਕਹਿੰਦਾ ਮੈਨੂੰ ਨਹੀਂ ਪਤਾ ਕਿ ਮੇਰੀ ਦਾਦੀ ਦਾ ਕਿਹਦੇ ਨਾਲ ਯਾਰਾਨਾ ਸੀ ਤੇ ਮੈਂ ਪਤਾ ਵੀ ਨਹੀਂ ਕਰਨਾ ਚਾਹੁੰਦਾ। ਸੋ ਜਿਹੜੀ ਅਸਲੀਅਤ ਇਹ ਹੈ ਕਿ ਪੋਲਿਟਿਕਸ ਇੰਨੀ ਗੰਦੀ ਹੋ ਗਈ ਹੈ ਕਿ ਜੇਕਰ ਉਹ ਬੰਦਾ ਇਮਾਨਦਾਰ ਹੈ ਤੇ ਉਹਦਾ ਅੱਗੋਂ ਕੀ ਹੈ, ਕਿਵੇਂ ਕਰੈਕਟਰ ਅਸੈਸੀਨੇਸ਼ਨ ਕਰਨੀ ਹੈ, ਕਿਵੇਂ ਕੀ ਕਰਨਾ। ਇਸ ਕਰਕੇ ਜਿਹੜੀ ਸਿਰ ਧੜ ਦੀ ਬਾਜ਼ੀ ਵਾਲੀ ਗੱਲ ਬਿਲਕੁਲ ਠੀਕ ਹੈ। ਲੇਕਿਨ ਸਭ ਤੋਂ ਪਹਿਲਾਂ ਜਿਹੜੀ ਰੰਧਾਵਾ ਸਾਹਿਬ ਨੇ ਗੱਲ ਕੀਤੀ, ਉਹ ਸ਼ਾਰਟ ਟਰਮ ਗੱਲ ਨਹੀਂ ਹੋਣੀ, ਲੌਂਗ ਟਰਮ ਹੋਣੀ ਹੈ। ਔਰ ਲੌਂਗ ਟਰਮ ਜਿਹੜੀ ਗੱਲ ਹੋਏਗੀ ਉਹ ਪਛਾਣੀ ਵੀ ਜਾਏਗੀ ਕਿ ਪਹਿਲਾਂ ਨੀਤੀਆਂ ਜਿਹੜੀਆਂ ਨੇ ਬਣਨੀਆਂ ਨੇ ਕਿ ਸਾਡਾ ਐਜੂਕੇਸ਼ਨ ਸਿਸਟਮ ਕੀ ਹੈ, ਸਾਡਾ ਹੈਲਥ ਸਿਸਟਮ ਕੀ ਹੈ, ਸਾਡਾ ਐਡਮਿਨਿਸਟ੍ਰੇਟਿਵ, ਕੱਲਾ ਪੁਲਿਸ ਦਾ ਗੜਬੜ ਨਹੀਂ ਹੈਗੀ, ਪੁਲਿਸ ਦੇ ਨਾਲ ਜਿਹੜੀ ਹੈ ਸਾਡਾ ਰਾਜਨੀਤੀਕਰਨ ਕੀ ਹੈ। ਇਹ ਸਾਰੀਆਂ ਗੱਲਾਂ ਤਾਂ ਸੁਣਵਾਈ ਹੋਣੀ ਹੈ ਜੇਕਰ ਉਹ ਸੁਣਵਾਈ ਦੇ ਥੱਲੇ ਗਰਾਊਂਡ ਲੈਵਲ ਦੇ ਉੱਤੇ ਸਾਡੇ ਸਟੂਡੈਂਟ, ਸਾਡਾ ਆਲਾ ਦੁਆਲਾ ਜਿਹੜਾ ਹੈ ਉਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੇ। ਤੁਸੀਂ ਜੇ ਐਗਜ਼ਾਮਪਲ ਦੇ ਤੌਰ ਤੇ ਕਹੀਏ ਕਿ ਕਨਈਆ ਕੁਮਾਰ ਨੂੰ ਅਸੀਂ ਸਾਰੇ ਪਿਆਰ ਕਰਨੇ, ਉਹਦੇ ਜਿਹੜੇ ਨੇ ਭਾਸ਼ਣ ਸਾਨੂੰ ਪਤਾ ਲੱਗਦੇ ਨੇ, ਲੇਕਿਨ ਇਲੈਕਸ਼ਨ ਉਹ ਹਾਰ ਜਾਂਦਾ। ਕਿਉਂ ਹਾਰਿਆ? ਇਸ ਕਰਕੇ ਕਿ ਥੱਲੇ ਜਿਹੜੀ ਸੀ ਉਹ ਰਾਜਨੀਤੀ ਜਿਹੜੀ ਹੈ ਉਹਦੀਆਂ ਕਰੰਟ ਸੋਰਸ ਆ ਜੀ। ਔਰ ਉਹ ਜਿਹੜਾ ਕੋਈ ਵੀ ਡਾਕਟਰ ਮਨਮੋਹਨ ਸਿੰਘ ਜ਼ਿੰਦਗੀ 'ਚ ਇੱਕ ਇਲੈਕਸ਼ਨ ਲੜੀ ਔਰ ਉਹ ਵੀ ਸਭ ਤੋਂ ਵੱਧ ਪੜ੍ਹੀ ਲਿਖੀ ਕੌਂਸਟੀਟਿਊਂਸੀ ਨਿਊ ਦਿੱਲੀ ਕੌਂਸਟੀਟਿਊਂਸੀ ਤੋਂ ਲੜੀ ਔਰ ਉਹ ਇਲੈਕਸ਼ਨ ਹਾਰ ਗਏ। ਸੋ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਜਿਹੜਾ ਹਰ ਇੱਕ ਦਾ ਰੋਲ ਆਪਣਾ ਆਪਣਾ ਜੀ, ਉਹ ਰੋਲ ਜਿਹੜਾ ਹੈ ਉਹ ਕੁਝ ਲੋਕਾਂ ਦਾ ਗਰਾਊਂਡ ਲੈਵਲ ਤੇ ਹੈ, ਕੁਝ ਲੋਕਾਂ ਦਾ ਜਿਹੜਾ ਹੈ ਉਹ ਸਿਰਫ ਰਹਿ ਕੇ ਨੀਤੀ ਬਣਾਉਣੀ, ਸਟ੍ਰੈਟਜੀ ਬਣਾਉਣੀ, ਉੱਥੋਂ ਤੱਕ ਜਿਹੜਾ ਉਹ ਰੋਲ ਬਣਦਾ। ਲੇਕਿਨ ਜੇਕਰ ਉਹ ਇਹ ਸਾਰਿਆਂ ਨੂੰ ਇੱਕੋ ਕੰਮ ਸੌਂਪਤਾ ਜਾਏ ਤੇ ਸ਼ਾਇਦ ਰਿਜ਼ਲਟ ਜਿਹੜਾ ਉਹ ਨਹੀਂ ਨਿਕਲਦਾ। ਮੇਰੇ ਹਿਸਾਬ ਨਾਲ ਜਿਹੜੀ ਗੱਲ ਪਹਿਲੀ ਹੈ ਕਿ ਪੰਜਾਬ ਕਿਸੇ ਪੋਲੀਟੀਕਲ ਸਿਸਟਮ ਲਈ ਨਹੀਂ, ਪੰਜਾਬ ਕਿਸੇ ਆਰਗੇਨਾਈਜੇਸ਼ਨ ਲਈ ਨਹੀਂ, ਪੰਜਾਬ ਦੇ ਲੋਕਾਂ ਦੇ ਭਲੇ ਲਈ ਸ਼ਾਰਟ ਟਰਮ ਤੇ ਲੌਂਗ ਟਰਮ ਕੀ ਜਿਹੜੀ ਹੈ ਉਹ ਨੀਤੀ ਹੋਣੀ ਚਾਹੀਦੀ ਹੈ ਔਰ ਉਹਦੀ ਅੱਗੋਂ ਕੀ ਸਟ੍ਰੈਟਜੀ ਹੋਣੀ ਚਾਹੀਦੀ ਹੈ। ਇਹ ਇੱਕ ਗਰੁੱਪ ਦਾ ਜਿਹੜਾ ਉਹ ਰੋਲ ਹੈ, ਉਹਨੂੰ ਅੱਗੇ ਗ੍ਰੈਬ ਕਰੇਗਾ ਉਹ ਜਿਹੜਾ ਅਸਲੀ ਲੜਾਈ ਦੇ ਮੈਦਾਨ ਦੇ ਵਿੱਚ ਜਿਹੜਾ ਇੱਕ ਸਿਪਾਹੀ ਹੈ। ਸਿਪਾਹੀ ਫਿਰ ਕੁਝ ਸੈਕਿੰਡ ਦੇ ਦੇਖੋ, ਖੂਬਸੂਰਤੀ ਇਹ ਹੈ ਜਿਹੜੀ ਗੱਲ ਮੈਂ ਕਰ ਰਿਹਾ ਨਾ, ਖੂਬਸੂਰਤੀ ਇਹ ਹੈ ਕਿ ਜਿਹੜਾ ਤੁਹਾਡੇ ਵਰਗਾ ਇੰਟੈਲੈਕਚੁਅਲ ਵਰਗ ਹੈ, ਮੈਂ ਬਹੁਤ ਸਾਰਿਆਂ ਨਾਲ ਰਾਬਤਾ ਬਣਾਇਆ। ਮੈਨੂੰ ਖੁਸ਼ੀ ਇਸ ਕਰਕੇ, ਮੈਂ ਕੋਈ ਹਵਾ 'ਚ ਤੀਰ ਨਹੀਂ ਮਾਰ ਰਿਹਾ। ਮੈਨੂੰ ਪਤਾ ਹੈ ਕਿ ਜਦੋਂ ਤੁਹਾਡੇ ਵਰਗੇ ਲੋਕਾਂ ਨਾਲ ਆਫ ਦਾ ਰਿਕਾਰਡ ਗੱਲ ਹੁੰਦੀ ਹੈ ਤੇ ਗੱਲ ਇੰਨੀ ਗੈਰ ਗੰਭੀਰ ਹੁੰਦੀ
ਸਾਡੇ ਪੋਲੀਟੀਸ਼ੀਅਨ ਉਹ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਕੋਲ, ਇਹ ਸਾਰਿਆਂ ਕੋਲ ਸੀਮਤ ਵਿਜ਼ਨ ਹੋ ਸਕਦਾ ਹੈ, ਇੱਕ ਬੰਦਾ ਸਭ ਕੁਝ ਨਹੀਂ ਕਰ ਸਕਦਾ। ਲੇਕਿਨ ਜਦੋਂ ਤੁਸੀਂ ਲੋਕ ਲੌਂਗ ਟਰਮ ਨੀਤੀ ਦੀ ਗੱਲ ਕਰਦੇ ਹੋ, ਬਿਹਤਰੀਨ ਸਭ ਤੋਂ ਉਹ ਹੁੰਦਾ। ਲੇਕਿਨ ਇਨਸਟੈਂਟ ਜਿਹੜਾ ਟੀਕਾ ਲਾਉਣਾ ਉਹ ਵੀ ਇੱਕ ਪਹਿਲੂ ਆ। ਸੋ ਮੈਨੂੰ ਇੰਝ ਲੱਗਦਾ ਕਿ ਸਿਰਫ ਤੁਸੀਂ ਲੋਕ ਕਰ ਸਕਦੇ ਹੋ ਜਿਹੜੇ ਵੱਖ-ਵੱਖ ਖੇਤਰਾਂ ਦੇ ਐਕਸਪਰਟ ਹੈਗੇ ਹੋ, ਮਾਹਿਰ ਹੋ। ਉਹ ਤੁਸੀਂ ਬਹਿ ਕੇ ਨਿੱਠ ਕੇ ਕੰਮ ਕਰਨਾ ਜਾਣਦੇ ਹੋ, ਕਿਤਾਬਾਂ ਲਿਖਣੀਆਂ ਜਾਣਦੇ ਹੋ ਤੇ ਫੀਲਡ ਦੇ ਵਿੱਚ ਤੁਸੀਂ ਅਗਵਾਈ ਦੇਣੀ ਵੀ ਜਾਣਦੇ ਹੋ। ਮੈਨੂੰ ਪਤਾ ਜਿੰਨੇ ਵੀ ਲੋਕ ਵੱਡੇ ਅਹੁਦਿਆਂ ਤੋਂ ਰਿਟਾਇਰ ਹੋਏ ਆ, ਉਹਨਾਂ ਸਾਰਿਆਂ ਨੇ ਮੂਹਰਿਓਂ ਅਗਵਾਈ ਦਿੱਤੀ ਹੈ, ਫਿਰ ਉਹਨਾਂ ਨੇ ਘੰਟਿਆਂ ਬੱਧੀ ਇਹ ਤਪੱਸਿਆ ਵੀ ਕੀਤੀ ਆ ਸਮਝਣ ਦੀ ਤੇ ਲਿਖਣ ਦੀ। ਮੈਨੂੰ ਇੰਝ ਲੱਗਦਾ ਕਿ ਇਹ ਵਰਗ ਜਿਹੜਾ ਸੋਚਦਾ ਸੀ ਕਿ ਛੱਡੋ ਸਾਡੇ ਵੱਸ ਦਾ ਰੋਗ ਨਹੀਂ, ਇਹ ਹੁਣ ਫੇਰ ਕਿਉਂਕਿ ਜਦੋਂ ਸਭ ਲੁੱਟਿਆ ਪੁੱਟਿਆ ਗਿਆ ਇਹੀ ਫੀਲਡ 'ਚ ਆਊਗਾ ਮੁੜ ਕੇ। ਉਸ ਤੋਂ ਬਾਅਦ ਇਹ ਨੌਜਵਾਨਾਂ ਦੀ ਟੀਮ ਚੂਜ਼ ਕਰੇਗਾ। ਵੱਡੀ ਗੱਲ ਆ ਜਦੋਂ ਤੁਸੀਂ ਕਹਿੰਦੇ ਹੋ ਕਿ ਇਹ ਸਾਡੇ ਕੋਲ ਹੁਣ ਪੰਜਾਬ ਲਈ ਖਾਕਾ ਹੈ ਤੇ ਇਹਨੂੰ ਇੰਪਲੀਮੈਂਟ ਕਰਨ ਲਈ ਸਾਨੂੰ 117 ਬੰਦਿਆਂ ਦੀ ਲੋੜ ਆ। ਇੱਕ 20 ਬੰਦਿਆਂ ਦੀ ਜਿਹੜੀ ਜਿੱਦਾਂ UPSC ਦੀ ਪ੍ਰੀਖਿਆ ਹੁੰਦੀ ਹੈ, ਤੁਸੀਂ ਲੋਕ ਬੈਠ ਕੇ ਉਸ ਤਰੀਕੇ ਨਾਲ MLA ਚੁਣਨ ਦੀ ਪ੍ਰਕਿਰਿਆ ਕਰ ਰਹੇ ਹੋਵੋ ਉਮੀਦਵਾਰੀ ਦੀ, ਤੇ ਲੋਕ ਨਹੀਂ ਕਹਿਣਗੇ, ਉੱਡ ਕੇ ਨਹੀਂ ਆਉਣਗੇ ਪਿੰਡ 'ਚ। ਆਖਰ 'ਚ ਬੈਠਾ ਬੰਦਾ ਵੀ ਫੋਨ ਤੇ ਵਿਹਲਾ ਬੈਠਾ ਹੀ ਕਹੂਗਾ ਯਾਰ ਇਹ ਕੀ ਹੋ ਰਿਹਾ, ਆਹ ਗੱਲ ਬਣ ਰਹੀ ਹੈ। ਮੈਨੂੰ ਇੰਝ ਲੱਗਦਾ ਅਜੇ ਤੁਸੀਂ ਕਹੋਗੇ ਕਿ ਇਹ ਵਿਹਾਰਕ ਨਹੀਂ, ਲੇਕਿਨ ਇੱਕ ਦਿਨ ਇਹੀ ਗੱਲ ਵਿਹਾਰਕ ਹੋਣੀ ਆ ਕਿ ਪੰਜਾਬ ਦੇ ਵਿੱਚ ਪਹਿਲੀ ਵਾਰੀ ਰਵਾਇਤੀ ਪੋਲੀਟੀਸ਼ੀਅਨਸ ਨੂੰ ਛੱਡ ਕੇ ਨਵੇਂ ਸਿਰਿਓਂ ਪੋਲੀਟੀਸ਼ੀਅਨਸ ਦੀ ਇੰਟਰਵਿਊ ਹੋ ਰਹੀ ਆ। ਉਦੋਂ ਮੈਨੂੰ ਲੱਗਦਾ, ਲੇਕਿਨ ਪਹਿਲਾਂ ਤੁਸੀਂ ਨੀਤੀ ਵਿਖਾਓਗੇ ਕਿ ਸਾਡੇ ਕੋਲ ਆਹ ਨੀਤੀ ਹੈ ਭਾਈ, ਤੇਰੇ ਕੋਲ ਇੰਪਲੀਮੈਂਟ ਕਰਨ ਲਈ ਕਿੰਨਾ ਦਿਮਾਗ ਆ ਦੱਸ, ਉਹ ਗੱਲ ਹੋ ਸਕਦੀ ਆ। ਔਰ ਉਹਦੇ ਵਿੱਚ ਤੁਸੀਂ 10 12 15 ਲੋਕ ਵੀ ਚੁਣ ਕੇ ਆ ਸਕਦੇ। ਸ਼ਾਰਟ ਟਰਮ ਜਿਹੜੀ ਹੈ ਗੱਲ ਤੇ ਲੌਂਗ ਟਰਮ ਦੀ ਜਿਹੜੀ ਗੱਲ ਹੈ ਕਿ ਨੀਤੀ ਜਿਹੜੀ ਹੈ ਬਣਾਓ, ਸਟ੍ਰੈਟਜੀ ਦੇ ਜਿਹੜੇ ਵਿੱਚ ਜਿਸ ਵੇਲੇ ਅਸੀਂ ਟਿਕਟਾਂ ਵੰਡਣ ਦੀ ਗੱਲ ਜਿਹੜੀ ਆ ਉਹ ਸ਼ੁਰੂ ਕਰਨੇ ਆ, 117 ਬੰਦੇ ਲੱਭਣੇ ਨੇ ਦੂਜੇ ਨੇ, ਉਸੇ ਵੇਲੇ ਹੀ ਉਹਦਾ ਰਾਜਨੀਤੀਕਰਨ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ। ਔਰ ਉਹ ਰਾਜਨੀਤੀਕਰਨ ਜਿਹੜਾ ਹੈ ਉਹਦਾ ਹਸ਼ਰ ਉਹੀ ਹੋਏਗਾ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਹੈ ਉਹ ਹੁੰਦਾ। ਸੋ ਮੇਰਾ ਵਿਚਾਰ ਇਹ ਹੈ ਕਿ ਤੁਸੀਂ ਨੀਤੀ ਬਣਾਓ, ਨੀਤੀ ਬਣਾ ਕੇ ਉਹ ਏਜੰਡਾ ਜਿਹੜਾ ਆਮ ਲੋਕਾਂ 'ਚ ਲੈ ਕੇ ਜਾਓ, ਔਰ ਆਮ ਲੋਕਾਂ ਦੇ ਵਿੱਚੋਂ ਫਿਰ ਜਿਹੜਾ ਹੈ ਉਹ ਆਪਣੇ ਆਪ ਵਿੱਚ ਕੁਝ ਲੋਕ ਜਿਹੜੇ ਨੇ ਪੈਦਾ ਹੋਣਗੇ। ਲੋਕਾਂ ਨੂੰ ਲੱਗੇਗਾ ਕਿ ਇਹ ਬੰਦਾ ਠੀਕ ਹੈ, ਅਸੀਂ ਇਹਨੂੰ ਲੀਡਰਸ਼ਿਪ ਜਿਹੜੀ ਹੈ ਦਈਏ, ਨਾ ਕਿ ਉੱਤੋਂ ਕੈਂਡੀਡੇਟ ਜਿਹੜੇ ਨੇ ਠੋਸਣੇ ਸ਼ੁਰੂ ਕਰੀਏ, ਅਸੀਂ ਫੈਸਲਾ ਕਰੀਏ ਕਿ ਜਿਹੜਾ ਹੈ ਉਹ ਕੌਣ ਠੀਕ ਹੈ ਕੌਣ ਨਹੀਂ ਹੈ। ਲੋਕਾਂ ਦਾ ਫੈਸਲਾ ਹੈ। ਜੇ ਅਸੀਂ ਕਹੀਏ ਕਿ ਗਰਾਊਂਡ ਲੈਵਲ ਤੇ ਲੋਕ ਆਪਣਾ ਕੈਂਡੀਡੇਟ ਚੁਣ ਲੈਣ, ਤੁਸੀਂ ਉਹਦਾ ਇਹ ਦੇਖ ਸਕਦੇ ਹੋ ਕਿ ਜਿਹੜੇ ਕ੍ਰੈਡੈਂਸ਼ੀਅਲ ਠੀਕ ਹੈ ਨੇ ਕਿ ਨਹੀਂ, ਉਹਦੇ ਜਿਹੜੇ ਆ ਕਿਰਦਾਰ ਕੀ ਰਿਹਾ, ਉਹ ਅੱਗੇ ਜਾ ਕੇ ਕੀ ਹੋ ਸਕਦਾ ਹੈ। ਲੇਕਿਨ ਕਦੀ ਜੇਕਰ ਅਸੀਂ ਸਿੱਧਾ ਆਪਣਾ ਏਜੰਡਾ ਜਿਹੜਾ ਹੈ ਉਹ ਰਾਜਨੀਤਿਕ ਪਾਵਰ ਤੱਕ ਲੈ ਕੇ ਜਾਵਾਂਗੇ ਤੇ ਰਾਜਨੀਤੀ ਜਿਹੜੀ ਉਹ ਗੰਦੀ ਰਹਿਣੀ ਹੈ, ਉਹਨੂੰ ਅਸੀਂ ਬਹੁਤ ਦੇਰ ਤੱਕ ਬਚਾ ਨਹੀਂ ਸਕਦੇ। ਕਿਉਂਕਿ ਜਿਹੜੇ ਐਲੀਮੈਂਟ ਨੇ, ਮੇਰੀ ਗੱਲ ਸਰਦਾਰ ਇਕਬਾਲ ਸਿੰਘ ਨੂੰ ਲੈ ਲਵਾਂ। ਨਹੀਂ, ਮੈਂ ਤੁਹਾਡੀ ਗੱਲ ਪੂਰੀ ਹੋ ਗਈ। ਨਹੀਂ, ਮੈਂ ਗੱਲ ਇੱਕ ਹੋਰ ਤੁਹਾਨੂੰ ਕਹਿਣਾ ਚਾਹੁੰਦਾ ਨਾ ਕਿ ਤੁਸੀਂ ਇਹ ਗੱਲ ਸਮਝ ਕੇ ਚੱਲੋ ਕਿ ਜਿਸ ਵੇਲੇ ਰਾਜਨੀਤੀ ਜਿਹੜੀ ਹੈ ਤੁਹਾਡਾ ਏਮ ਹੋਣਾ ਤੇ ਉਸ ਵੇਲੇ ਉਸੇ ਵੇਲੇ ਹੀ ਖਰੀਦੋ ਫਰੋਖਤ ਅੰਦਰ ਐਂਟਰੀ, ਜਿਵੇਂ ਸਾਈਕਬਾਲ ਸਿੰਘ ਨੇ ਦੱਸਿਆ ਕਿ ਲੋਕ ਹੁਣ ਹੀ ਨਜ਼ਰ ਮਾਰਦੇ ਨੇ ਕਿ ਜੇ ਸੈਂਟਰ 'ਚ BJP ਹੈ ਤੇ BJP ਜੋ ਕੀ ਡਾਕਟਰ ਸਾਹਿਬ ਜੇ ਇਸੇ ਡਰਾਂ 'ਚ ਬੈਠੇ ਰਹੇ ਤੇ ਫਿਰ ਚੰਗਾ ਕਿਤਾਬ ਲਿਖ ਲਓ, ਇਹਨਾਂ ਚੱਕਰਾਂ 'ਚ ਪੈਣਾ ਕਿਉਂ? ਛੱਡੋ ਪਰ ਨਾ ਉਹਦੇ 'ਚ ਇਹ ਹੈ ਕਿ ਤੁਸੀਂ ਏਜੰਡਾ ਦਿਓ। ਡਾਕਟਰ ਸਾਹਿਬ ਤੁਸੀਂ ਗੁੱਸਾ ਨਾ ਕਰਿਓ, ਫਿਰ ਦੇਖੋ ਤੁਹਾਡਾ ਖੂਬਸੂਰਤ ਚਿਹਰਾ ਹੈ, ਇੰਜ ਲੱਗਣ ਲੱਗ ਪਿਆ ਤੁਸੀਂ ਬੁੱਢੇ ਹੋ ਗਏ। ਪਤਾ ਕੀ ਹੈ, ਤੁਸੀਂ ਡਰ ਗਏ ਹੋ। ਐ ਨਹੀਂ, ਦੇਖੋ ਰਾਜਨੀਤੀ ਕਰਨ ਲਈ ਜਾਣਾ ਹੈ ਤੇ ਰਾਜਨੀਤੀ ਕਿਉਂ ਨਹੀਂ ਕਰਨੀ? ਮੈਂ ਤਾਂ ਕਹਿਣ ਡਿਆ ਕਿ ਉਹ ਲੋਕ ਜਿਹੜੇ ਚੁਣ ਕੇ ਉਹ ਦਈਏ, ਜਿਹੜੇ ਚੁਣ ਕੇ ਇਹਨਾਂ ਦਾ ਮੁਕਾਬਲਾ ਕਰ ਸਕਣ। ਜਿਹੜੇ ਕਹਿੰਦੇ ਨਾ ਸਾਡੇ ਬਿਨਾ, ਉਹ ਕਹਿੰਦੇ ਹੁੰਦੇ ਸੀ ਕੇਜਰੀਵਾਲ ਨੂੰ, ਇਹ ਚਿੱਕੜਿਆ ਨਾ ਤੂੰ ਕਹਿੰਦਾ ਤੇ ਚਿੱਕੜ 'ਚ ਵੜ ਕੇ ਦਿਖਾ। ਉਹ ਵੜਿਆ ਨਾ, ਫਿਰ ਭਾਵੇਂ ਠੀਕ ਹੈ ਕਿ ਉਹ ਵੀ ਉਹ ਫਿਰਕੂਵਾਦ ਦੀ ਉਹਨੇ ਵੀ ਪੱਤੇ ਖੇਡੇ, ਉਹਨੇ ਸਾਰਾ ਕੁਝ ਕੀਤਾ ਕਿਉਂਕਿ ਉਹਨੂੰ ਸੱਤਾ ਦਾ ਚਸਕਾ ਲੱਗ ਗਿਆ। ਮੈਂ ਇਹ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਰਾਜਨੀਤੀ ਪਹਿਲੇ ਦਿਨ ਕਹਿੰਦੇ ਰਾਜਨੀਤੀ ਤੁਹਾਡੇ ਸਾਹਮਣੇ ਨਹੀਂ, ਤੁਹਾਡੇ ਸਾਹਮਣੇ ਅਨਾਜ਼ ਆ ਰਹੇ ਸੀ ਜਿਸ ਹਿਸਾਬ ਦੇ ਹਸ਼ਰ ਦੇ ਵਿੱਚ ਅਨਾਜ਼ ਆ ਰਹੇ ਗਿਆ ਤੇ ਜਿੱਥੋਂ ਸ਼ੁਰੂ ਹੋਇਆ ਸੀ ਉਹਦੀ ਫੇਲਿਅਰ ਦੇ ਕਾਰਨ ਕੀ ਸਨ, ਔਰ ਉਦੋਂ ਬਾਅਦ ਉਹਦਾ ਬਿਲਕੁਲ ਘਰ ਬਹਿ ਜਾਂਦਾ ਸੀ ਕਿ ਉਹਦੀ ਫਰਸਟ੍ਰੇਸ਼ਨ ਸੀ ਕਿ ਜਿਹੜੇ ਲੋਕ ਨਾਲ ਲਾਏ ਸਾਰੇ ਲੋਕ ਉਹ ਸਨ ਜਿਹੜੇ ਸੱਤਾ ਦੀ ਖਾਤਰ ਉਹਦੇ ਨਾਲ ਜੁੜੇ ਸਨ, ਲੇਕਿਨ ਸਾਹਮਣੇ ਉਹਨਾਂ ਨੇ ਚਿਹਰਾ ਦੂਜਾ ਰੱਖਿਆ। ਸਾਰੀਆਂ ਹੀ ਆਪਣੀਆਂ ਪੋਜੀਸ਼ਨਾਂ ਲੈ ਗਏ, ਕੁਝ ਲੜਨਯੋਗ ਰਹਿ ਗਏ, ਬਾਕੀ ਸਾਰੇ ਜਿਹੜੇ ਉੱਥੇ ਰਹਿ ਗਏ। ਗੱਲ ਐਡੀ ਵੱਡੀ ਮੂਵਮੈਂਟ ਜਿਹੜੀ ਕਿ ਕਿਸੇ ਵੇਲੇ JP ਨੇ ਸ਼ੁਰੂ ਵੀ ਕੀਤੀ ਸੀ, ਉਦੋਂ ਬਾਅਦ ਅਨਾਜ਼ਾਰੇ ਨੇ ਕੀਤੀ। ਅਲਟੀਮੇਟਲੀ ਜਿਸ ਵੇਲੇ ਉਹਦਾ ਰਾਜਨੀਤੀਕਰਨ ਹੋਇਆ, ਉਹਦਾ ਸੋਸ਼ਲ ਆਸਪੈਕਟ ਔਰ ਉਹਦਾ ਆਮ ਲੋਕਾਂ ਨਾਲ ਜੁੜ ਕੇ ਇੱਕ ਪੱਕਾ ਪਲੇਟਫਾਰਮ ਬਣਾਉਣ ਦਾ ਜਿਹੜਾ ਬੇਸ ਸੀ ਉਹ ਖਤਮ ਹੋ ਗਿਆ। ਅੱਛਾ ਡਾਕਟਰ ਸਾਹਿਬ, ਡਾਕਟਰ ਸਾਹਿਬ ਕੁਝ ਮਿੰਟ ਦਿਓ, ਆਪਾਂ ਸਰਦਾਰ ਇਕਬਾਲ ਸਿੰਘ ਨੂੰ ਜੋੜ ਲਈਏ, ਆਪਾਂ ਥੋੜਾ ਜਿਹਾ ਨੂੰ ਡਿਬੇਟ ਵਾਂਗ ਲੈ ਲਈਏ। ਹਾਂਜੀ, ਮੈਂ ਸਰਦਾਰ ਸਾਹਿਬ
ਫਿਰ ਉੱਥੇ ਮੁੱਦੇ ਤੇ ਆਵਾਂ, ਕਿਉਂਕਿ ਮੈਨੂੰ ਨਹੀਂ ਲੱਗਦਾ, ਮੈਂ ਫੋਕਸਡ ਹੈ ਜਿਹੜੀ ਚੀਜ਼ ਨੂੰ ਮੇਰੇ ਦਿਮਾਗ 'ਚ ਹੈ, ਜਾਂ ਤੇ ਮੈਨੂੰ ਗਲਤ ਸਾਬਤ ਕਰ ਦਿਓ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਤੁਸੀਂ ਜਿਸ ਚੀਜ਼ ਨੂੰ ਬਦਲਣਾ ਚਾਹੁੰਦੇ ਹੋ, ਜਿਹੜੀ ਰਵਾਇਤੀ ਸਿਆਸਤ ਆ ਉਹ ਠੀਕ ਨਹੀਂ ਕਰ ਰਹੀ, ਉਹਦਾ ਬਦਲ ਚਾਹੀਦਾ। ਤੇ ਬਦਲ ਲਈ ਸਾਡੇ ਕੋਲ ਸਿੱਧਾ ਜਿਹਾ ਤਰੀਕਾ ਹੈ ਕਿ ਉਹ ਲੋਕ ਲਿਆਂਦੇ ਜਾਣ ਜਿਹੜੇ ਲੋਕਾਂ ਨੂੰ, ਜਿਨ੍ਹਾਂ ਦੀ ਚੋਣ ਪ੍ਰਕਿਰਿਆ ਤਾਂ ਬਦਲਵੀਂ ਹੋ ਸਕਦੀ ਹੈ, ਜੋ ਮੈਂ ਕਹਿ ਰਿਹਾ ਨਹੀਂ ਹੋ ਸਕਦਾ, ਲੇਕਿਨ ਜੇ ਨੀਤੀ ਦੇ ਨਾਲ ਅਸੀਂ ਉਹ ਬੰਦੇ ਨਹੀਂ ਚੁਣਾਂਗੇ, ਅਸੀਂ ਇਹ ਕਲੀਅਰ ਕਹਿ ਕੇ ਨਹੀਂ ਆਉਂਦੇ ਕਿ ਅਸੀਂ ਬਦਲਾ ਦੇਵਾਂਗੇ, ਤੁਹਾਡੀ ਗੱਲ ਵੀ ਕੋਈ ਕਿਉਂ ਸੁਣੂਗਾ, ਸੈਮੀਨਾਰ ਤੇ 50 ਕਰਦੇ ਫਿਰਾਂਗੇ, ਕਿੰਨੇ ਪੁੱਛਣ ਆਉਣਾ ਸਾਨੂੰ, ਔਰ ਉਹ ਅਸੀਂ ਆਪਸ ਵਿੱਚ ਖੁਸ਼ੀ ਲੈ ਕੇ ਆ ਜਾਾਂਗੇ, ਅੱਜ ਮੈਂ ਬੜਾ ਸੋਹਣਾ ਬੋਲਿਆ, ਦੂਜਾ ਤੁਹਾਨੂੰ ਕਹਿ ਦੂਗਾ ਹਾਂ ਅੱਜ ਤੁਹਾਡੇ ਕੋਲ ਆ ਕਮੀ ਰਹਿ ਗਈ ਜਾਂ ਵਧੀਆ ਬੋਲੇ। ਆਪਣੀ ਇੱਕ ਦੂਜੇ ਦੀ ਪਿੱਠ ਥਾਪਣ ਨਾਲ ਗੱਲ ਨਹੀਂ ਬਣਨੀ, ਇਹ ਤਾਂ ਯੁੱਧ ਹੈ ਜਿਹੜਾ ਲੜਨ ਲਈ ਬੜੇ ਖਤਰੇ ਸੇਠਣੇ ਪੈਣੇ। ਕੀ ਖਿਆਲ? ਗੱਲ ਯਾਰ ਰੰਧਾਵਾ ਸਾਹਿਬ, ਤੁਸੀਂ ਇੱਕ ਸ਼ਬਦ ਮੇਰੇ ਵਰਤੇ, ਮੈਂ ਉਹ ਹਰ ਜਗ੍ਹਾ ਕਰਦਾ ਹੁੰਦਾ ਕਿ ਭਾਈ ਜੇ ਗੰਦ ਸਾਫ਼ ਕਰਨਾ ਤੇ ਵਿੱਚ ਵੜ ਕੇ ਹੋਣਾ ਹੈ ਜੀ, ਬਾਹਰੋਂ ਗੰਦ ਸਾਫ਼ ਨਹੀਂ ਹੋ ਸਕਦਾ। ਦੂਜੀ ਗੱਲ ਹੈ, ਜੇ ਅਸੀਂ ਦਿਲੋਂ ਚਾਹੁੰਦੇ ਆ ਕਿ ਪੰਜਾਬ ਨੂੰ ਬਦਲਣਾ ਹੈ, ਜੇ ਅਸੀਂ ਚਾਹੁੰਦੇ ਆ ਕਿ ਦਿਲੋਂ ਇਹਨੂੰ ਗੁਰੂਆਂ ਦੀ ਧਰਤੀ ਬਣਾਉਣਾ, ਇਹਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ, ਤੇ ਸਾਨੂੰ ਇਹਦੇ 'ਚ ਵੜਨਾ ਪਏਗਾ, ਸਾਨੂੰ ਵੜਨਾ ਪਏਗਾ ਰਾਜਨੀਤੀ 'ਚ। ਜਿਹੜਾ ਕੰਮ ਰਾਜਨੀਤੀ ਰਾਹੀਂ ਹੋਣਾ, ਇਹ ਰਾਜਨੀਤੀ ਤੋਂ ਬਾਹਰ ਬਹਿ ਕੇ ਕਿਵੇਂ ਹੋ ਸਕਦਾ? ਨਹੀਂ ਹੋ ਸਕਦਾ, ਇਹ ਗੱਲਾਂ ਨਾਲ ਨਹੀਂ ਹੋਣਾ। ਇਹਦੇ ਵਿੱਚ ਜਿਹੜੇ ਵੀ ਵਿਅਕਤੀ ਚਾਹੁੰਦਾ ਹੈ ਕਿ ਮੈਂ ਕੁਝ ਕੰਟਰੀਬਿਊਟ ਅੱਗੇ, ਦੂਜੀ ਗੱਲ ਹੈ ਕਿ ਰਾਜਨੀਤੀ 'ਚ ਬਦਨਾਮੀ ਹੋਏਗੀ, ਬਿਲਕੁਲ ਬਦਨਾਮੀ ਨਹੀਂ। ਅਸੀਂ ਤਾਂ ਸਾਰੇ ਟੈਸਟ ਪਾਸ ਕਰ ਲਏ। ਅਸੀਂ ਜਦੋਂ ਨੌਕਰੀ 'ਚ ਸੀਗੇ, ਇਮਾਨਦਾਰੀ ਨਾਲ ਨੌਕਰੀ ਕਰਨਾ ਔਖਾ ਕੰਮ ਨਹੀਂ, ਸੌਖਾ ਕੰਮ ਨਹੀਂ ਹੈਗਾ। ਮੈਨੂੰ ਪਤਾ ਹੈ ਕਿ ਕਿੰਨੀਆਂ ਕੁ ਇਨਕੁਆਰੀਆਂ ਤੇ ਐਲੀਗੇਸ਼ਨ ਤੇ ਫਲਾਣਾ, ਤੇ ਕੋਈ ਵੀ ਜਿਹੜੀ ਹੈ ਨਾ, ਇੱਕ ਵੀ ਪਬਲਿਕ ਦੇ ਬੰਦੇ ਨੇ 40 ਸਾਲ ਦੀ ਨੌਕਰੀ ਦੇ ਵਿੱਚ ਮੇਰੇ ਖਿਲਾਫ ਐਪਲੀਕੇਸ਼ਨ ਨਹੀਂ ਦਿੱਤੀ। ਔਰ ਜਿਹੜੇ ਬੰਦੇ ਪੁਲਿਸ ਵਾਲੇ ਅੱਧੇ ਕੈਦ ਹੋ ਗਏ ਤੇ ਅੱਧੇ ਜਿਹੜੇ ਆ ਮਰੇ ਗਏ। ਅਸੀਂ ਬੜੇ ਆਰਾਮ ਨਾਲ ਆਪਣੇ ਘਰ ਬੈਠੇ ਆ, ਲੋਕਾਂ ਦੀ ਬੜੀ ਮਿਹਰਬਾਨੀ, ਹੁਣ ਵੀ ਮਾਣ ਸਤਿਕਾਰ ਦਿੰਦੇ ਆ ਤੇ ਗੱਲ ਕਰਦੇ ਆ। ਸੋ ਇਹ ਗੱਲਾਂ ਜਿਹੜੀਆਂ ਐਲੀਗੇਸ਼ਨ ਤਾਂ ਲਾਣੇ ਹੁੰਦੇ, ਲਾਈ ਜਾਣ ਦਿਓ, ਲੇਕਿਨ ਲੋਕਾਂ ਨੂੰ ਵੀ ਪਤਾ ਹੁੰਦਾ ਕਿ ਅਸੀਂ ਝੂਠੇ ਲਾ ਰਹੇ ਹਾਂ, ਜਾਂ ਉਹ ਝੂਠੇ ਐਲੀਗੇਸ਼ਨਾਂ ਦਾ ਕੋਈ ਸਿਰ ਨਹੀਂ ਹੁੰਦਾ, ਕੋਈ ਮੂੰਹ ਨਹੀਂ ਹੁੰਦਾ। ਸੋ ਸਾਨੂੰ ਤਕੜੇ ਹੋ ਕੇ ਜਿਹੜੇ ਵੀ ਲੋਕ ਚਾਹੁੰਦੇ ਆ, ਮੈਂ ਸਮਝਦਾ ਉਹਨਾਂ ਸਾਰੇ ਭਰਾਵਾਂ ਨੂੰ ਤੁਹਾਡੇ ਮਾਧਿਅਮ ਤੋਂ ਮੈਂ ਰਿਕੁਐਸਟ ਕਰਦਾ, ਭਾਵੇਂ ਉਮਰ 'ਚ ਮੇਰੇ ਤੋਂ ਵੱਡੇ ਆ ਜਾਂ ਸਿਆਣੇ ਆ, ਕਿ ਜੇ ਭਾਈ ਪੰਜਾਬ ਨੂੰ ਬਚਾਉਣਾ ਤੇ ਆਓ ਛਾਲ ਮਾਰੀਏ, ਤੇ ਛਾਲ ਮਾਰ ਕੇ ਇਕੱਠੇ ਹੋਈਏ, ਤੇ ਇਕੱਠੇ ਹੋ ਕੇ ਜਿਹੜੇ ਆ ਸਾਰੇ ਇਕੱਠੇ ਤਰ ਜਾਾਂਗੇ। ਜਿਨ੍ਹਾਂ ਨੇ ਨੌਕਰੀ 'ਚ ਕਰਪਸ਼ਨ ਨਹੀਂ ਕੀਤੀ, ਮੈਂ ਸਮਝਦਾ ਜੇ ਉਹਨਾਂ ਨੂੰ ਭਾਵੇਂ ਪ੍ਰੈਜ਼ੀਡੈਂਟ ਆਫ ਇੰਡੀਆ ਬਣਾ ਦਿਓ ਨਾ, ਉਹਨਾਂ ਨੇ ਕਰਪਸ਼ਨ ਨਹੀਂ ਕਰ ਸਕਣੀ। ਅੰਗਰੇਜ਼ ਜਦੋਂ ਜਾਣ ਲੱਗਾ ਤੇ ਸਾਡੇ ਇੱਕ ਰਿਸ਼ਤੇਦਾਰ ਬ੍ਰਿਗੇਡੀਅਰ ਸੀ, ਉਸ ਵੇਲੇ ਉਹ ਮੇਜਰ ਸੀਗੇ, ਉਹ ਦੱਸਣ ਲੱਗੇ, ਮੈਂ ਉਹਨਾਂ ਨੂੰ ਪੁੱਛਿਆ, ਉਹ ਕਹਿਣ ਲੱਗੇ ਅੰਗਰੇਜ਼ ਜਾਣ ਲੱਗਾ, ਤੇ ਮੈਂ ਉਹਨੂੰ ਪੁੱਛਿਆ ਵੀ ਸਾਡੇ ਦੇਸ਼ ਦਾ ਕੀ ਬਣੇਗਾ? ਮੈਂ ਕਹਾਣੀ ਲੰਬੀ ਸੀ, ਛੋਟੀ ਕਰ ਦਿਆਂਗਾ। ਉਹ ਕਹਿਣ ਲੱਗਾ 17 ਸਾਲ ਤਾਂ ਇਸ ਤਰ੍ਹਾਂ ਦਾ ਰਾਜ ਰਹੇਗਾ ਜਿਸ ਤਰ੍ਹਾਂ ਦਾ ਅਸੀਂ ਹੈ, ਕਿਉਂਕਿ ਜਿਹੜੀ ਬਿਊਰੋਕ੍ਰੇਸੀ ਅਸੀਂ ਟ੍ਰੇਨਡ ਕਰ ਦਿੱਤੀ ਹੈ, ਇਹ 17 ਸਾਲ ਤੱਕ, ਇਹਨਾਂ ਜੋ ਅੱਧੀ ਨੌਕਰੀ ਜਿਨ੍ਹਾਂ ਨੇ ਕਰ ਲਈ ਹੈ 17 ਸਾਲ ਬਾਅਦ ਰਿਟਾਇਰ ਹੋਣਗੇ। ਜਿਹੜੇ ਅਗਲੇ ਹੈਗੇ ਨਵੇਂ ਭਰਤੀ ਹੋਣਗੇ ਅੱਜ ਤੋਂ, ਉਹ ਵੀ ਜਿਹੜੇ ਇਹਨਾਂ ਥੱਲੇ 17 ਸਾਲ ਕੰਮ ਕਰਨਗੇ, ਉਹ ਵੀ ਹੇਰਾਫੇਰੀ ਨਹੀਂ ਕਰ ਸਕਣਗੇ। ਸੋ ਤੁਹਾਡੇ ਅਕਿਆਸ ਮਤਲਬ ਆਫਟਰ 34 ਈਅਰ ਇਟ ਵਿਲ ਬੀ ਯੋਰ ਕੰਟਰੀ ਐਂਡ ਯੋਰ ਐਡਮਿਨਿਸਟ੍ਰੇਸ਼ਨ। ਇਹ ਚੰਗੀ ਵੀ ਹੋ ਸਕਦੀ ਹੈ ਤੇ ਮਾੜੀ ਵੀ ਹੋ ਸਕਦੀ ਹੈ। 34 ਸਾਲ ਪਹਿਲਾਂ ਦੇ ਜਿਨ੍ਹਾਂ ਦੇ ਥੱਲੇ ਅਸੀਂ ਵੀ ਨੌਕਰੀ ਕੀਤੀ ਆ, ਅੱਜ ਹੀ ਕੋਈ ਬੰਦਾ ਕਹਿ ਰਿਹਾ ਸੀਗਾ ਕਿਸੇ ਬੰਦੇ ਨੂੰ ਮੇਰੇ ਬਾਰੇ ਕਿ ਦੇਖੋ ਜੀ, ਇਹ ਦਰਵਾਜ਼ੇ ਜਿਹੜੇ ਆ ਨਾ, ਜਿਹੜਾ ਦੀਵਾਲੀ ਵਾਲੇ ਦਿਨ ਘਰ ਤਾਲਾ ਲਾ ਕੇ ਇਹ ਕਹਿ ਦਿੰਦੇ ਸੀ ਵੀ ਸਾਫ਼ ਘਰ ਹੈ ਨਹੀਂ, ਕਿ ਕਿਸੇ ਬੰਦੇ ਤੋਂ ਰਿਸੀਵ ਨਹੀਂ। ਅਸੀਂ ਸਾਰਾ ਕੁਝ ਉਹਨਾਂ ਤੋਂ ਪੁਰਾਣਿਆਂ ਤੋਂ ਸਿੱਖਿਆ, ਅਸੀਂ ਕੋਈ ਨਵੀਂ ਗੱਲ ਥੋੜੀ ਕੀਤੀ ਹੈ, ਅਸੀਂ ਵੀ ਕਿਸੇ ਤੋਂ ਟ੍ਰੇਨਡ ਹੋਏ ਆ। ਸੋ ਉਹ ਟ੍ਰੇਨਿੰਗ ਹੁਣ ਸਾਡੇ ਵੇਲੇ ਤੋਂ ਬਾਅਦ ਦੀ, ਜਦੋਂ 82 ਤੋਂ ਬਾਅਦ ਜਿਹੜੀ ਨਵੀਂ ਫੌਜ ਭਰਤੀ ਹੋਈ ਹੈ, ਜਿਹੜੀ ਅੱਤਵਾਦ ਦੇ ਵਿੱਚ ਆਈ ਹੈ, ਭਾਵੇਂ ਸਿਪਾਹੀ ਭਰਤੀ ਹੋਇਆ, ਭਾਵੇਂ IPS ਭਰਤੀ ਹੋਇਆ, ਭਾਵੇਂ PN ਭਰਤੀ ਹੋਇਆ ਤੇ ਭਾਵੇਂ IAS ਭਰਤੀ ਹੋਇਆ, ਉਹ ਸਾਰਿਆਂ ਨੇ ਉਸ ਸਿਸਟਮ ਦੇ ਵਿੱਚ ਪੈਦਾ ਹੋਏ ਜਿੱਥੇ ਕਰਪਸ਼ਨ ਕਰਨਾ ਕੋਈ ਉਹ ਨਹੀਂ ਸੀ। ਮਿਲੀਟੈਂਸੀ ਦੇ ਨਾਂ ਤੇ ਮਾਰ ਦੇਣਾ ਇਨੋਸੈਂਟ ਨੂੰ ਕੋਈ ਜੁਰਮ ਨਹੀਂ ਸੀ। ਲੋਕਾਂ ਨੂੰ, ਮੈਂ ਸਮਝਦਾ, ਮੈਨੂੰ ਯਾਦ ਆ ਬੰਦਾ ਇਸ ਸੰਸਾਰ 'ਚ ਚਲਾ ਗਿਆ, ਬੇਚਰਾਗ ਪਿੰਡ ਅਜਨਾਲੇ 88 ਦੇ ਹੜਾਂ ਰੋੜੇ ਵਿਖਾਤ ਤੇ, ਜਿਹੜਾ ਪਿੰਡ ਹੀ ਬੇਚਰਾਗ ਹੈ, ਰੋਡ ਕਿੱਥੋਂ ਗਿਆ? ਤੇ ਕਰੋੜਾਂ ਰੁਪਇਆ ਦਾ ਘਪਲਾ ਹੋ ਗਿਆ। ਉਹ ਬੰਦੇ ਨੂੰ ਪਦਮ ਸ਼੍ਰੀ ਵੀ ਮਿਲ ਗਿਆ, ਤੇ ਜਿਹੜਾ ਦੂਜਾ ਸੀਗਾ ਉਹ ਜਿਹੜਾ PCS ਅਫਸਰ SDM ਅਜਨਾਲੇ ਸੀ ਲੱਗਾ, ਉਹ ਮੁੜ ਕੇ IAS ਵੀ ਹੋ ਗਿਆ। ਹੁਣ ਉਹ ਗੱਲ ਕੀ ਹੈ ਕਿ ਕਰਪਸ਼ਨ ਨੂੰ ਪ੍ਰਮੋਟ ਕੀਤਾ ਗਿਆ। ਉਸ ਵੇਲੇ ਅਸੀਂ ਦੇਖਿਆ ਨੌਕਰੀ 'ਚ ਇਹਨਾਂ ਨੇ ਕਿਹਾ ਕਿ ਯਾਰ ਕਰਪਸ਼ਨ ਕੀ ਕੋਈ ਬਾਤ ਮਤ ਕਰੋ। ਇੱਕ ਸਾਡੇ ਤੇ PM ਦਾਸ DIG ਸੀਗਾ, ਅਸੀਂ ਇੱਕ ਅਫਸਰ ਦੀ ਸ਼ਿਕਾਇਤ ਮੇਰੇ ਕੋਲ ਸੀ CID ਦੇ ਵਿੱਚ, ਕਿ 11 ਲੱਖ ਰੁਪਇਆ ਉਹਦੇ ਕੋਲੋਂ ਲੈ ਗਿਆ ਕਿਸੇ ਬੰਦੇ ਕੋਲੋਂ। ਉਹਨੂੰ ਬੁਲਾ ਕੇ SSP ਨੂੰ PM ਦਾਸ ਕਹਿਣ ਲੱਗਾ ਕਿ ਤੁਮਨੇ 11 लाख रुपया इससे लिया। वो कहना जी मैं 11 लाख नहीं लिया, मैं लिया 2.5 करोड़ रुपया। ਤੇ ਆ ਕਰਾਓ KPS ਗਿੱਲ ਨਾਲ ਗੱਲ ਮੇਰੀ, ਮੈਂ ਤੁਹਾਡੀ ਗੱਲ ਕਰਾਉਂਦਾ। ਉਹ DIG ਦੇ ਪੈਰ ਨਾ ਲੱਗਣ ਥੱਲੇ,
ਹਾਂਜੀ, ਮੇਰੇ ਸਾਹਮਣੇ ਉਹ ਵਿਚਾਰਾ ਉਹਨੂੰ ਕਦੇ ਗੁਲਾਬ ਜਾਮਣ ਖਿਲਾਵੇ ਤੇ ਕਦੇ ਚਾਹ ਪਿਆਵੇ ਤੇ ਬੋਲੋ ਬੈਠੋ ਬੈਠੋ ਸਾਹਿਬ ਆਪ ਕਿਆ ਖਾਓਗੇ, ਉਹ 11 ਲੱਖ ਰੁਪਇਆ ਭੁੱਲ ਹੀ ਗਿਆ। ਸੋ ਦਿਸ ਸਿਸਟਮ ਇੱਕ ਦਿਨ ਚ ਨਹੀਂ ਹੋਇਆ, ਇਹ ਟੋਟਲੀ ਕਰਪਟ ਸਿਸਟਮ ਹੈ ਔਰ 35-36 ਸਾਲ ਪੁਰਾਣੀ ਇਹ ਲੜਾਈ, ਤੁਹਾਨੂੰ ਇਹ ਗੰਦ ਕੱਢਣਾ ਪੈਣਾ ਹੈ ਸਾਰੇ ਪਾਸੇ ਵਿੱਚੋਂ। ਰਾਜਨੀਤੀ ਇਹਨਾਂ ਨੇ ਤਾਂ ਉਹ ਕਹਿੰਦੇ ਹਮ ਜਾਣਤੇ ਹੈ ਪੈਸੇ ਕੈਸੇ ਬਣਾਏ ਜਾਂਦੇ, ਤੁਸੀਂ ਸਾਡੇ ਨਾਲ ਸ਼ਾਮਲ ਹੋ। ਔਰ ਚੰਗੇ ਚੰਗੇ ਬੰਦੇ, ਜਿਹੜੇ ਬੰਦਿਆਂ ਤੋਂ ਬੜੀ ਆਸ ਕੀਤੀ ਜਾਂਦੀ ਸੀ ਪੰਜਾਬ 'ਚ ਬਦਲਾਵ ਲਿਆਉਂਦੇ, ਉਹ ਬੰਦੇ ਇਸ ਭ੍ਰਿਸ਼ਟਾਚਾਰ ਦੇ ਵਿੱਚ ਸ਼ਾਮਲ ਹੋ ਗਏ। ਅੱਜ ਵੀ ਸੜਕਾਂ ਦੇ ਉੱਤੇ ਗੁੰਡਾ ਟੈਕਸ ਦੀਆਂ ਪਰਚੀਆਂ ਲੈ ਕੇ ਲੋਕ ਬੈਠੇ ਆ ਤੇ ਉਹ ਸਾਫ਼ ਕਹਿੰਦੇ ਜੀ ਇਹ ਫਲਾਣੇ ਬੰਦੇ ਦੇ ਘਰ, ਫਲਾਣੇ ਮੰਤਰੀ, ਮੁੱਖ ਮੰਤਰੀ ਦੇ ਘਰ ਜਾਣੀ ਹੈ। ਉਹ ਇਹਨਾਂ ਵਾਸਤੇ ਲੜਨਾ ਪੈਣਾ ਔਰ ਲੜ ਉਹੀ ਬੰਦਾ ਸਕਦਾ ਜਿਹੜਾ ਮਜ਼ਬੂਤ ਹਿਰਦੇ ਵਾਲਾ ਹੋਵੇ। ਤੇ ਜੇ ਆਪਾਂ ਮਨ ਬਣਾ ਲਈਏ ਕਿ ਅਸੀਂ ਬਦਲਾਵ ਲਿਆਉਣਾ ਤੇ ਇਹ ਤਾਂ ਅੱਜ ਜਦੋਂ ਸੋਚ ਲਿਆ ਨਾ ਸਵੇਰੇ ਬਦਲਾਵ ਆ ਜਾਣਾ। ਲੋਕ ਚਾਹੁੰਦੇ ਆ, ਬੰਦਿਆਂ ਨੂੰ ਛਾਲ ਮਾਰਨੀ ਪਏਗੀ, ਅੱਗੇ ਆਉਣਾ ਪਏਗਾ। ਮੈਂ ਇੱਕ ਹੋਰ ਗੱਲ ਕਹਿਣਾ, ਮੈਂ ਕਹਿਣਾ ਹੈ ਕਿ ਜੇਕਰ ਮੰਨ ਲਓ ਕੋਈ ਬੰਦਾ ਕੋਈ ਸਰਵਿਸਿਸ ਦੇਣ ਲਈ ਆ ਰਿਹਾ, ਉਹ ਤਾਂ ਇੰਨਾ ਸੈਲਫਿਸ਼ ਹੋਣਾ ਬਣਦਾ ਕਿ ਉਹਨੂੰ ਕੋਈ ਇੱਜ਼ਤ ਮਾਣ ਸਤਿਕਾਰ ਮਿਲੇ। ਜਿਹੜੇ ਵੀ ਬੰਦੇ, ਜਿਹੜੇ ਇੰਟੈਲੈਕਚੁਅਲਸ ਨੇ, ਜਿਹੜੇ ਘਰਾਂ 'ਚ ਮਜ਼ੇ ਨਾਲ ਬੈਠੇ ਆ, ਜੇ ਉਹਨਾਂ ਨੇ ਆਪਣਾ ਸਮਾਂ ਲਾਉਣਾ ਹੈ, ਜੇ ਉਹਨਾਂ ਨੇ ਆਪਣੀ એનર્ਜੀ ਲਾਉਣੀ ਹੈ, ਜੇ ਉਹਨਾਂ ਨੇ ਬਦਨਾਮੀ ਲੈਣੀ ਆ, ਜੇ ਉਹਨਾਂ ਨੇ ਜਿਹੜੇ ਦੂਜੀਆਂ ਰਵਾਇਤੀ ਧਿਰਾਂ ਤੋਂ ਐਲੀਗੇਸ਼ਨਸ ਲੈਣੇ ਆ, ਤੇ ਉਹਨਾਂ ਨੂੰ ਇੰਨਾ ਕੁ ਐਡਵਾਂਟੇਜ ਰਹਿਣਾ ਚਾਹੀਦਾ ਹੈ ਕਿ ਕੱਲ ਨੂੰ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਉਹ ਸਾਰੇ ਬੰਦੇ ਕਿਸੇ ਤਰੀਕੇ ਨਾਲ ਅਵਲਾਈਜ਼ ਹੋਣ। ਮੈਂ ਪਿੱਛੇ ਇੱਕ ਆਈਡੀਆ ਫਲੋਟ ਕਰ ਰਿਹਾ ਸੀ, ਮੈਨੂੰ ਨਹੀਂ ਪਤਾ ਵਿਧਾਨ ਪ੍ਰੀਸ਼ਦ ਕਿਵੇਂ ਕਾਇਮ ਹੁੰਦੀ, ਤਰੀਕੇਕਾਰ ਕੀ ਹੈ, ਕਿਵੇਂ ਆ, ਲੇਕਿਨ ਮੈਨੂੰ ਲੱਗਦਾ ਹੈ ਕਿ ਜੇਕਰ ਸੱਤਾ ਦੇ ਵਿੱਚ ਕੋਈ ਨਵੀਂ ਪਾਰਟੀ ਜਾਂ ਨਵੀਂ ਧਿਰ ਜਾਂ ਕੋਈ ਨਵੀਂ ਆਈਡੀਓਲੋਜੀ ਆ ਜਾਂਦੀ ਹੈ ਤੇ ਆਪਣੇ ਜਿੰਨੇ ਵੀ ਪ੍ਰੋਮੀਨੈਂਟ ਲੋਕ ਹੈ, ਡਾਕਟਰ ਸਾਹਿਬ ਵਰਗੇ, ਤੁਹਾਡੇ ਵਰਗੇ, ਜਾਂ ਤੁਸੀਂ ਤਾਂ ਫੀਲਡ ਵਿੱਚ ਆਉਣਾ ਚਾਹੁੰਦੇ ਹੋ, ਲੇਕਿਨ ਡਾਕਟਰ ਸਾਹਿਬ ਵਰਗੇ ਜਿਹੜੇ ਬੰਦੇ ਜਿਹੜੇ ਨਿੱਠ ਕੇ ਕੰਮ ਕਰਨ ਵਾਲੇ ਆ, ਉਹ ਵਿਧਾਨ ਪ੍ਰੀਸ਼ਦ ਦਾ ਹਿੱਸਾ ਹੋਣ। ਔਰ ਪਹਿਲੀ ਵਾਰੀ ਪੰਜਾਬ ਦੀ ਵਿਧਾਨ ਪ੍ਰੀਸ਼ਦ ਤੇ ਜਿਹੜੀ ਸਾਡੀ ਵਿਧਾਨ ਸਭਾ ਹੈ, ਦੋਵਾਂ ਦੇ ਵਿੱਚ 20-20 ਦਿਨ ਲੰਬੀਆਂ ਬਹਿਸਾਂ ਚੱਲਣ ਤੇ ਪੰਜਾਬ ਦਾ ਹਰੇਕ ਮਸਲਾ ਰਿਕਾਰਡ ਤੇ ਆਵੇ ਤੇ ਅਫਸਰਸ਼ਾਹੀ ਨੂੰ ਵੀ ਪਤਾ ਹੋਵੇ ਕਿ ਫਾਈਲਾਂ ਲੈ ਕੇ ਜਵਾਬ ਦੇਣਾ ਜਾਣਾ ਪੈਣਾ ਜਾਂ ਕੰਮ ਕਰਨੇ ਪੈਣੇ ਆ। ਸੋ ਇਹ ਹੋ ਸਕਦਾ, ਮੈਨੂੰ ਤਾਂ ਲੱਗਦਾ ਹੋ ਸਕਦਾ ਹੈ। ਸਿਰਫ ਆਪਣੇ ਆਪ ਨੂੰ ਥੋੜਾ ਖੜਾ ਕਰਨ ਦੀ ਲੋੜ, ਸਮਝਾਉਣ ਦੀ ਲੋੜ ਆ ਕਿ ਅਸੀਂ ਇਹ ਸਿਸਟਮ ਬਦਲਣ ਦੇ ਕਾਬਿਲ ਹੈ। ਗੱਲ ਇਹ ਹੈ ਰੰਧਾਵਾ ਸਾਹਿਬ, ਜਿੰਨੇ ਤੁਹਾਡੇ ਆਈਡੀਏ ਆ ਇਹਨਾਂ ਤੇ ਬਹਿਸ ਕਰਨ ਦੀ ਲੋੜ ਨਹੀਂ, ਅਮਲ ਕਰਨ ਦੀ ਲੋੜ ਹੈ। ਔਰ ਇਹ ਜਿਹੜੀ ਚੀਜ਼ ਤੁਸੀਂ ਆਖੀ ਹੈ ਇਹ ਹੋ ਸਕਦੀ ਹੈ। ਭਾਈ ਵੀਰ ਸਿੰਘ ਹੋਰੀ ਵੀ ਵਿਧਾਨ ਪ੍ਰੀਸ਼ਦ ਦੇ ਮੈਂਬਰ ਹੈ, ਡਾਕਟਰ ਜੋਤ ਸਿੰਘ ਹੋਰੀ ਵੀ ਰਹੇ, ਅੱਛੇ ਲੋਕ ਰਹੇ, ਤੇ ਮੈਂ ਸਮਝਦਾ ਡਾਕਟਰ ਐਸਪੀ ਸਿੰਘ ਹੋਰੀ ਜਾਂ ਹੋਰ ਜਿਹੜੇ ਅੱਛੇ ਲੋਕ ਹੈਗੇ ਆ, ਇਹਨਾਂ ਦੇ ਉੱਥੇ ਇੰਟੈਲੈਕਚੁਅਲ ਬਹਿਸਾਂ ਹੋਣੀਆਂ ਚਾਹੀਦੀਆਂ। ਔਰ ਜਿਹੜਾ ਸੈਸ਼ਨ ਹੈ, ਤਨਖਾਹ ਤਾਂ ਹੀ ਮਿਲਣੀ ਚਾਹੀਦੀ ਹੈ ਜੇ ਘੱਟੋ ਘੱਟ 6 ਮਹੀਨੇ ਕੰਮ ਕਰ। ਇਹ ਨਹੀਂ ਕਿ 6 ਦਿਨ ਦਾ ਸੈਸ਼ਨ ਹੋਇਆ ਤੇ ਜਾ ਕੇ ਤਨਖਾਹ ਤੁਸੀਂ ਸਾਰੀ ਉਮਰ ਵਾਸਤੇ ਲੈ ਲਓ। ਤੇ ਪੈਨਸ਼ਨ ਉਨੀ ਕੀ ਮਿਲਣੀ ਚਾਹੀਦੀ ਹੈ ਜਿੰਨੀ ਬੰਦੇ ਨੇ ਕੰਮ ਕੀਤਾ ਹੋਵੇ, ਤੇ ਪੇ ਵੀ ਉਨੀ ਮਿਲਣੀ ਚਾਹੀਦੀ ਹੈ। ਸੋ ਇਹ ਜੋ ਕੁਝ ਹੋ ਰਿਹਾ ਨਾ, ਉਹ ਲੋਕਾਂ ਨੂੰ ਆਪਣੇ ਵਾਸਤੇ ਹੀ ਹੈ ਕਿ ਮੈਂ ਆਹ ਕਰਨਾ, ਮੈਨੂੰ ਇੰਨੀ ਮਿਲ ਜਾਏ ਤੇ ਉਹ ਮਿਲ ਜਾਏ। ਇਹ ਲੋਕ ਪੱਖੀ ਲੈ ਕੇ ਆਓ। ਹਾਂ, ਜਿਹੜੇ ਚੁਣੇ ਜਾਂਦੇ ਨੁਮਾਇੰਦੇ ਆ ਉਹਨਾਂ ਦਾ ਖਰਚਾ ਹੁੰਦਾ, ਜਿੰਨਾ ਜੈਨੂਇਨ ਖਰਚਾ ਉਹਦੇ 'ਚ ਉਹਨਾਂ ਦੀ ਹੈਲਪ ਹੋਣੀ ਚਾਹੀਦੀ ਹੈ, ਉਹਨਾਂ ਨੂੰ ਸਪੋਰਟ ਹੋਣੀ ਚਾਹੀਦੀ ਹੈ ਸਰਕਾਰ ਐਕਸਚੇਕਰ ਤੋਂ। ਲੇਕਿਨ ਜਿਹੜਾ ਐਕਸਟਰਾ ਖਰਚਾ ਆ ਉਹ ਸਾਰੇ ਬੰਦ ਹੋਣੇ ਚਾਹੀਦੇ ਆ। ਪੈਨਸ਼ਨਾਂ ਬੰਦ ਹੋਣੀਆਂ ਚਾਹੀਦੀਆਂ। ਜੇ ਮੈਂ ਹੁਣ ਪੁਲਿਸ ਦੀ ਪੈਨਸ਼ਨ ਲੈ ਰਿਹਾ ਤੇ ਮੈਨੂੰ ਹੋਰ ਕਿਹੜੀ ਪੈਨਸ਼ਨ ਦੀ ਲੋੜ ਹੈ ਜੀ? ਹਾਂਜੀ। ਸੋ ਐਵੇਂ ਇੱਕ ਗੱਲ ਜਿਹੜੀ ਹੈ ਨਾ, ਇਹ ਸਾਰਾ ਕੁਝ ਹੀ ਬਦਲਾਵ ਲਿਆਉਣਾ ਪੈਣਾ। ਡਾਕਟਰ ਸਾਹਿਬ, ਸੇਵਾ ਕਰਨ ਦੀ ਭਾਵਨਾ ਨਾਲ, ਪੰਜਾਬ ਬਚਾਉਣ ਦੀ ਭਾਵਨਾ ਨਾਲ। ਡਾਕਟਰ ਸਾਹਿਬ 10 ਸੈਕਿੰਡ ਲੈ ਲਿਓ, 10 ਸੈਕਿੰਡ ਲੈ ਲਿਓ, 10 ਸੈਕਿੰਡ ਲੈ ਲਿਓ। ਇੱਕੋ ਗੱਲ ਕਹਿਣੀ ਚਾਹੁੰਦਾ, ਮੈਂ 10 ਸੈਕਿੰਡ ਲੈ ਲਿਓ। ਮੈਂ ਇਹ ਸਮਝਦਾ ਕਿ ਮੈਂ ਜ਼ਮੀਨੀ ਹਕੀਕਤ ਦੇ ਲੜਾਈ ਕਰਨੀ ਔਰ ਲੜਨਾ ਆਪਣੇ ਆਪ ਵਿੱਚ ਬੜਾ ਮਹੱਤਵਪੂਰਨ ਹੈ। ਔਰ ਜੇ ਮੈਨੂੰ ਤੁਸੀਂ ਪੈਸਿਵ ਸਮਝਦੇ ਹੋ, ਮੈਂ ਐਕਟਿਵਲੀ, ਮੈਂ ਤੇ ਟੀਚਰ ਯੂਨੀਅਨ ਦੇ ਵਿੱਚ ਬਕਾਇਦਾ ਜੇਲ੍ਹਾਂ ਵੀ ਕੱਟੀਆਂ ਨੇ, ਸਭ ਕੁਝ ਕੀਤਾ, ਸਟੂਡੈਂਟਸ ਐਜੂਕੇਸ਼ਨ 'ਚ ਵੀ ਹੈ। ਮੇਰਾ ਤਾਂ ਇੱਕ ਬੜਾ ਕਲੀਅਰ ਵਿਚਾਰ ਹੈ ਕਿ ਪੈਚ ਵਰਕ ਨਾਲ ਇਹ ਸਿਸਟਮ ਨਹੀਂ ਬਦਲਦੇ ਹੁੰਦੇ। ਸਿਸਟਮ ਬਦਲਦਾ ਹੈ ਜਦੋਂ ਗ੍ਰਾਸ ਰੂਟ ਲੈਵਲ ਤੋਂ ਸਾਰਾ ਜਿਹੜਾ ਉਹ ਬਦਲੇ। ਔਰ ਇਹ ਜਿਹੜਾ ਕੰਮ ਹੈ, ਰਿਫਾਰਮੇਟਰੀ ਜਿਹੜਾ ਕੰਮ ਹੈ, ਮੈਂ ਇਕਬਾਲ ਸਿੰਘ ਨਾਲ ਬਿਲਕੁਲ ਸਹਿਮਤ ਨਹੀਂ ਕਿ ਜੇ ਵਿਧਾਨ ਪਰਿਸ਼ਦ ਜਾਂ MLA ਜਿਹੜੇ ਵੀ ਕਰਨ, ਕੋਈ ਤਨਖਾਹ ਜਾਂ ਕੋਈ ਪੈਨਸ਼ਨ ਜਿਹੜੀ ਉਹਨਾਂ ਨੇ ਅਖੀਰ ਤੇ ਗੱਲ ਕਹੀ ਕਿ ਜਿਹਦੇ ਕੋਲ ਵਸੀਲੇ ਜ਼ਿੰਦਗੀ 'ਚ ਹੈ ਨੇ, ਉਹਨੂੰ ਕਿਸੇ ਹੋਰ ਪਾਸੇ ਜਾਣ ਦੀ ਜਿਹੜੀ ਲੋੜ ਨਹੀਂ। ਲੇਕਿਨ ਇਹ ਸਾਰੇ ਪੈਚ ਵਰਕ ਨੇ। ਜੇਕਰ ਅਸੀਂ ਨਵੀਂ ਸੋਚ, ਨਵਾਂ ਆਧਾਰ, ਨਵਾਂ ਜਿਹੜਾ ਉਹ ਨੀਤੀ ਲੈ ਕੇ ਚੱਲਾਂਗੇ ਤੇ ਨਵਾਂ ਹੀ ਸਿਸਟਮ ਲੈ ਕੇ ਸਾਨੂੰ ਚੱਲਣਾ ਪਏਗਾ। ਇਹ ਸਿਸਟਮ ਦੇ ਵਿੱਚੋਂ ਇਹਨਾਂ ਪਾਰਟੀਆਂ ਦੇ ਜਿਹੜੇ ਐਗਜ਼ਿਸਟਿੰਗ ਪਾਰਟੀਆਂ ਨੇ, ਇਹਨਾਂ ਦੇ ਜਿਹੜਾ ਚੱਲ ਰਹੀ ਹੈ ਕੰਮ, ਉਹਨੂੰ ਅਪਲੋਡ ਕਰਕੇ ਹੀ ਨਵਾਂ ਸਿਸਟਮ ਉਸਾਰਿਆ ਜਾਏ, ਨਾ ਕਿ ਇਹਨਾਂ ਦੇ ਜਿਹੜੇ ਹੈ ਖੰਡਰਾਂ ਦੇ ਉੱਤੇ ਇੱਕ ਨਵਾਂ ਜਿਹੜਾ ਤੁਸੀਂ ਉਸਾਰੋ, ਉਹਦੇ ਨਾਲ ਜਿਹੜਾ ਉਹ ਰਿਜ਼ਲਟ ਜਿਹੜੇ ਨੇ। ਤੁਸੀਂ ਇਸੇ ਕੰਮ ਲਈ ਤੇ ਡਾਕਟਰ ਸਾਹਿਬ ਹੈਗੇ ਹੋ। ਤੁਸੀਂ ਉਹ ਦੇਖੋ, ਅਸੀਂ ਤਾਂ ਸੀਮਤ ਜੇ ਪਿੰਡੂ ਜੇ ਆ, ਤੁਸੀਂ ਤਾਂ ਉਹਨਾਂ ਬਹੁਤ ਚੀਜ਼ਾਂ ਨੂੰ ਸਮਝਦੇ ਹੋ, ਵਿੱਚ ਵੜ ਕੇ ਦੇਖਿਆ। ਤੁਸੀਂ ਉਹ ਦਿਓ ਨਾ ਜੀ,
ਤੁਸੀਂ ਉਹ ਦਿਓ ਤਾਂ ਤੁਹਾਨੂੰ ਬਾਰ-ਬਾਰ ਕਹਿ ਰਹੇ ਆ, ਤੁਸੀਂ ਇੰਟੈਲੈਕਚੁਅਲ ਲੋਕ ਜਿਨ੍ਹਾਂ ਨੇ ਸਾਰੀ ਉਮਰ ਏਡੇ ਵੱਡੇ ਅਹੁਦੇ ਹੰਡਾਏ, ਤੁਹਾਨੂੰ ਬਰੀਕੀਆਂ ਪਤਾ ਹੈ। ਮੈਂ ਤਾਂ ਕਹਿਣ ਡਿਆ, ਉਹ ਕਹਿੰਦਾ ਸੀ ਕੇਜਰੀਵਾਲ ਲੋਕਪਾਲ ਦੀ ਗੱਲ, ਸਭ ਤੋਂ ਵੱਡਾ ਲੋਕਪਾਲ ਪੰਜਾਬ ਦੇ ਵਿੱਚ ਖੜਾ ਕਰ ਦਿਓ, ਜਿਹੜਾ ਕਿਤੇ ਕਰਪਸ਼ਨ ਕਰੇ ਉਹਨੂੰ ਸਾਰੀ ਉਮਰ ਜੇਲ੍ਹ ਚੋਂ ਬਾਹਰ ਨਾ ਆਉਣ ਦਿਓ, ਇਹਦੀ ਜ਼ਰੂਰਤ ਪਊ ਕਰਪਸ਼ਨ ਕਰ ਦੇ। ਸੋ ਮੈਨੂੰ ਲੱਗਦਾ ਡਾਕਟਰ ਸਾਹਿਬ ਉਹ ਇੱਕ ਢਾਂਚਾ ਖੜਾ ਕਰਕੇ ਦਿਓ, ਉਹ ਨੈਤਿਕਤਾ ਦੇ ਆਧਾਰ ਤੇ ਕੁਝ ਕਰਕੇ ਦਿਓਗੇ ਨਾ, ਫਿਰ ਮੈਨੂੰ ਲੱਗਦਾ ਗੱਲ ਤੁਰ ਪਊਗੀ। ਦੇਖੋ ਤੁਸੀਂ ਸੂਤਰਧਾਰ ਬਣੋ, ਸਾਈਕਬਾਲ ਸਿੰਘ ਵਰਗੇ ਹੋਰ ਹੋਣ, ਮੈਂ ਨਾਲ ਹਾਂ, ਇਸ ਗੱਲ 'ਚ ਕੋਈ ਸ਼ੱਕ ਨਹੀਂ, ਔਰ ਪੂਰੀ ਤਰ੍ਹਾਂ ਜਿਹੜਾ ਉਹ ਹਰ ਲੈਵਲ ਤੇ ਕੰਮ ਕਰਨ ਨੂੰ ਤਿਆਰ ਹੁੰਦੇ ਹਾਂ ਅਸੀਂ, ਉਹ ਗੱਲ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਇਲੈਕਟੋਰਲ ਪ੍ਰੋਸੈਸ ਵਿੱਚ ਅਸੀਂ ਹਾਂ ਕਿ ਨਹੀਂ, ਜਾਂ ਸਾਡਾ ਕੀ ਆਧਾਰ ਹੈ, ਉਹ ਵੱਖਰੀ ਗੱਲ ਹੈ। ਲੇਕਿਨ ਗੱਲ ਜਿਹੜੀ ਗੱਲ ਸਾਈਕਬਾਲ ਸਿੰਘ ਨੇ ਕਿਹਾ, ਗੱਲ ਸ਼ੁਰੂ ਕਰੋ, ਕੋਈ 4 ਬੰਦੇ ਇਕੱਠੇ ਕਰਨੀ ਸ਼ੁਰੂ ਕਰੋ, ਦੇਖੋ ਰਿਜ਼ਲਟ ਕੀ ਆਉਂਦਾ, ਉਸ ਤੋਂ ਬਾਅਦ ਜਿਹੜਾ ਅੱਗੇ ਗੱਲ ਕਰਨ ਦੀ ਲੋੜ ਬਣੇਗੀ, ਪ੍ਰੈਕਟੀਕਲੀ ਅੱਗੇ ਕਿਵੇਂ ਚੱਲਣਾ। ਡਾਕਟਰ ਸਾਹਿਬ ਜਿਹੜੇ ਸਭ ਤੋਂ ਵਧੀਆ ਬੰਦੇ ਤੁਹਾਡੀ ਨਜ਼ਰ 'ਚ ਹੈ, ਤੁਸੀਂ ਜ਼ਰੂਰ ਉਹਨਾਂ ਨਾਲ ਇਸ ਗੱਲ ਤੇ ਅੱਗੇ ਵਧੋ ਤੇ ਗੱਲ ਤੋਰੋ। ਸਾਨੂੰ ਤਾਂ ਤੁਸੀਂ ਹੁਕਮ ਲਾਓ ਕਿ ਅਸੀਂ ਕਿੱਥੇ ਕਿੱਥੇ ਤੁਹਾਨੂੰ ਸਪੋਰਟ ਕਰਨਾ ਹੈ। ਤੁਸੀਂ ਉਹ ਲੀਡਰ ਹੋ ਜਿਹੜੇ ਦਿਮਾਗ ਵਾਲੇ, ਕਿਉਂਕਿ ਪੰਜਾਬੀਆਂ ਤੇ ਇਹ ਇਲਜ਼ਾਮ ਬੜਾ ਵੱਡਾ ਹੋ ਗਿਆ ਕਿ ਦਿਮਾਗੋਂ ਪੈਦਲ ਨੇ। ਹੁਣ ਤੁਹਾਡੇ ਸਿਰਾਂ ਦੀ ਲੋੜ ਆ, ਬਾਕੀ ਯੋਧੇ ਤਾਂ ਬੜੇ ਇੱਥੇ, ਤੁਹਾਨੂੰ ਵੀ ਪਤਾ, ਨਾਰੇ ਮਾਰਨ ਵਾਲਿਆਂ ਦੀ ਕੋਈ ਕਮੀ ਨਹੀਂ, ਜਦੋਂ ਮਰਜ਼ੀ ਇਕੱਠੇ ਕਰ ਲਿਓ। ਗੱਲ ਹੈ ਕਿ ਯੋਧੇ ਤੁਸੀਂ ਪੈਦਾ ਕਰੋ, ਅਸੀਂ ਨਾਲ ਉਹਨਾਂ ਨੂੰ ਅਗਵਾਈ ਕਰਨ ਲਈ, ਉਹਨਾਂ ਨੂੰ ਨੀਤੀਆਂ ਦੇਣ ਲਈ, ਉਹਨਾਂ ਦੀ ਸਟ੍ਰੈਟਜੀ ਬਣਾਉਣ ਲਈ ਉਹਨਾਂ ਦੇ ਸਲਾਹਕਾਰ ਹੋ ਸਕਦੇ ਹਾਂ। ਅਸੀਂ ਉਹਨਾਂ ਨੂੰ ਲੀਡ ਕਰਨ ਜੋਗੇ ਨਹੀਂ ਹੋ ਸਕਦੇ, ਮੈਂ ਬੜਾ ਸਪਸ਼ਟ ਹਾਂ। ਮਤਲਬ ਅਸੀਂ ਜੇਲ੍ਹ ਜਾਣ ਨੂੰ ਤਾਂ ਤਿਆਰ ਹਾਂ, ਲੇਕਿਨ ਨਾਲ ਜਿਹੜਾ ਲੈ ਕੇ ਚੱਲਣ ਵਾਲੀ ਜਿਹੜੀ ਸਮਰੱਥਾ ਹੈ, ਇੱਕ ਪਬਲਿਕ ਇੱਕ ਮੂਵਮੈਂਟ ਜਿਹੜੀ ਬਣਾ ਕੇ ਚੱਲਣ ਵਾਲੀ ਸਮਰੱਥਾ ਹੈ, ਅਸੀਂ ਮੂਵਮੈਂਟ ਨੂੰ ਲੀਡਰ ਬਣ ਕੇ ਨਹੀਂ ਚਲਾ ਸਕਦੇ, ਅਸੀਂ ਮੂਵਮੈਂਟ ਦੇ ਬਿਹਾਈਂਡ ਦਾ ਸੀਨ ਔਰ ਉਹਦੇ 'ਚ ਜਿੰਨਾ ਕੰਮ ਹੈ, ਉਹ ਬੈਕਡੋਰ ਜਿਹੜਾ ਕੰਮ ਹੈ, ਉਹ ਸਾਰਾ ਕਰ ਸਕਦੇ ਹਾਂ। ਬਾਕੀ ਜਿਹੜੀ ਗੱਲ ਹੈ ਕਿ ਪ੍ਰੈਕਟੀਕਲੀ ਜਿੱਥੇ ਲੋੜ ਬਣਦੀ ਹੈ, ਭਾਵੇਂ ਉਹ ਜੇਲ੍ਹ ਦੀ ਗੱਲ ਹੋਵੇ ਤੇ ਭਾਵੇਂ ਦੂਜੀ ਹੋਵੇ, ਅਸੀਂ ਵੀ ਪੁਲਿਸ ਦੇ ਬੜੇ ਥ੍ਰੈਟ, ਆਪਣਾ ਮੈਂ ਜਿਹੜਾ ਸਟੂਡੈਂਟ ਔਰ ਇਹ ਟੀਚਰਸ ਯੂਨੀਅਨ ਤੱਕ ਵੀ, ਮਤਲਬ ਉਹ ਸਾਰੇ ਜਿਹੜੇ ਮੈਂ ਕੰਮ ਜਿਹੜੇ ਕੀਤੇ ਨੇ, ਉਹਦੇ 'ਚੋਂ ਇਹਨਾਂ ਥ੍ਰੈਟਸ ਵਿੱਚੋਂ ਖਾੜਕੂਵਾਦ ਵੀ ਇਹਨਾਂ ਥ੍ਰੈਟਸ ਦੇ ਵਿੱਚੋਂ ਮੈਂ ਹਿੱਸੇਦਾਰ ਹਾਂ। ਮੈਂ ਇਕੱਲਾ ਹੌਸਲੇ ਵਾਲਾ ਸੀ ਕਿ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜੋਧਪੁਰ ਜੇਲ੍ਹ ਵਿੱਚ ਸੈਂਟਰ ਬਣਾਇਆ ਸੀ ਤੇ ਯੂਨੀਵਰਸਿਟੀ ਦਾ ਕੋਈ ਟੀਚਰ ਸੈਂਟਰ ਛੱਡਣ ਜਾਣ ਨੂੰ ਤਿਆਰ ਨਹੀਂ ਸੀ, ਤੇ ਮੈਂ ਆਪਣੇ ਆਪ ਨੂੰ ਆਫਰ ਕੀਤਾ ਸੀ ਤੇ 1.5 ਮਹੀਨਾ ਜੋਧਪੁਰ ਜੇਲ੍ਹ ਦੇ ਵਿੱਚ ਰਹਿ ਕੇ ਉਹਨਾਂ ਦੇ ਇਲਜ਼ਾਮ ਵੀ ਲਏ, ਉਹਨਾਂ ਦੇ ਨਾਲ ਜਿਹੜਾ ਹੈ ਉਹ ਸਾਰੇ ਦਾ ਸਾਰਾ ਉਹਨਾਂ ਦੀਆਂ ਪ੍ਰੋਬਲਮਸ ਵੀ ਸੋਲਵ ਕੀਤੀਆਂ। ਡਰਨ ਵਾਲੀ ਉਸ ਵੇਲੇ ਦੇ ਸਰਕਾਰ ਦੇ ਵਿੱਚ ਉਹਨਾਂ ਨਾਲ ਇੰਟਰੈਕਸ਼ਨ ਰੱਖਣੀ ਜਾਂ ਉਹਦੇ ਜੇਲ੍ਹ 'ਚ ਜਾਣਾ ਜਿਹੜਾ ਸੀ, ਮੈਨੂੰ ਪਤਾ ਹੈ ਕਿ ਜੋਧਪੁਰ ਦੇ ਵਿੱਚ ਵੀ ਸਾਡੇ ਤੇ ਕਿੰਨੀ ਕੁ ਸਿਕਿਉਰਿਟੀ ਦੀ CID ਲੱਗੀ ਸੀ, ਉਹਦਾ ਕੋਈ ਅੰਦਾਜ਼ਾ ਨਹੀਂ ਸੀ। ਲੇਕਿਨ ਇਹ ਗੱਲਾਂ ਨਹੀਂ ਹੈ, ਲੇਕਿਨ ਇਹ ਸਾਰੀਆਂ ਗੱਲਾਂ ਉਸ ਵੇਲੇ ਨੇ ਜਦੋਂ ਗਰਾਊਂਡ ਜਿਹੜੀ ਹੈ ਤਿਆਰ ਹੁੰਦੀ ਹੈ। ਐਵੇਂ ਹੀ ਮਤਲਬ ਜਿਹੜਾ ਅਸੀਂ ਕਹੀ ਚੱਲੀਏ ਜੀ ਅਸੀਂ ਮਤਲਬ ਜਿਹੜਾ ਕਿ ਉਹ ਮਰਨ ਨੂੰ ਤਿਆਰ ਹਾਂ, ਮਰਨ ਨੂੰ ਤਿਆਰ ਸਾਰੇ ਹੁੰਦੇ ਨੇ, ਲੇਕਿਨ ਬੇਲੋੜੇ ਮਰਨ ਵਾਸਤੇ ਜਿਹੜਾ ਕੋਈ ਵੀ ਤਿਆਰ ਨਹੀਂ ਹੋਣਾ ਚਾਹੀਦਾ। ਇਹ ਮੇਰੀ ਜਿਹੜੀ ਹੈ ਇਹ ਵੈਸੇ ਵੀ ਸੰਦੇਸ਼ ਵੀ ਸਮਝੋ ਕਿ ਲੜੋ ਮਰੋ, ਲੇਕਿਨ ਮਰੋ ਉਸ ਵੇਲੇ ਜਿਸ ਵੇਲੇ ਮਰਨ ਦੀ ਕੋਈ ਵੈਲਿਊ ਜਿਹੜੀ ਹੈ ਉਹ ਬਣਦੀ ਹੈ। ਹਾਂ ਬਿਲਕੁਲ ਡਾਕਟਰ ਸਾਹਿਬ, ਤੁਸੀਂ ਇਹਨੂੰ ਦਿਲ ਤੇ ਲਾਇਆ ਥੋੜਾ ਜਿਹਾ ਕਿ ਤੁਹਾਨੂੰ ਪੈਸਿਵ ਕਿਹਾ ਗਿਆ, ਤੁਹਾਨੂੰ ਪੈਸਿਵ ਕਹਿਣ ਵਾਲਾ ਕੋਈ ਕਮਲਾ ਹੋਊ। ਸਾਡੀ ਤਾਂ ਇੰਨੀ ਜ਼ਰੂਰਤ ਨਹੀਂ ਕਾਰਨ ਆ ਕਿ ਤੁਸੀਂ ਦਿਨ ਦੇ ਵਿੱਚ ਲਗਭਗ ਅਜੇ ਵੀ 16 ਘੰਟੇ ਕੰਮ ਕਰਦੇ ਹੋ, ਤੁਹਾਨੂੰ ਰਾਤ ਨੂੰ 1 ਵਜੇ ਵੀ ਨੌਕ ਕਰਕੇ ਦੇਖ ਲਓ, ਤੁਸੀਂ ਉਵੇਂ ਹੀ ਖੜੇ ਹੁੰਦੇ ਹੋ, ਤੇ ਅਰਲੀ ਮਾਰਨਿੰਗ ਵੀ ਤੁਸੀਂ ਉਵੇਂ ਹੁੰਦੇ ਹੋ, ਤੇ ਦੁਪਹਿਰੇ ਵੀ ਮੈਂ ਤੁਹਾਨੂੰ ਪੁੱਛਦਾ ਕਈ ਵਾਰੀ, ਆ ਤੀਜੀ ਚੌਥੀ ਵਾਰੀ ਹੋ ਗਿਆ ਕਿ ਡਾਕਟਰ ਸਾਹਿਬ ਕਿਤੇ ਖਾਣਾ ਖੁਣਾ ਖਾ ਕੇ ਰੈਸਟ ਤਾਂ ਨਹੀਂ ਕਰਨੀ? ਤੁਹਾਡੇ ਦੀਦਿਆਂ 'ਚ ਨੀਂਦ ਹੈ ਨਹੀਂ ਤੇ ਤੁਹਾਡੇ ਪੈਰਾਂ ਦੇ ਵਿੱਚ ਅਜੇ ਕੁਝ ਐਸਾ ਆਰਾਮ ਨਹੀਂਗਾ, ਤਾਂ ਤੁਸੀਂ ਐ ਨਾ ਸੋਚੋ, ਇਹ ਇਨ ਟੋਟੈਲਿਟੀ ਗੱਲ ਕਰਦੇ ਹਾਂ ਅਸੀਂ। ਦੂਜੀ ਗੱਲ ਜਿਹੜੀ ਸਭ ਤੋਂ ਮੈਂ ਇਹਨੂੰ ਵਿਰਾਮ ਦਿਆਂ ਕਿ ਪੰਜਾਬ ਫਰੰਟ ਤੇ ਇਹ ਪੰਜਾਬ ਫਰੰਟ ਨਾਂ ਦਾ ਇੱਕ ਅਸੀਂ ਮੰਚ ਜਿਹੜਾ ਜਿਹਨੂੰ ਗੈਰ ਰਸਮੀ ਕਹਿ ਰਹੇ ਸੀ, ਇਨਫਾਰਮਲ, ਜਿਹਦੇ ਵਿੱਚ ਅਸੀਂ ਅੱਗੇ ਵਧਣਾ ਚਾਹ ਰਹੇ ਹਾਂ ਕਿ ਅਸੀਂ ਇਹਨਾਂ ਬਹਿਸਾਂ ਨੂੰ ਅੱਗੇ ਵਧਾਈਏ, ਜਿਹਦੇ ਵਿੱਚ ਕੋਈ ਬੈਨਰ ਜਾਂ ਕੁਝ ਇਸ ਤਰ੍ਹਾਂ ਦਾ ਨਾ ਹੋਵੇ ਜਿੱਥੇ ਸਾਨੂੰ ਲਿਮਟ ਹੋਵੇ। ਸੋ ਅੱਜ ਮੈਨੂੰ ਚੰਗਾ ਲੱਗ ਰਿਹਾ, ਸਰਦਾਰ ਇਕਬਾਲ ਸਿੰਘ ਜਾਂਦੇ ਜਾਂਦੇ ਕੁਝ ਕਹਿਣਾ ਚਾਹੁੰਦੇ ਆ, ਔਰ ਇਹਨੂੰ ਅਸੀਂ ਅੱਗੇ ਸੰਵਾਦ ਨੂੰ ਵਧਾਵਾਂਗੇ ਦੋਸਤੋ। ਔਰ ਇਹਦੇ ਵਿੱਚ ਬੜਾ ਸਪਸ਼ਟ ਹੈ ਕਿ ਉਹ ਲੋਕ ਜਿਹੜੇ ਬਹੁਤ ਵੱਡੇ ਅਹੁਦਿਆਂ ਤੇ, ਜਿਨ੍ਹਾਂ ਦੇ ਵਿੱਚ ਚੀਫ ਸੈਕਟਰੀ ਪੰਜਾਬ ਵੀ ਰਹੇ, ਜਿਨ੍ਹਾਂ ਦੇ ਵਿੱਚ DGP ਪੰਜਾਬ ਰਹੇ, ਜਿਨ੍ਹਾਂ ਦੇ ਵਿੱਚ ਸਫੀਰ ਰਹੇ, ਉਹਨਾਂ ਨੂੰ ਵੀ ਨਾਲ ਲਵਾਂਗੇ। ਸਰਦਾਰ ਤਰਲੋਚਨ ਸਿੰਘ, ਮੈਂ ਰਿਪੀਟ ਕਰਦਿਆਂ, ਉਹਨਾਂ ਨੇ ਆਉਣਾ ਸੀ, ਉਹ ਅੱਜ ਆ ਨਹੀਂ ਸਕੇ, ਲੇਕਿਨ ਇਹ ਉਹਨਾਂ ਨੇ ਮੈਨੂੰ ਇੱਕ ਆਈਡੀਆ ਵੀ ਫਲੋਟ ਕੀਤਾ ਸੀਗਾ ਕਿ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਕਰੋ ਜਿਹਦੇ ਵਿੱਚ ਤੁਹਾਡੀ ਸੀਮਾ ਨਾ ਹੋਵੇ ਕਿ ਤੁਸੀਂ ਗੱਲ 15 ਮਿੰਟਾਂ 'ਚ ਮੁਕਾਉਣੀ ਜਾਂ ਘੰਟੇ 'ਚ, ਗੱਲ ਤੁਰਦੀ ਹੈ ਤੇ ਤੁਰਨ ਦਿਓ। ਸੋ ਸਰਦਾਰ ਸਾਹਿਬ ਜਾਂਦੇ ਜਾਂਦੇ ਕੁਝ ਕਹਿਣਾ ਤੇ ਮੈਨੂੰ ਲੱਗਦਾ ਮੈਨੂੰ ਖੁਸ਼ੀ ਹੋਊਗੀ। ਰੰਧਾਵਾ ਸਾਹਿਬ, ਤੁਸੀਂ ਬਹੁਤ ਅੱਛੀਆਂ, ਡਾਕਟਰ ਸਾਹਿਬ ਨੇ ਵੀ ਗੱਲਾਂ ਕੀਤੀਆਂ, ਪੁਰਾਣੇ ਆਪਣੇ ਵੱਡੇ ਭਰਾਵਾਂ ਦਾ ਸਤਿਕਾਰ ਕਰਨਾ। ਔਰ ਮੈਂ ਸਿਰਫ ਇੰਨੀ ਗੱਲ ਹੈ ਕਿ ਜਿਹੜੇ ਮੇਰੇ ਸਾਥੀ ਹੈ, ਜਿਹੜੇ ਕੰਮ ਕਰਨਾ ਚਾਹੁੰਦੇ ਆ, ਉਹਨਾਂ ਨੂੰ ਬੇਨਤੀ ਹੈ ਕਿ ਆਓ ਇਕੱਠੇ ਹੋ ਕੇ ਮਿਲੀਏ। ਤੀਜੀ ਅਗਲੀ ਗੱਲ ਹੈ ਕਿ ਲੋਕ ਤਿਆਰ ਹੈਗੇ ਆ,
ਬਿਲਕੁਲ ਤਿਆਰ ਹੈ। ਲੋਕ ਸਾਡੀ ਇੰਤਜ਼ਾਰ ਕਰ ਰਹੇ ਆ ਕਿ ਤੁਸੀਂ ਆਓ, ਅਸੀਂ ਤੁਹਾਨੂੰ ਹੱਥਾਂ ਤੇ ਚੁੱਕੀਏ ਤੇ ਸਾਡਾ ਸੁਧਾਰ ਕਰੋ ਤੇ ਸਾਡੇ ਪੰਜਾਬ ਨੂੰ ਮੁੜ ਕੇ ਗੁਰੂਆਂ ਦਾ ਜਿਹੜਾ ਪੰਜਾਬ ਲਿਆਓ, ਜਿਹੜਾ ਇਹ ਸੋਹਣਾ ਦੇਸ਼ ਜਿਹੜਾ ਲੋਕੀ ਫੇਰ ਵੇਖਣਾ ਚਾਹੁੰਦੇ ਆ, ਨੰਬਰ 1 ਸਟੇਟ ਲੋਕੀ ਫੇਰ ਵੇਖਣਾ ਚਾਹੁੰਦੇ ਆ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।